ਆਏ ਪ੍ਰਭ ਸ਼ਰਨਾਗਤੀ। ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ। ਨਾਨਕ ਹੋਤ ਨਿਹਾਲ। ਹਰ ਸਿਮਰਤ ਮਨ ਤਨ ਸੁਖੀ। ਬਿਨਸੀ ਦੁਤੀਆ ਸੋਚ। ਨਾਨਕ ਟੇਕ ਗੋਪਾਲ ਕੀ। ਗੋਵਿੰਦ ਸੰਕਟ ਮੋਚ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਕੋਟ ਪਰਾਧ ਹਮਾਰੇ ਖੰਡਹੁ। ਅਨਕ ਵਿਧੀ ਸਮਝਾਵਹੁ। ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਬਿਰਦ ਰਖਾਵਹੁ। ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਬਿਰਦ ਰਖਾਵਹੁ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਜੀ ਦੀ ਬਖਸ਼ਿਸ਼, ਸਤਿਗੁਰੂ ਜੀ ਦੀ ਰਹਿਮਤ ਹੈ ਜੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਇਹ ਸੁਭਾਗ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਆਪ ਜੀ ਜੁੜ ਬੈਠ ਕੇ ਸ਼ਾਮ ਦੇ ਵਕਤ ਤੋਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਨਿਤਨੇਮ ਉਪਰੰਤ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਕੀਰਤਨ ਆਪ ਜੀਆਂ ਨੇ ਸਰਵਣ ਕੀਤੇ ਹਨ। ਇਸੇ ਲੜੀ ਦੇ ਵਿੱਚ ਕੁਝ ਸਮਾਂ ਪ੍ਰਾਪਤ ਹੋਇਆ ਹੈ ਜੋ ਲੜੀਵਾਰ ਸਿੱਧ ਗੋਸ਼ਟ ਬਾਣੀ ਦੀ ਵਿਚਾਰ ਆਰੰਭ ਹੋਈ ਸੀ। ਇਸ ਰੱਬੀ ਬਾਣੀ ਦੀ ਵਿਚਾਰ ਦੇ ਨਾਲ ਆਪਾਂ ਸਾਂਝ ਪਾ ਸਕੀਏ, ਆਓ ਸਭ ਤੋਂ ਪਹਿਲਾਂ ਅਰਦਾਸ ਕਰੀਏ। ਸਤਿਗੁਰੂ ਜੀ ਸਾਡੇ ਸਭਨਾਂ ਦੇ ਅੰਦਰ ਆਪ ਵਰਤ ਕੇ ਇਸ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਸਤਿਗੁਰੂ ਜੀ ਸਾਡੇ ਸਭਨਾਂ ਦੀ ਸਾਂਝ ਪਵਾ ਲੈਣ। ਸਿੱਧ ਗੋਸ਼ਟ ਜਿਹਦੇ ਸੌਖੇ ਅਰਥ ਜਿਹੜੇ ਵਿਦਵਾਨਾਂ ਨੇ ਮੰਨੇ ਨੇ, ਸਿੱਧਾਂ ਦੇ ਨਾਲ ਜਿਹੜੀ ਗੋਸ਼ਟੀ ਹੋਈ, ਵਿਚਾਰ ਹੋਈ, ਉਹ ਬਾਣੀ। ਇਹਦਾ ਇੱਕ ਇਹ ਵੀ ਭਾਵ ਹੈ ਰੱਬੀ ਮਿਲਾਪ ਦੀਆਂ ਗੱਲਾਂ। ਸਿੱਧ ਦਾ ਅਰਥ ਹੈ ਪਰਮਾਤਮਾ। ਗੋਸ਼ਟ ਵਿਚਾਰ, ਪਰਮਾਤਮਾ ਬਾਰੇ ਵਿਚਾਰ, ਪਰਮਾਤਮਾ ਬਾਰੇ ਗੱਲ। ਕਿੰਨਾ ਖੂਬਸੂਰਤ ਨੁਕਤਾ ਹੈ। ਗੁਰੂ ਦੀ ਸਤ ਸੰਗਤ ਵਿੱਚ ਕੇਵਲ ਰੱਬ ਦੇ ਬਾਰੇ ਵਿਚਾਰ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਸੱਚਖੰਡ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਸਾਧ ਸੰਗਤ ਸੱਚਖੰਡ ਅਸਥਾਨ ਹੈ। ਜਿਹੜੀ ਸਾਧ ਸੰਗਤ ਹੈ ਇਹ ਸੱਚਖੰਡ ਹੈ। ਤੇ ਸੱਚਖੰਡ ਦੀ ਜਦੋਂ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲੀ ਵਾਰ ਕੀਤੀ ਬਾਣੀ ਅੰਦਰ ਸੱਚਖੰਡ ਦੀ, ਤੇ ਉਹਨਾਂ ਨੇ ਬਚਨ ਕੀਤੇ ਸੱਚਖੰਡ ਵਸੈ ਨਿਰੰਕਾਰ। ਕਿਤੇ ਇਕਾਂਤ ਵਿੱਚ ਜਾਂ ਇਕੱਲੇ ਬੈਠੇ ਹੋਈਏ ਇਹਦੇ ਬਾਰੇ ਸੋਚੀਏ ਜ਼ਰੂਰ।
ਭਾਵ ਕੀ ਸੀ? ਸਾਧ ਸੰਗਤ ਉਹ ਹੈ, ਸੱਚਖੰਡ ਉਸ ਸਾਧ ਸੰਗਤ ਨੂੰ ਕਿਹਾ ਗਿਆ ਹੈ ਜਿੱਥੇ ਰੱਬ ਦੀ ਵਿਚਾਰ ਚੱਲੇ, ਪਰਮਾਤਮਾ ਦੀ ਗੱਲ ਹੋਵੇ, ਰੱਬੀ ਬਾਣੀ ਦੀ ਗੱਲ ਹੋਵੇ, ਸ਼ਬਦ ਦੀ ਗੱਲ ਹੋਵੇ, ਕਿਉਂਕਿ ਸ਼ਬਦ ਦੇ ਵਿੱਚ ਹੀ ਪਰਮੇਸ਼ਰ ਨੇ ਆਪਣੇ ਆਪ ਨੂੰ ਸਮੋਇਆ ਹੋਇਆ ਹੈ। ਸ਼ਬਦ ਸਤਿਗੁਰੂ ਹੈ, ਸਤਿਗੁਰ ਸ਼ਬਦ, ਸ਼ਬਦ ਹੈ ਸਤਿਗੁਰ। ਤੇ ਗੁਰੂ ਸਾਹਿਬ ਜੀ ਨੇ ਜਦੋਂ ਸਤਿਗੁਰੂ ਦੀ ਗੱਲ ਕੀਤੀ, ਬੜਾ ਖੂਬਸੂਰਤ ਬਚਨ ਕਿਹਾ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ। ਪਰਮੇਸ਼ਰ ਨੇ ਆਪਣੇ ਆਪ ਨੂੰ ਸਤਿਗੁਰੂ ਦੇ ਵਿੱਚ ਰੱਖਿਆ, ਸ਼ਬਦ ਦੇ ਵਿੱਚ ਰੱਖਿਆ ਹੈ। ਅਰਦਾਸ ਤੋਂ ਬਾਅਦ ਦੋਹਰਾ ਪੜ੍ਹਦੇ ਹਾਂ, ਮੈਂ ਅਕਸਰ ਇਹ ਨੁਕਤਾ ਸਾਂਝਾ ਕਰਦਾ ਹੁੰਦਾ, ਕਿੰਨਾ ਖੂਬਸੂਰਤ ਬਚਨ ਪੜ੍ਹਦੇ ਹਾਂ। ਜੋ ਪ੍ਰਭ ਕੋ ਮਿਲਬੋ ਚਾਹੈ, ਜੋ ਜਿਹੜੇ ਵੀ ਪ੍ਰਭ ਕੋ ਪਰਮਾਤਮਾ ਨੂੰ ਮਿਲਬੋ, ਮਿਲਣਾ ਚਾਹੈ, ਚਾਹੁੰਦੇ ਨੇ, ਕੀ ਕਰਨ? ਖੋਜ ਸ਼ਬਦ ਮੈਂ ਲਈ। ਇਹਦਾ ਅਰਥ ਹੈ ਕਿ ਸ਼ਬਦ ਦੇ ਵਿੱਚ ਹੈ ਤਾਂ ਹੀ ਸ਼ਬਦ ਵਿੱਚੋਂ ਖੋਜਣਾ ਹੈ। ਇਹ ਸ਼ਬਦ ਗੁਰੂ ਬਖਸ਼ਿਸ਼ ਕਰੇ ਕਿ ਇਹਨਾਂ ਸ਼ਬਦਾਂ ਦੀ ਸਮਝ ਸਾਨੂੰ ਆ ਜਾਏ। ਸਾਧ ਸੰਗਤ ਉਸ ਨੂੰ ਸੱਚਖੰਡ ਕਿਹਾ ਹੈ। ਕਿਹੜੀ ਸਾਧ ਸੰਗਤ ਸੱਚਖੰਡ ਹੈ? ਜਿੱਥੇ ਸ਼ਬਦ ਵਰਤਦਾ ਹੈ, ਸ਼ਬਦ ਦੀ ਵਿਚਾਰ ਵਰਤਦੀ ਹੈ। ਗੁਰੂ ਸਾਹਿਬ ਜੀ ਨੇ ਬਾਣੀ ਅੰਦਰ ਵੀ ਸਾਨੂੰ ਇਹੀ ਹਦਾਇਤ ਕੀਤੀ ਹੈ, ਤਿਤ ਜਾਏ ਬਹੁ ਸਤ ਸੰਗਤੀ। ਉਸ ਸਤ ਸੰਗਤ ਵਿੱਚ ਜਾ ਕੇ ਬੈਠੋ। ਕਿਹੜੀ ਸਤ ਸੰਗਤ? ਜਿੱਥੈ, ਜਿਸ ਸਤ ਸੰਗਤ ਵਿੱਚ ਹਰ ਕਾ ਹਰ ਨਾਮ ਬਿਲੋਈਐ। ਬਿਲੋਈਐ ਦਾ ਭਾਵ ਹੁੰਦਾ ਹੈ ਰਿੜਕਣਾ। ਰਿੜਕਣ ਦਾ ਭਾਵ ਹੈ ਕਿ ਪਾਣੀ ਵੱਖਰਾ ਤੇ ਮੱਖਣ ਵੱਖਰਾ ਕਰਨਾ, ਤੱਤ ਜਿਹੜਾ ਬਾਹਰ ਆ ਜੇ। ਰਿੜਕਣ ਦਾ ਭਾਵ ਹੈ ਵਿਚਾਰ ਕਰਨੀ। ਗੁਰੂ ਜੀ ਕਹਿੰਦੇ ਉਸ ਸਤ ਸੰਗਤ ਵਿੱਚ ਬੈਠੋ ਜਿੱਥੇ ਪਰਮੇਸ਼ਰ ਦੇ ਹੁਕਮ ਦੀ ਵਿਚਾਰ ਹੁੰਦੀ ਹੈ। ਕਿਉਂਕਿ ਨਾਮ ਦਾ ਅਰਥ ਕੀ ਹੈ? ਰੱਬੀ ਹੁਕਮ। ਏਕੋ ਨਾਮ ਹੁਕਮ ਹੈ। ਨਾਮ ਕੀ ਹੈ? ਹੁਕਮ। ਪਰਮੇਸ਼ਰ ਦੇ ਹੁਕਮ ਦੀ ਵਿਚਾਰ ਹੋਵੇ। ਤੇ ਜਦੋਂ ਪਰਮੇਸ਼ਰ ਦੇ ਹੁਕਮ ਦੀ ਗੱਲ ਚੱਲਦੀ ਹੈ ਤੇ ਬੜਾ ਖੂਬਸੂਰਤ ਬਚਨ ਗੁਰੂ ਨਾਨਕ ਸਾਹਿਬ ਜੀ ਦਾ ਸਾਡੇ ਸਾਹਮਣੇ ਆਵੇਗਾ, ਮੈਂ ਕਹਿਆ ਸਭ ਹੁਕਮਾਓ ਜੀਓ। ਜਾਂ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣਹੁ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਹ ਸਤਿਗੁਰੂ ਦੀ ਬਾਣੀ ਜਿਹੜੀ ਹੈ ਨਾ, ਇਹ ਸੱਚ ਦਾ ਸਰੂਪ ਹੈ। ਇਹ ਕੋਈ ਖਿਆਲ ਨਹੀਂ ਹੈ, ਕੋਈ ਦਿਮਾਗੀ ਉਪਜ ਨਹੀਂ ਹੈ। ਇਹ ਕੀ ਹੈ? ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਇਹ ਰੱਬੀ ਹੁਕਮ ਹੈ। ਪਰ ਪਰਮੇਸ਼ਰ ਦੀ ਸਮਝ ਵੀ ਉਸੇ ਨੂੰ ਆਈ ਹੈ ਜਿਹਨੂੰ ਇਸ ਰੱਬੀ ਹੁਕਮ ਦੀ ਸਮਝ ਆਈ। ਜਿਹਨੂੰ ਰੱਬੀ ਹੁਕਮ ਦੀ ਸਮਝ ਨਹੀਂ ਹੈ ਨਾ, ਉਹ ਪਰਮਾਤਮਾ ਬਾਰੇ ਕੁਛ ਨਹੀਂ ਜਾਣਦਾ। ਸਾਡਾ ਅਫਸੋਸ ਹੈ ਅਸੀਂ ਗੁਰਬਾਣੀ ਨੂੰ ਪੜ੍ਹਿਆ ਤੇ ਸਮਝਿਆ ਨਹੀਂ, ਉਕਾਈ ਖਾ ਗਏ ਇਸ ਚੀਜ਼ 'ਤੇ ਕਿ ਜਿਹੜੇ ਗੁਰਬਾਣੀ ਨੂੰ ਸਮਝਦੇ ਹੀ ਨਹੀਂ, ਅਸੀਂ ਸਮਝਦੇ ਸ਼ਾਇਦ ਰੱਬ ਨਾਲ ਸਾਂਝ ਉਹਨਾਂ ਲੋਕਾਂ ਦੀ ਹੈ। ਹੁਣ ਤੁਸੀਂ ਸੋਚੋਗੇ ਰੱਬ ਬਾਣੀ ਨੂੰ ਕੌਣ ਨਹੀਂ ਸਮਝਦਾ? ਗੁਰਬਾਣੀ ਵਿੱਚ ਬੜਾ ਖੂਬਸੂਰਤ ਬਚਨ ਹੈ, ਦੱਦਾ ਦਾਤਾ ਇੱਕ ਹੈ। ਇਹਦਾ ਮਤਲਬ ਦਾਤਾ ਇੱਕ ਹੀ ਹੈ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਨ ਕੋਈ। ਦੂਜਾ ਹੋਰ ਕੋਈ ਨਹੀਂ ਹੈ, ਇੱਕੋ ਹੀ ਹੈ। ਤੇ ਜੇ ਫਿਰ ਵੀ ਕੋਈ ਦਾਅਵਾ ਕਰੇ ਜਾਂ ਫਿਰ ਵੀ ਕਿਸੇ ਦਾ ਇਹ ਚੀਜ਼ ਦਾ ਅਡੰਬਰ ਹੋਵੇ ਰਚਿਆ ਕਿ ਦਾਤ ਦੇਣ ਦੀ ਸਮਰੱਥਾ ਹੈ ਮੇਰੇ ਕੋਲ, ਇਹਦਾ ਮਤਲਬ ਉਹਨੇ ਗੁਰਬਾਣੀ ਨੂੰ ਸਮਝਿਆ ਨਹੀਂ। ਜੇ ਸਮਝਿਆ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਗੁਰਬਾਣੀ ਕਹਿ ਰਹੀ ਹੈ ਦੱਦਾ ਦਾਤਾ ਇੱਕ ਹੈ। ਜੇ ਕੋਈ ਪਰਮੇਸ਼ਰ ਰੂਪੀ ਦਾਤੇ ਨੂੰ ਛੱਡ ਕੇ ਕਿਸੇ ਹੋਰ ਦਰ 'ਤੇ ਮੰਗਦਾ ਫਿਰਦਾ ਹੈ, ਇਹਦਾ ਮਤਲਬ ਸਮਝਿਆ ਉਹਨੇ ਵੀ ਨਹੀਂ।
क्योंकि बड़ा खूबसूरत बचन है, हर इक्को दाता सेविए, हर एक ध्याइए, हर इक्को दाता मंगीए। इक्को दाते कोलों मंगना, ते जेड़े उसनू एक नू छड्ड के खसम छोड़ दूजा लगे, डुबे से वणजारिया। विण सच्चे तुद ध्याएंदे होए मरसन बुट। बुट पता किनू क्या है? पंछियां दे आलणे विच ना उन्हां दे अंडियां चों निक्के निक्के बोट निकलदे आ। बोट उस जीव नूं कहा जाता है, उस बच्चे नूं कहा जाता है जिहड़ा ना उडारी भर सकदा है ते ना कुछ खा सकदा है। चोगा उहदी माँ उहदे मूँह च पाउंदी, आलणे च ही रहिंदा है, वो निआसरा है। ते कई वार ना आपां ज़्यादातर पंजाब तो आए आ, खेतां दे विच कोई रुख पेड़ हुंदा सी, उहदे ते आलਣਾ होना, उहदे च बोट होने छोटे छोटे, ते कोई बोट थल्ले जमीन ते डिग पैंदा सी निक्का जिहा, ते कीड़ियां चफेड़ियों आके उहनूं पकड़ लैंदियां सी। कोई कीड़ियां कुछ इधर नूं खिੱਚਦੀਆਂ सी, कुछ इधर नूं खिੱਚਦੀਆਂ ਹੁੰਦੀਆਂ सी, ਉਹਦੇ ਮੁੱਢ ਦੇ ਲਾਗੇ ਉਸ ਰੁੱਖ ਦੇ ਪੇੜ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਮੂੰਹ 'ਚ ਪਾ ਕੇ ਲੈ ਜਾਂਦੀਆਂ ਸੀ। ਉਹ ਉਡਾਰੀ ਨਹੀਂ ਸੀ ਭਰ ਸਕਦਾ, ਆਪਣੀ ਰੱਖਿਆ ਨਹੀਂ ਸੀ ਕਰ ਸਕਦਾ। ਕਿਉਂ? ਕਿਉਂਕਿ ਅਜੇ ਉਹ ਬੋਟ ਹੈ, ਨਿਆਸਰਾ ਹੈ। ਗੁਰੂ ਜੀ ਕਹਿੰਦੇ ਵਿਣ ਸੱਚੇ, ਉਸ ਸੱਚੇ ਅਕਾਲ ਪੁਰਖ ਪਰਮੇਸ਼ਰ ਇੱਕ ਨੂੰ ਛੱਡ ਕੇ ਹੋਰ ਕਿਸੇ ਨੂੰ ਧਿਆਨ ਵਿੱਚ ਰੱਖ ਰਹੇ ਨੇ, ਉਹ ਵੀ ਉਸ ਬੋਟ ਦੀ ਤਰ੍ਹਾਂ ਬੇਆਸਰੇ ਨਿਆਸਰੇ ਹੋ ਕੇ ਇਸੇ ਤਰੀਕੇ ਨਾਲ ਹੀ ਮਰਦੇ ਨੇ, ਆਤਮਕ ਮੌਤੇ ਮਰਦੇ ਨੇ। ਉਹਨਾਂ ਦੇ ਜੀਵਨ ਦੀਆਂ ਖੁਸ਼ੀਆਂ ਮਰ ਜਾਂਦੀਆਂ ਨੇ, ਜ਼ਿੰਦਗੀ ਦਾ ਸਕੂਨ ਖਤਮ ਹੋ ਜਾਂਦਾ ਹੈ, ਜੀਵਨ ਦੇ ਵਿੱਚੋਂ ਰਸ ਖਤਮ ਹੋ ਜਾਂਦਾ ਹੈ। ਤੁਸੀਂ ਕਈ ਵਾਰ ਇਕੱਲੇ ਬੈਠੋਗੇ, ਮਹਿਸੂਸ ਕਰੋਗੇ ਸਾਡੇ ਕੋਲ ਬਹੁਤ ਕੁਛ ਹੈ, ਪਰ ਜੋ ਕੁਛ ਵੀ ਹੈ ਉਹਦੇ ਵਿੱਚੋਂ ਰਸ ਨਹੀਂ ਮਿਲ ਰਿਹਾ, ਉਹਦੇ 'ਚੋਂ ਸੁੱਖ ਨਹੀਂ ਮਿਲ ਰਿਹਾ, ਜਿਹੜਾ ਸੁੱਖ ਚਾਹੀਦਾ ਉਹਦੇ 'ਚੋਂ, ਜਾਂ ਜਿਸ ਸੁੱਖ ਵਾਸਤੇ ਉਹ ਚੀਜ਼ ਹੈ। ਔਲਾਦ ਹੈ, ਔਲਾਦ ਕੋਲੋਂ ਉਹ ਸੁੱਖ ਨਹੀਂ ਮਿਲ ਰਿਹਾ। ਪਦਾਰਥ ਹੈ, ਪਦਾਰਥਾਂ ਕੋਲੋਂ ਉਹ ਸੁੱਖ ਨਹੀਂ ਮਿਲ ਰਿਹਾ। ਇਹ ਸਾਰਾ ਕੁਛ ਕਿਉਂ ਹੈ? ਉਹਦਾ ਕਾਰਨ ਇਹ ਕੀ ਹੈ ਕਿ ਉਸ ਇੱਕ ਦੇ ਨਾਲੋਂ ਜੀਵਨ ਟੁੱਟਿਆ ਹੈ, ਇੱਕ ਦੇ ਨਾਲੋਂ ਕਿਤੇ ਸਾਂਝ ਟੁੱਟੀ ਹੋਈ ਹੈ, ਇੱਕ ਨੂੰ ਛੱਡ ਕੇ ਕਿਸੇ ਹੋਰ ਪਾਸੇ ਉਲਝ ਗਿਆ। ਗੁਰੂ ਬਖਸ਼ਿਸ਼ ਕਰੇ, ਉਸ ਸਤ ਸੰਗਤ ਵਿੱਚ ਬੈਠਿਆ ਕਰੋ, ਉਸ ਸਤ ਸੰਗਤ ਵਿੱਚ ਜੁੜਿਆ ਕਰੋ ਜਿੱਥੇ ਕੇਵਲ ਤੇ ਕੇਵਲ ਰੱਬ ਦੇ ਘਰ ਦੀ ਗੱਲ ਚੱਲਦੀ, ਤੇ ਰੱਬ ਦਾ ਘਰ ਹੈ ਸ਼ਬਦ, ਕਿਉਂਕਿ ਸ਼ਬਦ ਦੇ ਵਿੱਚ ਰੱਬ ਰਹਿੰਦਾ ਹੈ, ਸ਼ਬਦ ਵਿੱਚ ਪਰਮੇਸ਼ਰ ਹੈ। ਸਤਿਗੁਰ ਵਿੱਚ ਆਪ ਰੱਖੇ ਓਨ। ਕਿੱਡਾ ਖੂਬਸੂਰਤ ਬਚਨ ਹੈ। ਪੋਥੀ ਪਰਮੇਸ਼ਰ ਕਾ ਥਾਨ। ਪੋਥੀ ਦਾ ਭਾਵ ਕੀ ਹੈ? ਜਿੱਥੇ ਸ਼ਬਦ ਹੈ। ਤੁਸੀਂ ਜਦੋਂ ਵੀ ਪ੍ਰਕਾਸ਼ ਕਰੋਗੇ ਗੁਰਬਾਣੀ ਦੀ ਕਿਸੇ ਪੋਥੀ ਦਾ, ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਟਕੇ ਦਾ, ਕੀ ਹੈ? ਸ਼ਬਦ ਹੈ। ਸ਼ਬਦ ਪਰਮੇਸ਼ਰ ਦੀ ਥਾਂ ਹੈ। ਉਹ ਸ਼ਬਦ ਜਦੋਂ ਸਾਡਾ ਜੀਵਨ ਬਣ ਜਾਂਦਾ ਹੈ ਤੇ ਸਾਡੇ ਜੀਵਨ ਵਿੱਚ ਪਰਮੇਸ਼ਰ ਵਰਤਦਾ ਹੈ। ਰੱਬ ਦੀ ਸਮਝ ਉਸੇ ਨੂੰ ਆਈ ਜਿਹਨੂੰ ਇਸ ਸ਼ਬਦ ਦੀ ਸਮਝ ਆ ਗਈ। ਇਹ ਸ਼ਬਦ ਵਿਚਾਰ ਇਸੇ ਲਈ ਹੈ, ਸ਼ਬਦ ਦੀ ਵਿਚਾਰ ਜ਼ਰੂਰੀ ਇਸੇ ਲਈ ਕੰਪਲਸਰੀ ਗੁਰੂ ਸਾਹਿਬ ਜੀ ਨੇ ਕੀਤੀ ਹੈ। ਬਚਨ ਵੀ ਕਿਹਾ ਸਭ ਸੈ ਉੱਪਰ ਗੁਰ ਸ਼ਬਦ ਵਿਚਾਰ। ਸਭ ਤੋਂ ਉੱਪਰ ਗੁਰੂ ਸ਼ਬਦ ਦੀ ਵਿਚਾਰ ਹੈ। ਕਿਉਂਕਿ ਕਹੋ ਨਾਨਕ ਜਿਨ ਹੁਕਮ ਪਛਾਤਾ, ਜਿਸ ਨੇ ਇਸ ਰੱਬੀ ਹੁਕਮ ਨੂੰ ਪਹਿਚਾਣ ਲਿਆ, ਸਮਝ ਲਿਆ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਅਸਲ ਵਿੱਚ ਪਰਿਪੂਰਨ ਪਰਮੇਸ਼ਰ ਮਾਲਕ ਵਾਹਿਗੁਰੂ ਦੀ ਸਮਝ, ਉਹਦਾ ਭੇਤ ਵੀ ਉਸੇ ਨੂੰ ਆਇਆ ਹੈ। ਦੂਜਿਆਂ ਨੇ ਰੱਬ ਨੂੰ ਨਹੀਂ ਸਮਝਿਆ। ਬੇਸ਼ੱਕ ਕਿਸੇ ਤਰ੍ਹਾਂ ਦਾ ਵੀ ਉਹਨਾਂ ਅਡੰਬਰ ਕੀਤਾ ਹੋਵੇ, ਕਿਸੇ ਤਰ੍ਹਾਂ ਦਾ ਵੀ ਉਹਨਾਂ ਦਾ ਪਹਿਰਾਵਾ ਅਤੇ ਵਿਖਾਵਾ ਅਤੇ ਦਾਵਾ ਹੋਵੇ, ਰੱਬ ਦੀ ਸਮਝ ਉਹਨੂੰ ਆਈ ਹੈ ਜਿਹਨੂੰ ਸ਼ਬਦ ਦੀ ਸਮਝ ਹੈ, ਗੁਰਬਾਣੀ ਦੀ ਸਮਝ ਹੈ। ਇਸੇ ਲਈ ਵਾਰ-ਵਾਰ ਹੋਕਾ ਦਿੱਤਾ ਗਿਆ ਬਾਣੀ ਅੰਦਰ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਹਰ ਥਾਂ ਤੇ ਬਾਣੀ ਨੂੰ ਮੁੱਖ ਰੱਖਿਆ ਗੁਰੂ ਸਾਹਿਬ ਜੀ ਨੇ। ਕਿੱਡਾ ਖੂਬਸੂਰਤ ਬਚਨ ਹੈ। ਗੁਰੂ ਜੀ ਕਹਿੰਦੇ ਜੀਵਨ ਦੇ ਵਿੱਚ ਨਿਆਸਰਾ ਨਹੀਂ ਹੋਣਾ ਚਾਹੀਦਾ, ਸਹਾਰਾ ਚਾਹੀਦਾ ਹੈ, ਓਟ ਹੋਣੀ ਚਾਹੀਦੀ ਹੈ।
ਤੇ ਕਿਸ ਓਟ ਦੀ ਗੱਲ ਕੀਤੀ? ਗੁਰਬਾਣੀ ਸੰਗਤ ਬਿਨਾ, ਭਾਈ ਸਾਹਿਬ ਜੀ ਦੇ ਬੜੇ ਖੂਬਸੂਰਤ ਬਚਨ ਹੈ, ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਸ਼ਬਦ ਤੇ ਜਿਸ ਸੰਗਤ ਵਿੱਚ ਸ਼ਬਦ ਵਰਤਦਾ ਹੈ, ਇਸ ਸੰਗਤ ਤੋਂ ਬਗੈਰ ਦੂਜਾ ਹੋਰ ਕੋਈ ਸਹਾਰਾ ਨਹੀਂ, ਹੋਰ ਕਿਸੇ ਦੀ ਓਟ ਨਹੀਂ, ਹੋਰ ਕਿਸੇ ਦਾ ਆਸਰਾ ਨਹੀਂ। ਮਨੁੱਖ ਦਾ ਆਸਰਾ ਤੇ ਹੋਣਾ ਹੀ ਨਹੀਂ ਚਾਹੀਦਾ ਸਾਨੂੰ, ਉਹ ਤੇ ਆਪ ਕਿਸੇ ਨਾ ਕਿਸੇ ਹੋਰ ਆਸਰੇ ਤੇ ਟਿਕਿਆ ਹੋਇਆ ਹੈ। ਕੇਵਲ ਤੇ ਕੇਵਲ ਸਹਾਰਾ ਗੁਰਬਾਣੀ ਦਾ, ਸ਼ਬਦ ਦਾ ਹੋਵੇ। ਸ਼ਬਦ ਜਿਹੜਾ ਹੈ ਇਹੀ ਟਿਕਾਦ ਬਖਸ਼ੇਗਾ, ਇਹੀ ਸਕੂਨ ਬਖਸ਼ੇਗਾ। ਆਪਾਂ ਗੁਰੂ ਜੀ ਨੂੰ ਪੁੱਛ ਲੈਂਦੇ ਹਾਂ। ਹੁਣ ਆ ਇਮਾਰਤ ਵਿੱਚ ਬੈਠੇ ਹਾਂ, ਇਮਾਰਤ ਦੀ ਛੱਤ ਟਿਕੀ ਹੋਈ ਹੈ, ਕਿਹਦੇ ਆਸਰੇ ਤੇ ਟਿਕੀ ਹੈ? ਜਿਹੜੇ ਇਹਦੇ ਆਪਾਂ ਥੰਮੀਆਂ ਲਾਈਆਂ ਹੋਈਆਂ ਨੇ ਸਾਈਡਾਂ ਤੇ, ਉਹਦੇ ਆਸਰੇ ਤੇ ਟਿਕੀ ਹੈ। ਇਹਦੇ ਵਿੱਚ ਵੀ ਥੰਮੀਆਂ ਨੇ। ਜੋ ਮੰਦਰ ਕੋ ਥੰਮ ਹੈ ਥੰਮਣ। ਅਗਲੀ ਪੰਕਤੀ ਪੜੋ, ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਇਹਦਾ ਮਤਲਬ ਸ਼ਬਦ ਦੀ ਖੇਡ ਹੈ। ਜੀਵਨ ਵਿੱਚ ਸਕੂਨ, ਜੀਵਨ ਵਿੱਚ ਟਿਕਾ, ਜੀਵਨ ਵਿੱਚ ਰਸ, ਆਨੰਦ, ਖੇੜਾ, ਇਹ ਟਿਕਿਆ ਰਵੇ, ਇਹਦੇ ਲਈ ਸਹਾਰਾ ਕਿਹੜਾ ਹੈ? ਸ਼ਬਦ। ਜਦੋਂ ਆਪਾਂ ਪੁਰਾਣੇ ਆਪਣੇ ਵੱਡੇ ਵਡੇਰਿਆਂ ਬਾਰੇ ਸੋਚਦੇ ਹਾਂ ਜਾਂ ਉਹਨਾਂ ਬਾਰੇ ਸੁਣਦੇ ਹਾਂ ਜਾਂ ਪੜ੍ਹਦੇ ਹਾਂ, ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀ, ਉਹਨਾਂ ਕੋਲ ਪਦਾਰਥ ਜ਼ਿਆਦਾ ਨਹੀਂ ਸੀ, ਪਰ ਉਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਬਹੁਤ ਟਿਕਦੀਆਂ ਸੀ, ਸੁੱਖ ਬੜਾ ਟਿਕਿਆ ਹੁੰਦਾ ਸੀ, ਸਕੂਨ ਬਹੁਤ ਹੁੰਦਾ ਸੀ, ਭਟਕਣਾ ਨਹੀਂ ਸੀ ਹੁੰਦੀ, ਬੜੇ ਆਨੰਦ ਵਿੱਚ ਰਹਿੰਦੇ ਹੁੰਦੇ ਸੀ, ਕਿਉਂਕਿ ਉਹਨਾਂ ਦੇ ਜੀਵਨ ਸ਼ਬਦ ਦੇ ਨੇੜੇ ਸੀ, ਸ਼ਬਦ ਦੇ ਮੁਤਾਬਕ ਜ਼ਿੰਦਗੀ ਜਿਉਂਦੇ ਸੀ। ਗੁਰ ਪੁੱਛ, ਗੁਰੂ ਨੂੰ ਪੁੱਛਦੇ ਸੀ, ਕਾਰ ਕਮਾਏ ਫਿਰ ਕੰਮ ਕਰਦੇ ਸੀ। ਹੁਣ ਵਾਂਗ ਥੋੜ੍ਹੀ ਹੈ, ਵਿਅਕਤੀਆਂ ਨੂੰ ਪੁੱਛਦੇ ਨੇ। ਘਰ 'ਚ ਅਖੰਡ ਪਾਠ ਸਾਹਿਬ ਵੀ ਰਖਾਉਣਾ ਤੇ ਪੁੱਛਦੇ ਨੇ, ਬਾਬਾ ਜੀ ਕਿਹੜਾ ਦਿਨ ਠੀਕ ਰਹੇਗਾ ਜਦੋਂ ਅਸੀਂ ਘਰ ਵਿੱਚ ਜਿਹੜਾ ਅਖੰਡ ਪਾਠ ਰਖਾਈਏ ਜਾਂ ਭੋਗ ਪਵੇ। ਗੁਰੂ ਨੂੰ ਪੁੱਛਣਾ, ਤੇ ਗੁਰੂ ਨੂੰ ਪੁੱਛਣ ਵਾਸਤੇ, ਗੁਰੂ ਨਾਲ ਜਦੋਂ ਗੱਲ ਕਰਨੀ ਹੈ, ਉਦੋਂ ਕੀ ਹੈ? ਸ਼ਬਦ। ਜਦੋਂ ਤੁਸੀਂ ਬਾਣੀ ਪੜ੍ਹਦੇ ਹੋ, ਸੁਣਦੇ ਹੋ, ਵਿਚਾਰਦੇ ਹੋ, ਸਮਝਦੇ ਹੋ, ਸਮਝ ਲੈਣਾ ਤੁਸੀਂ ਗੁਰੂ ਨਾਲ ਬਚਨ ਵਿਲਾਸ ਕਰ ਰਹੇ ਹੋ, ਗੁਰੂ ਨਾਲ ਤੁਹਾਡੇ ਬਚਨ ਵਿਲਾਸ ਹੋ ਰਹੇ ਆ। ਉਹਨੂੰ ਇੰਝ ਹੀ ਮਹਿਸੂਸ ਕਰਨਾ ਜਿਵੇਂ ਸਾਖਸ਼ਾਤ ਗੁਰੂ ਨਾਨਕ ਸਾਹਿਬ ਬੈਠੇ ਨੇ, ਉਹਨਾਂ ਨਾਲ ਤੁਹਾਡੇ ਬਚਨ ਵਿਲਾਸ ਹੋ ਰਹੇ, ਜਦੋਂ ਤੁਸੀਂ ਗੁਰਬਾਣੀ ਨਾਲ ਜੁੜੇ ਹੁੰਦੇ ਜੀ। ਕਿਉਂਕਿ ਗੁਰੂ ਸ਼ਬਦ ਹੈ। ਸਾਨੂੰ ਤੇ ਆ ਸਰੀਰਾਂ ਦੀਆਂ ਤਸਵੀਰਾਂ ਕਾਲਪਨਿਕ ਬਣਾ ਕੇ ਸ਼ਬਦ ਤੋਂ ਬਹੁਤ ਦੂਰ ਕੀਤਾ ਗਿਆ। ਜੇ ਕਿਸੇ ਨੂੰ ਕਿਹੜਾ ਗੁਰੂ ਦਾ ਧਿਆਨ ਧਰਨਾ, ਉਹਦੇ ਧਿਆਨ ਦੇ ਵਿੱਚ, ਸੁਰਤ ਵਿੱਚ ਉਸ ਤਸਵੀਰ ਨੂੰ ਲੈ ਕੇ ਆਵੇਗਾ, ਸ਼ਾਇਦ ਉਹ ਗੁਰੂ ਹੈ। ਉਹਨਾਂ ਕਾਲਪਨਿਕ ਤਸਵੀਰਾਂ ਨੂੰ, ਸ਼ਬਦ ਨਹੀਂ ਕਦੇ ਸੁਰਤ ਵਿੱਚ ਆਉਂਦਾ। ਆਉਣਾ ਤੇ ਸ਼ਬਦ ਚਾਹੀਦਾ ਸੀ। ਸੁਰਤ ਦੇ ਵਿੱਚ ਵਰਤਣਾ ਤੇ ਸ਼ਬਦ ਨੇ ਹੈ। ਸ਼ਬਦ ਸੁਰਤ ਭਵ ਸਾਗਰ ਤਰੀ ਹੈ। ਸ਼ਬਦ ਤੇ ਸੁਰਤ ਦੀ ਸਾਰੀ ਖੇਡ ਹੈ। ਸਰੀਰ ਤੇ ਕਿਤੇ ਹੈ ਹੀ ਨਹੀਂ। ਸਿੱਧ ਗੋਸ਼ਟ ਦਾ ਹੀ ਬਚਨ ਅੱਗੇ ਚੱਲ ਕੇ ਆਵੇਗਾ। ਜਦੋਂ ਪੁੱਛਿਆ ਤੁਹਾਡਾ ਗੁਰੂ ਕੌਣ ਹੈ, ਤੇ ਕੀ ਬਚਨ ਕਿਹਾ ਸੀ? ਸ਼ਬਦ ਗੁਰੂ। ਸੁਰਤ ਧੁਨ ਨਾ ਐਸ ਸਰੀਰ ਦੀ ਖੇਡ ਹੈ, ਨਾ ਤਸਵੀਰ ਵਾਲੇ ਸਰੀਰ ਦੀ ਖੇਡ ਹੈ। ਇਸ ਸੁਰਤ ਦੀ ਖੇਡ ਹੈ, ਉਹਦੇ ਸ਼ਬਦ ਦੀ ਖੇਡ ਹੈ। ਇਹੀ ਸਾਡਾ ਰਿਸ਼ਤਾ ਹੈ। ਮੈਂ ਹੁਣੇ ਇੱਕ ਮੰਗਲਾਚਰਨ 'ਚ ਸਾਂਝਾ ਕੀਤਾ ਸੀ ਸ਼ਬਦ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅੱਗੇ ਕੀ ਕਿਹਾ ਸੀ? ਗੁਰ, ਰਾਰੇ ਦੇ ਔਂਕੜ ਹੈ, ਇੱਥੇ ਰੁਕਣਾ ਹੈ। ਗੁਰ ਬਾਣੀ ਕਹੈ, ਗੁਰੂ ਬਾਣੀ ਕਹਿੰਦਾ ਹੈ। ਸੇਵਕ ਜਨ, ਸੇਵਕ ਜਨ ਉਸ ਬਾਣੀ ਨੂੰ ਮੰਨਦਾ ਹੈ, ਉਹਨਾਂ ਬਚਨਾਂ ਨੂੰ ਮੰਨਦਾ ਹੈ। ਫਿਰ ਹੁੰਦਾ ਕੀ ਹੈ? ਪ੍ਰਤੱਖ, ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਪ੍ਰਤੱਖ ਗੁਰੂ ਨਿਸਤਾਰੇ, ਗੁਰੂ ਬਖਸ਼ਿਸ਼ ਕਰੇ। ਇਸ ਆਪਾਂ ਵਿਚਾਰ ਕੀਤੀ ਸਤ ਸੰਗਤ ਦੀ। ਸਤ ਸੰਗਤ ਉਹਨੂੰ ਨਾ ਸਮਝ ਲੈਣਾ ਜਿੱਥੇ ਵਿਅਕਤੀਆਂ ਦੀਆਂ ਸਟੋਰੀਆਂ ਸੁਣਾਈਆਂ ਜਾ ਰਹੀਆਂ ਨੇ, ਸੋ ਕਾਲਡ ਵਿਅਕਤੀਆਂ ਦੀਆਂ ਕਾਰਨਾਮਿਆਂ ਦੀਆਂ, ਚਮਤਕਾਰਾਂ ਦੀਆਂ ਗੱਲਾਂ ਸੁਣਾਈਆਂ ਜਾਂਦੀਆਂ ਨੇ। ਸਤ ਸੰਗਤ ਉਹ ਹੈ
ਜਿੱਥੇ ਸੱਤ ਦੀ ਗੱਲ ਹੋ ਰਹੀ ਹੈ, ਸੱਤ ਦੀ ਸੰਗਤ ਕੀਤੀ ਜਾ ਰਹੀ। ਸੱਤ ਕੀ ਹੈ? ਪਰਮੇਸ਼ਰ, ਵਾਹਿਗੁਰੂ, ਅਕਾਲ ਪੁਰਖ, ਜੋ ਮਰਜ਼ੀ ਨਾਮ ਲੈ ਲਈ ਆਪਾਂ ਉਸ ਦਾ, ਉਹਦੀ ਵਿਚਾਰ ਚੱਲ ਰਹੀ ਹੈ, ਉਹਦਾ ਸੰਗ ਕੀਤਾ ਜਾ ਰਿਹਾ, ਉਹਨੂੰ ਸਤ ਸੰਗਤ ਕਿਹਾ ਜਾਂਦਾ ਹੈ। ਆਓ ਹੁਣ ਆਪਾਂ ਸਿੱਧ ਗੋਸ਼ਟ ਵਾਲੇ ਪਾਸੇ ਆਈਏ। ਪਹਿਲੇ ਦਿਨ ਜਿਸ ਦਿਨ ਆਪਾਂ ਆਰੰਭਤਾ ਕੀਤੀ ਸੀ, ਮੈਂ ਉਸ ਦਿਨ ਇੱਕ ਬੇਨਤੀ ਕੀਤੀ ਸੀ ਸਿੱਧਾਂ ਬਾਰੇ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਸਿੱਧ ਗੋਸ਼ਟ ਬਾਣੀ ਖਾਸ ਕਰਕੇ, ਸਾਨੂੰ ਫਿਰ ਸਮਝ ਆਉਂਦੀ ਹੈ ਕਿ ਉਹ ਜਿਹੜੇ ਗੁਰੂ ਨਾਨਕ ਸਾਹਿਬ ਜੀ ਨਾਲ ਵਿਚਾਰ ਕਰ ਰਹੇ ਨੇ, ਕੈਸੀ ਅਵਸਥਾ ਦੇ ਵਿੱਚ ਹੈ। ਕਿਉਂਕਿ ਅੱਜ ਦਾ ਜਿਹੜਾ ਸ਼ਬਦ ਹੈ ਨਾ, ਉਹ ਹੈ ਦੁਨੀਆ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ। ਇਹ ਸੰਸਾਰ ਜਿਹੜਾ ਹੈ, ਦੁੱਤਰ ਦਾ ਅਰਥ ਹੁੰਦਾ ਹੈ ਜਿਹਨੂੰ ਤਰਨਾ ਮੁਸ਼ਕਲ ਹੈ, ਦੁਸ਼ਤਰ, ਔਖਾ ਤਰਨਾ। ਇਹ ਤੋਂ ਪਾਰ ਕਿਵੇਂ ਹੋਇਆ ਜਾਵੇ? ਇਹ ਸਵਾਲ ਕਿਹਨਾਂ ਕੀਤਾ? ਉਹਨਾਂ ਸਿੱਧ ਲੋਕਾਂ ਨੇ, ਯੋਗੀ ਲੋਕਾਂ ਨੇ। ਉਹ ਜਦੋਂ ਉਹਨਾਂ ਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਸਵਾਲਾਂ ਦੀ ਗੱਲ ਕਰਦੇ ਨੇ, ਜਿੱਥੇ ਵੀ ਉਸ ਯੋਗੀ ਕੀ ਕਹਿ ਰਹੇ ਨੇ, ਉਹਦੇ 'ਚ ਇੱਕ ਬਚਨ ਆਇਆ, ਸ਼ਾਇਦ ਅੱਜ ਦੀ ਵਿਚਾਰ 'ਚ ਆਵੇਗਾ। ਉਹ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਨੇ ਵੀ ਅਸੀਂ ਸਵਾਲ ਕਰਨ ਲੱਗੇ ਹਾਂ, ਤੁਸੀਂ ਰੋਸ ਨਾ ਕੀਜੈ ਉੱਤਰ ਦੀਜੈ। ਤੁਸੀਂ ਗੁੱਸਾ ਨਹੀਂ ਕਰਨਾ, ਅਸੀਂ ਸਵਾਲ ਕਰਾਂਗੇ, ਤੁਸੀਂ ਗੁੱਸਾ ਨਾ ਕਰਿਓ, ਜਵਾਬ ਦੇਣਾ ਹੈ। ਇਹਦਾ ਮਤਲਬ ਕਿੰਨੇ ਸ਼ਾਂਤ ਨੇ ਉਹ, ਕਿੰਨੇ ਟਿਕੇ ਹੋਏ ਨੇ, ਜਿਹੜੇ ਗੁਰੂ ਸਾਹਿਬ ਜੀ ਨੂੰ ਕਹਿ ਰਹੇ ਗੁੱਸਾ ਨਹੀਂ ਕਰਨਾ, ਜਵਾਬ ਦੇਣਾ ਹੈ। ਮੈਂ ਮਹਿਸੂਸ ਕਰ ਰਿਹਾ ਸੀ, ਕਿਉਂਕਿ ਇਸ ਦੇ ਵਿੱਚ ਦੋ ਨੁਕਤੇ ਆਪਣੇ ਹੁਣ ਸਾਹਮਣੇ ਆਉਣੇ ਆ। ਇੱਕ ਤੇ ਇਹ, ਜੇ ਦੁਨੀਆ ਸਾਗਰ ਜਿਹੜੀ ਹੈ ਦੁੱਤਰ ਤਰੀਏ ਇੱਕ ਬਚਨ ਕੀਤਾ ਹੈ, ਤੇ ਗੁਰਬਾਣੀ ਦੇ ਵਿੱਚ ਇਸ ਸੰਸਾਰ ਨੂੰ ਇਹ ਜਗ ਸੱਚੇ ਕੀ ਹੈ ਕੋਠੜੀ ਵੀ ਕਿਹਾ ਹੈ। ਵੀ ਇਸ ਜਿਹੜਾ ਸੰਸਾਰ ਹੈ ਇਹ ਰੱਬ ਦਾ ਘਰ ਹੈ, ਸੱਚੇ ਕਾ ਵਿੱਚ ਵਾਸ। ਇਸ ਸੰਸਾਰ ਨੂੰ ਹਰ ਮੰਦਰ ਵੀ ਕਿਹਾ ਹੈ। ਇਸ ਸੰਸਾਰ ਨੂੰ ਕਹੇ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ। ਇਹਨੂੰ ਦੁੱਤਰ ਤਰੀਏ ਵੀ ਕਿਹਾ ਹੈ। ਇਹ ਦੋ ਭਾਵ ਕਿਉਂ? ਗੁਰਬਾਣੀ ਨੂੰ ਆਦਿ ਤੋਂ ਅੰਤ ਤੱਕ ਜਦੋਂ ਪੜ੍ਹਾਂਗੇ ਨਾ, ਇਹਦੇ 'ਚ ਇੱਕ ਬੜੀ ਖੂਬਸੂਰਤੀ ਹੈ ਕਿ ਗੁਰਬਾਣੀ ਕਿਤੇ ਵੀ ਸਵੈ ਵਿਰੋਧੀ ਨਹੀਂ ਹੈ। ਇੱਕੋ ਹੀ ਵਿਚਾਰ ਧਾਰਾ ਹੈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਇਹ ਨਹੀਂ ਵੀ ਕਿਤੇ ਹੋਰ ਤੇ ਦੂਜੇ ਪਾਸੇ ਹੋਰ ਪੱਖ ਕਿਹਾ ਗਿਆ ਹੈ, ਇੱਕੋ ਹੀ ਵਿਚਾਰਧਾਰਾ ਚੱਲ ਰਹੀ ਹੈ, ਇੱਕ ਹੀ ਧੁਰਾ ਹੈ। ਫਿਰ ਇਹ ਦੋ ਭਾਵ ਕਿਉਂ? ਇਹਨੂੰ ਸਮਝਣ ਲਈ ਥੋੜ੍ਹਾ ਜਿਹਾ ਆਪਾਂ ਨੂੰ ਹੁਣ ਸ਼ਬਦ ਦੇ ਵਿੱਚ ਰਹਿ ਕੇ ਹੀ ਵਿਚਾਰ ਜਿਹੜੀ ਖੋਲ੍ਹਣੀ ਆਪਾਂ, ਤਾਂ ਕਿ ਨੁਕਤਾ ਸਾਡੀ ਪਕੜ 'ਚ ਆ ਜਾਏ। ਮੇਰਾ ਭਾਵ ਇਹ ਨਹੀਂ ਹੈ ਕਿ ਮੈਂ ਪੰਗਤੀਆਂ ਦੇ ਅਰਥ ਕਰਕੇ, ਅੱਖਰੀ ਅਰਥ ਕਰਕੇ ਚਲੇ ਜਾਵਾਂ। ਮੇਰਾ ਭਾਵ ਹੈ ਜਿਹੜੀ ਸ਼ਬਦ ਦੀ ਵਿਚਾਰ ਕਰ ਰਹੇ ਪਕੜ 'ਚ ਆ ਜੇ, ਇਹਦਾ ਭਾਵ ਕੀ ਹੈ। ਆ ਮਾਰਚ ਦੇ ਵਿੱਚ ਚੇਤਰ ਦੇ ਮਹੀਨੇ ਦੀ ਆਰੰਭਤਾ ਹੋਣੀ ਹੈ, ਜਿਹਨੂੰ ਆਪਾਂ ਸੰਗਰਾਂਦ ਕਹਿੰਦੇ। ਵੈਸੇ ਸੰਗਰਾਂਦ ਸ਼ਬਦ ਗੁਰਮਤਿ ਦਾ ਸ਼ਬਦ ਨਹੀਂ ਹੈ, ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਮਹੀਨੇ ਦੀ ਆਰੰਭਤਾ ਦਾ ਦਿਹਾੜਾ। ਪਰ ਕਿਉਂਕਿ ਹੁਣ ਪ੍ਰਚਲਿਤ ਹੋ ਗਿਆ ਹੈ, ਇਸ ਲਈ ਸਭ ਥਾਵਾਂ 'ਤੇ ਚੱਲ ਰਿਹਾ ਹੈ। ਉਹਦੀ ਆਰੰਭਤਾ ਚੇਤ ਤੋਂ ਹੁੰਦੀ ਹੈ ਅਤੇ ਸਮਾਪਤੀ ਪੂਰੇ ਉਸ ਸਾਲ ਦੀ ਹੁੰਦੀ ਹੈ ਫੱਗਣ 'ਚ ਜਾ ਕੇ। ਚੇਤ ਤੇ ਫੱਗਣ ਦੇ 2 ਮਹੀਨੇ ਐਸੇ ਨੇ, ਕਿਉਂਕਿ 2-2 ਮਹੀਨਿਆਂ ਦੇ ਰੁੱਤਾਂ ਨੇ, 6 ਰੁੱਤਾਂ ਨੇ। ਖੱਟ ਰੁੱਤ ਦਾ ਜ਼ਿਕਰ ਹੈ ਗੁਰਬਾਣੀ ਵਿੱਚ ਵੀ। ਇਹ ਦੋਨੋਂ ਮਹੀਨੇ ਬਸੰਤ ਰੁੱਤ ਨਾਲ ਸੰਬੰਧਿਤ ਹੈ। ਚੇਤ, ਬਸੰਤ, ਭਲਾ ਗੁਰਬਾਣੀ ਦਾ ਵਚਨ ਹੈ। ਬਸੰਤ ਰੁੱਤ ਕੀ ਹੈ? ਇਹਦੇ ਵਿੱਚੋਂ ਸਾਨੂੰ ਇਹ ਜਿਹੜੇ ਯੋਗੀ ਲੋਕ ਸੀ ਨਾ, ਜਿਨ੍ਹਾਂ ਨੂੰ ਇਹਨਾਂ ਮੈਂ ਸ਼ਾਂਤ ਚਿੱਤ ਜ਼ਿਕਰ ਕੀਤਾ ਹੈ ਗੁਰਬਾਣੀ ਮੁਤਾਬਕ ਨੇ, ਇਹਨਾਂ ਨੂੰ ਕੁਰਾਹੇ ਪਏ ਹੋਏ ਗੁਰੂ ਸਾਹਿਬ ਜੀ ਨੇ ਸਾਬਤ ਕੀਤਾ। ਉਹਦਾ ਕਾਰਨ ਕੀ ਸੀ? ਇਹਦੇ ਵਿੱਚੋਂ ਅਰਥ ਮਿਲ ਜਾਏਗਾ। ਬਸੰਤ ਰੁੱਤ ਦਾ ਅਰਥ ਹੁੰਦਾ ਹੈ ਜਿੱਥੇ ਠੰਡਕ ਵੀ ਹੈ ਤੇ ਗਰਮੀ ਵੀ ਹੈ, ਦੋਨੋਂ ਚੀਜ਼ਾਂ ਇਕੱਠੀਆਂ ਨੇ। ਉਹਨੂੰ ਕਹਿੰਦੇ ਬਸੰਤ ਰੁੱਤ। ਬੜੀ ਸੁਹਾਵਣੀ ਰੁੱਤ ਹੁੰਦੀ ਹੈ। ਜਦੋਂ ਠੰਡਕ ਵਿੱਚੋਂ ਘਟਣੀ ਸ਼ੁਰੂ ਹੋ ਜਾਂਦੀ ਹੈ ਜਾਂ ਖਤਮ ਹੋ ਜਾਂਦੀ, ਤੇ ਗਰਮੀ ਦੀ ਰੁੱਤ ਜਿਹੜੀ ਹੈ ਉਹ ਫਿਰ ਗਾਂ ਸ਼ੁਰੂ ਹੋ ਜਾਂਦੀ ਹੈ।
ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇੱਕ ਸ਼ਬਦ ਬੜਾ ਖੂਬਸੂਰਤ ਉਚਾਰਨ ਕੀਤਾ। ਜਦੋਂ ਜੇਠ ਹਾੜ ਦੀ ਤਪਸ਼ ਹੁੰਦੀ ਹੈ, ਗੁਰੂ ਸਾਹਿਬ ਜੀ ਕਹਿੰਦੇ ਕਲਮਲ ਹੋਈ ਮੇਦਨੀ। ਮੇਦਨੀ ਦਾ ਭਾਵ ਹੈ ਧਰਤੀ। ਕਲਮਲ, ਕਲ ਕਹਿੰਦੇ ਨੇ ਕਹਿ ਲਓ ਤਪਸ਼, ਗਰਮੀ। ਮਲ ਕਹਿੰਦੇ ਨੇ ਮੈਲ, ਧੂੜ। ਤੁਹਾਨੂੰ ਪਤਾ ਹੋਵੇਗਾ ਜਿਵੇਂ ਜਿਵੇਂ ਗਰਮੀ ਵੱਧਦੀ ਹੈ ਨਾ, ਤੇ ਜਿਹੜੀ ਜ਼ਮੀਨ ਦੇ ਉੱਪਰਲੀ ਮਿੱਟੀ ਹੁੰਦੀ ਹੈ ਨਾ, ਉਹ ਧੂੜ ਬਣ ਜਾਂਦੀ ਹੈ, ਕਿਉਂਕਿ ਉਹਦੇ ਚੋਂ ਨਮੀ ਸੁੱਕ ਜਾਂਦੀ ਹੈ। ਉਹ ਥੋੜ੍ਹਾ ਜਿਹਾ ਹਵਾ ਦਾ ਕਿਤੇ ਝੋਕਾ ਆਉਂਦਾ ਹੈ, ਉਹ ਉੱਡਦੀ ਹੈ, ਉਹ ਕਿਸੇ ਦੇ ਸਰੀਰ 'ਤੇ ਜਾ ਕੇ ਲੱਗਦੀ ਹੈ, ਕਿਤੇ ਲੱਗਦੀ, ਉਹਨੂੰ ਕਹਿੰਦੇ ਮੈਲ ਲੱਗ ਗਈ। ਉਹ ਉੱਡਦੀ ਫਿਰਦੀ ਹੈ, ਧੂੜ ਬਣ ਕੇ ਉੱਡਦੀ ਫਿਰਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਕਲਮਲ ਹੋਈ ਮੇਦਨੀ। ਜਦੋਂ ਧਰਤੀ ਦੀ ਇਹ ਹਾਲਤ ਹੋ ਗਈ ਕਿ ਉਹਦੀ ਜਿਹੜੀ ਮਿੱਟੀ ਹੈ ਉਹ ਜਦੋਂ ਧੂੜ ਬਣ ਕੇ ਉੱਡਣ ਲੱਗ ਪਈ, ਮੈਲ ਬਣਨ ਲੱਗ ਪਈ ਤਪਸ਼ ਦੇ ਨਾਲ, ਅਰਦਾਸ ਕਰੇ ਲਿਵ ਲਾਏ। ਉਹਨੇ ਫਿਰ ਅਰਦਾਸ ਕੀਤੀ ਮਾਲਕ ਦੇ ਅੱਗੇ, ਜਿਸ ਮਾਲਕ ਨੇ ਉਹਨੂੰ ਬਣਾਇਆ, ਸਿਰਜਿਆ, ਸਿਰਜਣਹਾਰ ਦੇ ਅੱਗੇ। ਇਹ ਮੇਰੇ ਮਾਲਕ, ਤੂੰ ਮੈਨੂੰ ਸਿਰਜਿਆ ਹੈ, ਪਰ ਐਸ ਤਪਸ਼ ਨੇ ਆ ਦੇਖ ਮੇਰਾ ਹਸ਼ਰ ਕੀ ਕਰ ਦਿੱਤਾ। ਮੇਰੇ ਅੰਦਰ ਦੀ ਨਮੀ ਸੁਕਾ ਦਿੱਤੀ ਹੈ, ਸੁੱਕ ਗਈ ਹੈ ਨਮੀ, ਤੇ ਮੇਰੀ ਜਿਹੜੀ ਉੱਪਰਲੀ ਸਤ੍ਹਾ ਹੈ, ਮਿੱਟੀ ਹੈ, ਧੂੜ ਬਣ ਕੇ ਉੱਡਣ ਲੱਗ ਪਈ ਹੈ। ਮੇਰੇ ਤੇ ਬਖਸ਼ਿਸ਼ ਕਰ, ਰਹਿਮਤ ਕਰ, ਇਸ ਤਪਸ਼ ਤੋਂ ਛੁਟਕਾਰਾ ਮਿਲ ਜਾਏ। ਮੈਂ ਭਟਕਾਂ ਨਾ, ਇਹ ਨਾ ਇੱਥੋਂ ਉੱਡ ਕੇ ਹਵਾ ਨਾਲ ਉੱਥੇ ਚਲ ਜਾ, ਉੱਧਰੋਂ ਉੱਡ ਕੇ ਕਿਤੇ ਹੋਰ ਚਲੇ ਜਾਵਾਂ। ਮੈਂ ਭਟਕਾਂ ਨਾ, ਮੇਰੇ ਤੇ ਕਿਰਪਾ ਕਰ। ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ। ਸੱਚੇ ਦਾ ਅਰਥ ਹੈ ਪ੍ਰਮਾਤਮਾ, ਕੰਨ ਦੇ ਦਾ ਅਰਥ ਹੁੰਦਾ ਧਿਆਨ ਨਾਲ ਗੌਰ ਕਰਨਾ, ਕਿਸੇ ਚੀਜ਼ ਨੂੰ ਗੌਰ ਨਾਲ ਸੁਣਨਾ। ਜਦੋਂ ਸਿਰਜਣਹਾਰ ਦੇ ਅੱਗੇ ਅਰਦਾਸ ਕੀਤੀ ਤੇ ਸਿਰਜਣਹਾਰ ਨੇ ਸੁਣਿਆ। ਮੇਰੀ ਪੈਦਾ ਕੀਤੀ ਹੋਈ, ਮੇਰੀ ਸਿਰਜੀ ਹੋਈ, ਮੇਰੀ ਬਣਾਈ ਹੋਈ ਧਰਤੀ ਮੇਰੇ ਅੱਗੇ ਪੁਕਾਰ ਕਰ ਰਹੀ ਹੈ। ਬੜਾ ਖੂਬਸੂਰਤ ਨੁਕਤਾ ਜੀ। ਜਿਸ ਮਾਲਕ ਨੇ ਪੈਦਾ ਕੀਤਾ, ਜਦੋਂ ਉਸ ਮਾਲਕ ਦੇ ਅੱਗੇ ਅਰਜ਼ੋਈ ਤੇ ਅਰਦਾਸ ਕਰਦੇ ਆ ਨਾ, ਉਹ ਮਾਲਕ ਸੁਣਦਾ ਜ਼ਰੂਰ ਹੈ। ਤੁਸੀਂ ਕਹੋਗੇ ਕਿ ਅਰਦਾਸਾਂ ਤੇ ਆਪਾਂ ਵੀ ਸਾਰੇ ਕਰਦੇ ਹੀ ਆ, ਪਰ ਸਾਡੀ ਤੇ ਸੁਣੀ ਨਹੀਂ ਜਾਂਦੀ। ਕਾਰਨ ਕੀ, ਰੀਜ਼ਨ ਕੀ ਇਹਦਾ? ਇਹਦਾ ਇੱਕ ਹੀ ਰੀਜ਼ਨ ਹੋ ਸਕਦਾ ਹੈ ਕਿ ਜਿੰਨੇ ਪੈਦਾ ਕੀਤਾ ਸੀ ਉਹਦੇ ਅੱਗੇ ਨਹੀਂ ਕਰ ਰਹੇ। ਅਸੀਂ ਉਹਦੇ ਅੱਗੇ ਕਰ ਰਹੇ ਹਾਂ ਜਿਹੜਾ ਸਾਨੂੰ ਵਿਅਕਤੀਆਂ ਨੇ ਦੱਸਿਆ ਕਿ ਉਹ ਇਹੋ ਜਿਹਾ ਜਾਂ ਇੱਥੇ ਹੈ। ਜਿਸ ਮਾਲਕ ਪਰਮੇਸ਼ਰ ਅਕਾਲ ਪੁਰਖ ਨੇ ਪੈਦਾ ਕੀਤਾ, ਉਹਦੇ ਅੱਗੇ ਨਹੀਂ ਕਰ ਰਹੇ। ਜਿਹੜਾ ਵਿਅਕਤੀਆਂ ਨੇ ਸਾਨੂੰ ਦੱਸਿਆ ਨਾ, ਆਹ ਜਗ੍ਹਾ ਬੜੀ ਪਾਵਰਫੁੱਲ ਹੈ, ਇਹ ਜਗ੍ਹਾ ਬੜੀ ਇਸ ਤਰ੍ਹਾਂ ਹੈ, ਇਹ ਥਾਂ ਦੇ ਉੱਤੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ, ਜਿੱਥੇ ਸਾਨੂੰ ਵਿਅਕਤੀਆਂ ਨੇ ਕਿਹਾ ਸੀ ਉੱਥੇ ਕਰ ਰਹੇ ਹਾਂ। ਜਿਸ ਮਾਲਕ ਨੇ ਪੈਦਾ ਕੀਤਾ ਉਹਦੇ ਅੱਗੇ ਨਹੀਂ। ਜੇ ਕਿਤੇ ਉਹਦੇ ਅੱਗੇ ਕੀਤਾ ਹੋਵੇ ਨਾ ਅਰਦਾਸ, ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਪੈਦਾ ਕਰਨ ਵਾਲਾ ਅਕਾਲ ਪੁਰਖ ਆਪਣੀ ਪੈਦਾ ਕੀਤੀ ਹੋਈ ਰਚਨਾ ਜਿਹੜੀ ਹੈ ਉਹਦੀ ਸੁਣਦਾ ਨਾ ਹੋਵੇ। ਉਹਦੇ ਬਾਰੇ ਤੇ ਬਹੁਤ ਖੂਬਸੂਰਤ ਬਚਨ ਹੈ ਬਾਣੀ ਅੰਦਰ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ। ਜਿਹਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਹੀ ਇਹਦੀ ਸੰਭਾਲ ਕਰੇ, ਉਹ ਸਾਰ ਲੈਂਦਾ ਇਹਦੀ। ਗੁਰੂ ਬਖਸ਼ਿਸ਼ ਕਰੇ ਕਿਤੇ ਨੁਕਤਾ ਸਾਡੀ ਪਕੜ ਚ ਆ ਜਾਏ। ਫਿਰ ਮੈਂ ਦੁਹਰਾਵਾਂ, ਸਿਰਜਣਹਾਰ ਜਿਹਨੇ ਪੈਦਾ ਕੀਤਾ ਹੈ, ਕਿਹੜਾ ਖੂਬਸੂਰਤ ਬਚਨ ਹੈ, ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਾਂ ਤੁਮ ਰਾਖਣ ਹਾਰੇ। ਕਿਉਂਕਿ ਉੱਥੇ ਕਿਸੇ ਵਿਅਕਤੀ ਦੇ ਕਹਿਣ ਦੇ ਮੁਤਾਬਕ ਨਹੀਂ ਕੀਤਾ ਜਾ ਰਿਹਾ, ਫਲਾਣੀ ਥਾਂ ਤੇ ਇਸ ਤਰੀਕੇ ਨਾਲ। ਖੈਰ, ਗੁਰੂ ਸਾਹਿਬ ਦਾ ਬਚਨ, ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ, ਇੰਦਰੈ ਨੂੰ ਫਰਮਾਇਆ ਵੁੱਠਾ ਸ਼ੈਬਰ ਲਾਏ। ਜਦੋਂ ਅਕਾਲ ਪੁਰਖ ਸਿਰਜਣਹਾਰ ਦੇ ਅੱਗੇ ਅਰਦਾਸ ਕੀਤੀ, ਸਿਰਜਣਹਾਰ ਦਾ ਹੁਕਮ ਵਰਤਿਆ ਤੇ ਸ਼ੈਬਰ ਲੱਗ ਗਈ, ਬੱਦਲਾਂ ਨੇ ਬਰਸਾਤ ਕਰ ਦਿੱਤੀ। ਸਾਵਣ ਦਾ ਮਹੀਨਾ ਆ ਗਿਆ।
ਸਾਵਣ ਦਾ ਮਹੀਨਾ ਆਇਆ, ਨਮੀ ਜਦੋਂ ਜਿਹੜੀ ਸੀ ਉਹ ਮਿੱਟੀ ਦੇ ਵਿੱਚ ਆ ਗਈ, ਧੂੜ ਬਣ ਕੇ ਉੱਡਣੋਂ ਬੰਦ ਹੋ ਗਈ। ਹੋਇਆ ਕੀ? ਬਰਸਾਤ ਹੋਈ, ਗਰਮੀ ਦੀ ਰੁੱਤ, ਤਪਸ਼ ਜਿਹੜੀ ਸੀ ਉਹਦੇ ਤੋਂ ਮੁਕਤੀ ਮਿਲ ਗਈ, ਅੱਗੇ ਠੰਡਕ ਸ਼ੁਰੂ ਹੋ ਗਈ। ਪਰ ਠੰਡਕ ਦੇ ਵਿੱਚ ਆ ਕੇ ਗਰਮੀ ਜਿਹੜੀ ਸੀ ਉਹ ਖਤਮ ਹੋ ਗਈ, ਤਪਸ਼ ਖਤਮ ਹੋ ਗਈ। ਉਹੀ ਠੰਡ ਜਿਹੜੀ ਸੀ ਫਿਰ ਦੁੱਖ ਦੇਣ ਲੱਗ ਪਈ। ਇੱਕ ਨਾ ਬਚਨ ਆਉਂਦਾ ਬਾਣੀ ਵਿੱਚ ਵੀ, ਇੱਥੇ ਆਪਣੇ ਸਨੋ ਪੈਂਦੀ ਹੈ ਜਦੋਂ ਜ਼ਿਆਦਾ ਠੰਡ ਹੋਵੇ। ਇੰਡੀਆ ਵਿੱਚ ਕੀ ਹੁੰਦਾ ਹੈ, ਆਪਾਂ ਜਿਸ ਤਰ੍ਹਾਂ ਮਾਝੇ ਦੇ ਇਲਾਕੇ 'ਚ ਕਹਿੰਦੇ ਗੜੇ ਪੈ ਜਾਣੇ, ਮੇਰੇ ਖਿਆਲ ਮਾਲ ਵਿੱਚ ਔਲੇ ਕਹਿੰਦੇ ਨੇ। ਇੱਕ ਮੀਂਹ ਪੈਂਦਾ ਹੈ, ਫਿਰ ਔਲੇ ਪੈਂਦੇ ਨੇ, ਜਿਹਦੇ ਨਾਲ ਫਸਲ ਬਰਬਾਦ ਹੋ ਜਾਂਦੀ ਹੈ, ਜਾਂ ਗੜੇ ਪੈ ਜਾਣੇ, ਗੜੇ ਮਾਰ ਹੋ ਗਈ ਆਪਾਂ ਕਹਿ ਦਿੰਦੇ ਹਾਂ। ਉਹ ਹੈ ਕੀ? ਅਸਲ 'ਚ ਉਹ ਪਾਣੀ ਹੈ, ਉਹੀ ਪਾਣੀ ਜਿਹੜਾ ਮੀਂਹ ਦਾ ਹੈ। ਹੋਇਆ ਇਹ ਕਿ ਉਹ ਇੰਨੀ ਜ਼ਿਆਦਾ ਠੰਡਕ ਹੋ ਗਈ ਕਿ ਉਹ ਪਾਣੀ ਜੰਮ ਕੇ ਬਰਫ਼ ਬਣ ਗਿਆ, ਤੇ ਬਰਫ਼ ਦੇ ਢੇਲੇ ਬਣ ਬਣ ਕੇ ਡਿੱਗਣ ਲੱਗ ਪਿਆ। ਉਹ ਬਰਫ਼ ਦੇ ਢੇਲੇ ਫਿਰ ਜਿੱਥੇ ਡਿੱਗੇ ਉਹਨਾਂ ਨੇ ਵਿਨਾਸ਼ ਕੀਤਾ, ਫਸਲ ਬਰਬਾਦ ਕਰ ਦਿੱਤੀ। ਪੱਕੀਆਂ ਫਸਲਾਂ ਖਤਮ ਹੋ ਜਾਂਦੀਆਂ ਨੇ, ਬਰਬਾਦ ਕਰ ਦਿੰਦੇ ਨੇ। ਹੁਣ ਇਹਨਾਂ ਦੋਨਾਂ ਚੀਜ਼ਾਂ ਦਾ ਅਰਥ ਕੀ ਹੈ? ਤਪਸ਼ ਹੈ ਸੰਸਾਰ। ਤਪਸ਼ ਕੀ ਹੈ? ਸੰਸਾਰ। ਠੰਡ ਕੀ ਹੈ? ਪਰਮੇਸ਼ਰ ਦਾ ਨਾਮ। ਗੁਰਬਾਣੀ ਦਾ ਬਚਨ ਹੈ, ਆਤਿਸ਼ ਦੁਨੀਆ। ਆਤਿਸ਼ ਕਹਿੰਦੇ ਨੇ ਅੱਗ ਨੂੰ, ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਆਤਿਸ਼ਬਾਜ਼ੀ ਦੀਵਾਲੀ 'ਤੇ ਲੋਕੀ ਚਲਾਉਂਦੇ ਆ, ਜਾਂ ਕਿਸੇ ਖੁਸ਼ੀ ਦੇ ਹੋਰ ਤਿਉਹਾਰ 'ਤੇ। ਬਾਜੀ ਕਹਿੰਦੇ ਖਿਡੌਣਾ, ਆਤਿਸ਼ ਅੱਗ, ਅੱਗ ਦਾ ਖਿਡੌਣਾ ਜਿਹ 'ਚ ਪਟਾਕੇ ਚੱਲਦੇ ਆ, ਆਤਿਸ਼ਬਾਜ਼ੀ। ਇਹ ਸੰਸਾਰ ਆਤਿਸ਼ ਹੈ, ਤਪਸ਼ ਹੈ, ਇਹਦੇ 'ਚ ਅੱਗ ਹੈ। ਅੱਗ ਦਾ ਇੱਕ ਸੁਭਾਅ ਹੈ, ਜਿਹੜੀ ਚੀਜ਼ ਨੂੰ ਵੀ ਤੁਸੀਂ ਅੱਗ ਦੇ ਉੱਤੇ ਰੱਖੋਗੇ ਉਹਨੇ ਟਿਕਣ ਨਹੀਂ ਦੇਣਾ। ਦੁੱਧ ਰੱਖੋਗੇ, ਉਬਲ ਕੇ ਬਾਹਰ ਨੂੰ ਆਵੇਗਾ। ਮੱਕੀ ਦੇ ਦਾਣੇ ਹੁਣ ਤੇ ਖੈਰ ਛੱਡ ਦਿੱਤੇ ਲੋਕਾਂ ਨੇ, ਹੁਣ ਤੇ ਹੋਰ ਹੀ ਸਿਸਟਮ ਆ ਗਿਆ ਹੈ। ਪਹਿਲਾਂ ਕੀ ਹੁੰਦਾ ਸੀ, ਕੜਾਹੀ ਦੇ ਵਿੱਚ ਰੇਤ ਜਾਂ ਕੁਛ ਪਾ ਲੈਣਾ ਤੇ ਮੱਕੀ ਦੇ ਦਾਣੇ 'ਚ ਰੱਖ ਦੇਣੇ, ਥੱਲੇ ਅੱਗ ਬਾਲਣੀ ਭੱਠੀ ਦੇ ਵਿੱਚ। ਜਿਵੇਂ ਜਿਵੇਂ ਅੱਗ ਦਾ ਸੇਕ ਲੱਗਣਾ, ਉੱਪਰ ਨੂੰ ਉੱਛਲਣੇ, ਉਹਨਾਂ ਨੇ ਪਾੜ ਜਾਣਾ। ਰੋਟੀ ਕਿੱਡੀ ਸ਼ਾਂਤ ਹੈ, ਤਵੇ ਤੇ ਪਾਉਨੇ ਜੋ ਸੇਕ ਲੱਗਦਾ ਹੈ, ਉੱਪਰ ਨੂੰ ਉੱਠਦੀ ਹੈ। ਅੱਗ ਦਾ ਸੁਭਾਅ ਹੈ, ਤਪਸ਼ ਦਾ ਸੁਭਾਅ ਹੈ, ਉਹਨੇ ਟਿਕੇ ਨਹੀਂ ਰਹਿਣ ਦੇਣਾ, ਉਹਨੇ ਭਟਕਾਉਣਾ ਹੈ। ਸੰਸਾਰ ਦਾ, ਦੁਨੀਆ ਦਾ ਸੁਭਾਅ ਹੈ, ਇਹਦੀ ਤਸਵੀਰ ਹੈ। ਜਿਹੜਾ ਜ਼ਿਆਦਾ ਪਦਾਰਥਾਂ ਨਾਲ ਜਾਂ ਸੰਸਾਰ ਨਾਲ ਜੁੜਿਆ ਹੈ, ਉਹਦੇ ਜੀਵਨ 'ਚ ਕਦੇ ਟਿਕਾ ਨਹੀਂ ਹੋ ਸਕਦਾ, ਉਹ ਭਟਕਦਾ ਹੀ ਰਹਿੰਦਾ ਹੈ। ਉਹਦੀ ਓਨੀ ਭਟਕਣਾ ਜ਼ਿਆਦੀ ਹੋਵੇਗੀ। ਇਹਨੂੰ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਖੁਨਕ ਦਾ ਅਰਥ ਹੈ ਠੰਡਕ। ਪਰਮੇਸ਼ਰ ਦਾ ਨਾਮ, ਖੁਦਾ ਦਾ ਨਾਮ ਠੰਡ ਹੈ। ਪਰ ਜੇ ਕੱਲੀ ਠੰਡ ਹੋਵੇ, ਕੱਲੀ ਠੰਡ ਹੋਵੇ, ਉਹ ਫਿਰ ਉਹ ਗੜੇ ਬਣ ਜਾਂਦੀ ਹੈ, ਉਹ ਵੀ ਵਿਨਾਸ਼ ਕਰਦੀ ਹੈ। ਇਹੀ ਕਾਰਨ ਦੁਨੀਆ ਦੀ ਹਿਸਟਰੀ ਪੜ੍ਹ ਕੇ ਦੇਖੀਏ, ਦੁਨੀਆ ਵਿੱਚ ਹੋ ਸਕਦਾ ਰਾਜਿਆਂ ਮਹਾਰਾਜਿਆਂ ਨੇ ਓਨਾ ਜ਼ੁਲਮ ਨਾ ਕੀਤਾ ਹੋਵੇ ਜਿੰਨਾ ਧਾਰਮਿਕ ਅਖਵਾਉਣ ਵਾਲੇ ਲੋਕਾਂ ਨੇ ਜ਼ੁਲਮ ਕੀਤਾ ਦੁਨੀਆ 'ਚ। 1984 ਦੇ ਵਿੱਚ ਨਾ ਸਿੱਖਾਂ ਦੀ ਕਤਲੇਆਮ ਜਦੋਂ ਨਵੰਬਰ 'ਚ ਹੋਈ, ਮੈਂ ਦਿੱਲੀ ਰਿਹਾ ਕਾਫੀ ਸਮਾਂ। ਅਜੇ ਵੀ ਉਹ ਪਰਿਵਾਰ ਜਿਨ੍ਹਾਂ ਨੇ ਉਹ ਸੇਕ ਹੰਢਾਇਆ, ਉਹ ਦੱਸਦੇ, ਕੋਈ ਕਹਿੰਦਾ ਸਾਡੇ ਜਿਹੜੇ ਸੀ ਪਰਿਵਾਰ ਦੇ ਜੀਅ ਸੀ, ਉਹਨਾਂ ਦੇ ਗਲ 'ਚ ਟਾਇਰ ਪਾ ਕੇ ਜਿਉਂਦਿਆਂ ਨੂੰ ਅੱਗ ਲਾਈ, ਜਿਉਂਦਿਆਂ ਨੂੰ ਅੱਗ ਵਿੱਚ ਸੁੱਟ ਦਿੱਤਾ, ਬੱਚਿਆਂ ਨੂੰ। ਉਹ ਜੋ ਸੁਣੀਦਾ ਨਾ ਤੇ ਅੰਦਰ ਹਿੱਲ ਜਾਂਦਾ ਹੈ ਵੀ ਜਿਉਂਦਾ ਬੰਦਾ ਸਾੜ ਦਿੱਤਾ, ਜਿਉਂਦੇ ਬੱਚੇ ਸਾੜ ਦਿੱਤੇ। ਨਨਕਾਣਾ ਸਾਹਿਬਾ ਪਿਛਲੇ ਦਿਨੀ ਸਾਕਾ ਜਿਹੜਾ ਉਹ ਲੰਘਿਆ ਹੈ, 21 ਤਰੀਕ ਨੂੰ ਸੀ, ਜਿਹੜੇ ਗਏ ਸਨ ਉੱਥੇ ਨਨਕਾਣਾ ਸਾਹਿਬ ਆਜ਼ਾਦ ਕਰਾਉਣ ਵਾਸਤੇ, ਉਹਨਾਂ ਵਿੱਚੋਂ ਜਿਹੜੇ ਕਈ ਸਿੱਖ ਬੱਚੇ ਸੀ ਜਿਨ੍ਹਾਂ ਨੂੰ ਭੱਠੀਆਂ 'ਚ ਜਿਉਂਦਿਆਂ ਝੋਕ ਦਿੱਤਾ ਸੀ। ਪਰ ਕਦੇ ਗੌਰ ਨਾਲ ਦੇਖੋ, ਧਾਰਮਿਕ ਅਖਵਾਉਣ ਵਾਲੇ ਲੋਕਾਂ ਨੇ ਸਤੀ ਪ੍ਰਥਾ ਨਾਂ ਦੇ ਹੇਠ ਇੱਕ ਨਹੀਂ, ਦੋ ਨਹੀਂ, ਹਜ਼ਾਰ ਨਹੀਂ, ਪਤਾ ਹੀ ਨਹੀਂ ਕਿੰਨੇ ਕੁ ਲੱਖਾਂ ਬੱਚੀਆਂ, ਲੱਖਾਂ ਧੀਆਂ, ਜਿਨ੍ਹਾਂ ਦੇ ਘਰ ਵਾਲੇ ਕਿ ਡੈਥ ਹੋ ਜਾਂਦੀ ਸੀ, ਜਿਉਂਦਿਆਂ ਨੂੰ ਚਿਖਾ ਦੇ ਉੱਤੇ ਬਿਠਾ ਕੇ ਸਤੀ ਪ੍ਰਥਾ ਦੇ ਨਾਂ ਦੇ ਹੇਠ ਅੱਗ ਲਾ ਕੇ ਸਾੜ ਦਿੱਤਾ ਜਾਂਦਾ। ਕਿੰਨਾ ਜ਼ੁਲਮ,
ਕਿੰਨਾ ਜ਼ੁਲਮ ਹੋਇਆ, ਜਿਉਂਦਿਆਂ ਅੱਗ ਲਾ ਕੇ ਬੱਚਿਆਂ ਨੂੰ ਸਾੜ ਦੇਣਾ। ਇੰਨਾ ਜ਼ੁਲਮ ਧਾਰਮਿਕ ਲੋਕਾਂ ਵੱਲੋਂ, ਕਿਉਂਕਿ ਠੰਡਕ ਤੇ ਹੈ, ਪਰ ਕੱਲੀ ਠੰਡ ਜਿਹੜੀ ਸੀ ਉਹਨਾਂ ਨੇ ਬਰਫ਼ ਬਣਾ ਦਿੱਤਾ, ਉਹਨਾਂ ਲੋਕਾਂ ਨੂੰ ਕੱਟੜ ਬਣਾ ਦਿੱਤਾ, ਉਹਨਾਂ ਲੋਕਾਂ ਨੂੰ ਕੱਟੜ ਹੋ, ਅੱਤ ਦੇ ਕੱਟੜ। ਧਾਰਮਿਕ ਕੱਟੜਤਾ ਜਿੰਨੀ ਨੁਕਸਾਨ ਕਰਦੀ ਹੈ ਨਾ, ਸ਼ਾਇਦ ਕੋਈ ਹੋਰ ਚੀਜ਼ ਕਰਦੀ ਹੋਵੇਗੀ। ਸਾਹਿਬਜ਼ਾਦਿਆਂ ਤੇ ਜ਼ੁਲਮ ਵੇਖ ਲਓ, ਹੋਰ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ ਕਿੰਨਾ ਕੁਛ ਵਾਪਰਿਆ ਧਰਮ ਦੇ ਨਾਂ ਦੇ ਉੱਤੇ। 1.25 ਲੱਖ ਲੋਕ ਜਨੇਊ ਉਤਾਰ ਕੇ ਮਾਰ ਦਿੱਤੇ ਗਏ। ਹੁਣ ਹੀ ਦੇਖ ਲਓ ਤੁਸੀਂ, ਕੈਨੇਡਾ ਦੇ ਵਿੱਚ ਹੀ ਕਿੰਨੇ ਸਕੂਲ ਪੁਰਾਣੇ, ਉਹਨਾਂ ਦੇ ਵਿੱਚ ਥੱਲਿਓਂ ਖੋਦਾਈ ਕਰਦੇ ਨੇ, ਕਬਰਾਂ ਨਿਕਲ, ਕੀ ਕੁਛ ਨਿਕਲ ਰਿਹਾ ਹੈ। ਕੱਟੜਤਾ, ਜਾਂ ਰਾਜਸੀ ਕੱਟੜਤਾ, ਜਾਂ ਧਾਰਮਿਕ ਕੱਟੜਤਾ, ਜਾਂ ਤਪਸ਼ ਅੱਗ ਨਿਰੀ, ਜਾਂ ਨਿਰੀ ਬਰਫ਼ ਦੇ ਗੋਲੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਤਾ ਸੀ ਇਹ ਲੋਕ ਬਿਲਕੁਲ ਕਠੋਰ ਹੋ ਗਏ ਨੇ, ਧਰਮ ਦੇ ਨਾਂ ਤੇ ਕਠੋਰ ਹੋ ਗਏ ਨੇ, ਬਰਫ਼ ਬਣ ਚੁੱਕੇ ਨੇ, ਇਹ ਵਿਨਾਸ਼ਕਾਰੀ ਨੇ। ਬੇਸ਼ੱਕ ਪਹਾੜਾਂ ਤੇ ਆ ਕੇ ਬੈਠੇ, ਕਿਤੇ ਵੀ ਬੈਠੇ ਨੇ, ਇਹ ਵਿਨਾਸ਼ਕਾਰੀ ਨੇ। ਇਹ ਕੱਟੜਤਾ ਨਹੀਂ ਚਾਹੀਦੀ, ਇਹ ਕਠੋਰਤਾ ਨਹੀਂ ਚਾਹੀਦੀ, ਨਿਰਮਲਤਾ ਚਾਹੀਦੀ ਹੈ, ਨਿਰਮਲਤਾ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਉਹਨਾਂ ਯੋਗੀਆਂ ਨਾਲ ਜਾ ਕੇ ਗੱਲ ਕਰਦੇ ਨੇ। ਜੇ ਸੰਸਾਰ ਵਿੱਚ ਰਹਿਣ ਵਾਲੇ ਸੰਸਾਰੀ ਕੁਰਾਏ ਪਏ ਹੋਏ ਨੇ, ਰਾਜੇ ਮਹਾਰਾਜੇ ਤੇ ਹੋਰ ਲੋਕ, ਤੇ ਤੁਸੀਂ ਵੀ ਧਾਰਮਿਕ ਅਖਵਾਉਣ ਵਾਲੇ ਜਿਹੜੇ ਜੇ, ਉਹਨਾਂ ਤੋਂ ਵੀ ਜ਼ਿਆਦਾ ਖਤਰਨਾਕ ਹੋ ਗਏ ਜੀ। ਬਸੰਤ ਰੁੱਤ ਚਾਹੀਦੀ ਹੈ, ਬਸੰਤ ਰੁੱਤ ਵਾਲੇ ਪਾਸੇ ਆਓ। ਸੰਸਾਰ ਵੀ ਨਾਲ ਹੋਵੇ, ਨਿਰੰਕਾਰ ਵੀ ਨਾਲ ਹੋਵੇ। ਗੁਰਬਾਣੀ ਵਿੱਚ ਇਹਨੂੰ ਇਸ ਤਰੀਕੇ ਨਾਲ ਬਿਆਨ ਕੀਤਾ ਹੈ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਲੋਕਾਂ ਨਾਲ ਮੇਰਾ ਠਾਠਾ ਬਾਗਾ ਵੀ ਹੋਵੇ, ਚਿੱਤ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਵੇ, ਅੰਦਰ ਪਰਮੇਸ਼ਰ ਨਾਲ ਹੋਵੇ, ਬਾਹਰ ਸੰਸਾਰ ਨਾਲ ਹੋਵੇ। ਦੋਨੋਂ ਰੁੱਤਾਂ ਚਾਹੀਦੀਆਂ ਨੇ ਤਾਂ ਕਿ ਬਸੰਤ ਰੁੱਤ ਬਣੇ, ਖੇੜੇ ਦੀ ਰੁੱਤ ਹੋਵੇ, ਖੜਾਓ ਹੋਵੇ, ਮਹਿਕ ਹੋਵੇ। ਗੁਰੂ ਬਖਸ਼ਿਸ਼ ਕਰਿਆ ਨੁਕਤਾ ਪਕੜ ਜਾ ਜੇ। ਜਦੋਂ ਕੱਲੀ ਦੁਨੀਆ ਦੀ ਗੱਲ ਚੱਲੀ, ਕੱਲੇ ਸੰਸਾਰ ਦੀ ਗੱਲ ਚੱਲੀ, ਉਦੋਂ ਕਹਿ ਦਿੱਤਾ ਦੁੱਤਰ ਹੈ, ਇਹਨੂੰ ਤਰਨਾ ਔਖਾ ਹੈ, ਇਹਦੇ ਵਿੱਚ ਤਪਸ਼ ਹੈ, ਇਹਦੇ ਵਿੱਚ ਅੱਗ ਹੈ। ਇਸੇ ਕਰਕੇ ਤੁਸੀਂ ਧਾਰਮਿਕ ਬਹੁਤ ਸਾਰੇ ਲੋਕ ਐਸੇ ਵੇਖੇ ਹੋਣਗੇ ਜਿਹੜੇ ਕਹਿੰਦੇ ਇਹ ਤੇ ਜੀ ਦੁਨੀਆ ਨਾਲ ਜੁੜੇ ਹੋਏ ਨੇ, ਇਹ ਤੇ ਦੁਨੀਆਦਾਰੀ ਵਾਲੇ ਲੋਕ ਨੇ, ਇਹ ਸੰਸਾਰੀ ਲੋਕ ਨਰਕਾਂ 'ਚ ਜਾਣਗੇ। ਉਹ ਇੱਕੇ ਗੱਲ ਤੇ ਖੜੇ ਹੁੰਦੇ, ਨਹੀਂ ਬਸ ਤੁਸੀਂ ਰੱਬ ਦਾ ਨਾਂ ਲਓ, ਬਾਕੀ ਇਹ ਦੁਨੀਆ ਦੇ ਨਾਲ ਨਾ ਰੱਖੋ ਸੰਬੰਧ, ਇਕੱਲੇ ਰੱਬ ਦਾ ਹੀ ਨਾਂ ਲਓ। ਇਹਨੂੰ ਦੁੱਤਰ ਕਿਹਾ। ਇਹਨੂੰ ਇੰਝ ਸਮਝ ਲੈਣਾ, ਅਰਥ ਥੋੜ੍ਹੇ ਸੌਖੇ ਹੋ ਜਾਣ। ਇੱਕ ਆਮ ਪ੍ਰਚਲਿਤ ਹੈ ਸਾਡੇ ਵਿੱਚ ਸ਼ਬਦ, ਆਤਮਾ ਤੇ ਮਨ। ਕੀ ਸਵਾਲ ਕਰਦੇ ਨੇ, ਮਨ ਤੇ ਆਤਮਾ ਕੀ ਇਹ ਦੋ ਨੇ? ਆਮ ਇਹ ਚੱਲਦੀ ਵਿਚਾਰ, ਮਨ ਤੇ ਆਤਮਾ ਦੋ ਨੇ, ਜਾਂ ਮਨ ਕਿਹਨੂੰ ਕਿਹਾ ਤੇ ਆਤਮਾ ਕਿਹਨੂੰ ਕਿਹਾ? ਮੈਂ ਇਸ ਲਈ ਬੇਨਤੀ ਕੀਤੀ, ਸ਼ਬਦ ਨੂੰ ਸਮਝਣਾ ਬਹੁਤ ਜ਼ਰੂਰੀ। ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਜਦੋਂ ਗੁਰਬਾਣੀ ਆਪਾਂ ਪੜ੍ਹਦੇ ਤੇ ਉਹਨੂੰ ਸਮਝਦੇ ਹਾਂ ਵੀ ਗੁਰੂ ਸਾਹਿਬ ਕੀ ਸਾਨੂੰ ਦੱਸ ਰਹੇ ਆ, ਇਹ ਰੱਬੀ ਹੁਕਮ ਕੀ ਕਹਿ ਰਿਹਾ। ਮਨ ਤੇ ਆਤਮਾ ਦੋ ਨਹੀਂ ਹੈ, ਇੱਕ ਹੀ ਹੈ। ਹਾਂ, ਜੇ ਉਹ ਇਕੱਲੇ ਸੰਸਾਰ ਨਾਲ ਹੈ ਜਾਂ ਬਿਲਕੁਲ ਕੁਰਾਹੇ ਰਸਤੇ ਪਿਆ ਹੋਇਆ, ਭਟਕਣਾ ਹੈ, ਉਹਨੂੰ ਮਨ ਕਿਹਾ ਹੈ, ਤੇ ਜਦੋਂ ਨਿਰੰਕਾਰ ਨਾਲ ਜੁੜਿਆ ਉਹਨੂੰ ਆਤਮਾ ਕਿਹਾ ਹੈ। ਗੁਰਬਾਣੀ 'ਚੋਂ ਸਮਝ ਲੈਂਦੇ ਹਾਂ। ਗੁਰਬਾਣੀ ਵਿੱਚ ਮਨ ਜੀਤੈ ਜਗ ਜੀਤ ਦੀ ਗੱਲ ਚੱਲਦੀ ਹੈ, ਮਨ ਨੂੰ ਜਿੱਤਣ ਦੀ ਗੱਲ ਹੈ। ਗੁਰਬਾਣੀ ਬਹੁਤ ਜ਼ੋਰ ਦਿੰਦੀ ਮਨ ਨੂੰ ਜਿੱਤੋ, ਇਸ ਮਨ ਨੂੰ ਜਿੱਤਣਾ ਹੈ। ਤੇ ਗੁਰਬਾਣੀ ਵਿੱਚ ਇੱਕ ਬੜਾ ਖੂਬਸੂਰਤ ਬਚਨ ਹੈ ਗੁਰੂ ਸਾਹਿਬ ਜੀ ਦਾ। ਗੁਰੂ ਜੀ ਕਹਿੰਦੇ ਆਤਮ ਜਿਣੈ ਸਗਲ ਵਸ ਤਾਂ ਕਹਿ। ਜਿਹੜਾ ਆਤਮ ਨੂੰ ਜਿਣ ਲੈਂਦਾ, ਜਿੱਤ ਲੈਂਦਾ ਹੈ। ਇੱਥੇ ਆਤਮ ਕਿਹਨੂੰ ਕਿਹਾ? ਮਨ ਨੂੰ। ਆਤਮ ਜਿਣੈ, ਮਨ ਨੂੰ ਜਿੱਤ ਲੈ, ਸਗਲ ਵਸ ਤਾਂ ਕਹਿ, ਜਾ ਕਾ ਸਤਿਗੁਰ ਪੂਰਾ। ਹੁਣ ਆਤਮਾ ਪਰਮੇਸ਼ਰ ਦਾ, ਪਰਮਾਤਮਾ ਦਾ ਸਰੂਪ ਹੈ। ਆਪਾਂ ਸਾਰੇ ਇਸ ਬਾਰੇ ਬਹੁਤ ਸੁਣਦੇ ਹਾਂ, ਪੜ੍ਹਦੇ ਹਾਂ। ਇਹ ਆਤਮਾ
ਪਰਮਾਤਮਾ ਦਾ ਰੂਪ ਹੈ, ਪਰਮੇਸ਼ਰ ਦਾ ਸਰੂਪ ਹੈ, ਉਹਦੀ ਜੋਤ ਹੈ। ਤੇ ਗੁਰਬਾਣੀ ਵਿੱਚ ਬੜਾ ਖੂਬਸੂਰਤ ਬਚਨ ਹੈ, ਅਕਸਰ ਆਪਾਂ ਪੜ੍ਹਦੇ ਹਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਥੇ ਮਨ ਕਿਹਨੂੰ ਕਿਹਾ? ਆਤਮਾ। ਇਹ ਲਫ਼ਜ਼ ਤਾਂ ਦੋ ਨੇ ਕਿਉਂਕਿ ਜਿਸ ਤਰ੍ਹਾਂ ਮਨੁੱਖ ਇੱਕ ਹੀ ਹੁੰਦਾ ਹੈ, ਜੇ ਚੰਗਿਆਈ ਕਰਦਾ ਹੋਵੇ ਅਸੀਂ ਕਹਿੰਦੇ ਤਾਂ ਬੜਾ ਪੁੰਨ ਕਰਨ ਵਾਲਾ ਬੰਦਾ ਹੈ, ਇਹ ਤੇ ਭਗਤ ਹੈ, ਇਹ ਤੇ ਗੁਰਮੁਖ ਹੈ, ਸੇਵਾ ਕਰਦਾ ਸੇਵਾਦਾਰ ਹੈ। ਤੇ ਉਹੀ ਮਨੁੱਖ ਜੇ ਕਿਤੇ ਗੁਨਾਹ ਕਰਦਾ ਹੋਵੇ, ਅਪਰਾਧ ਕਰਦਾ ਹੋਵੇ, ਕਹਿੰਦੇ ਤੇ ਪਾਪੀ ਹੈ, ਇਹ ਤੇ ਅਪਰਾਧੀ ਹੈ, ਇਹ ਤੇ ਗੁਨਾਹਗਾਰ ਹੈ। ਮਨੁੱਖ ਦੋ ਨਹੀਂ ਹੈ, ਮਨੁੱਖ ਦੇ ਜੀਵਨ ਦੇ ਰੂਪ ਦੋ ਨੇ। ਇਸੇ ਹੀ ਤਰ੍ਹਾਂ ਜੇ ਭਟਕਣਾ ਵਾਲੇ ਪਾਸੇ ਸੋਚ ਹੈ ਸਾਡੀ, ਵਿਚਾਰਧਾਰਾ, ਜੋ ਸਾਡਾ ਜੀਵਨ ਭਟਕਣਾ ਵਾਲੇ ਪਾਸੇ, ਸਾਡੇ ਖਿਆਲ ਮਨ ਹੈ ਕਿ ਖਿਆਲ ਫੁਰਨੇ ਜਿੱਥੋਂ ਨਿਕਲਦੇ ਨੇ, ਫਿਰ ਉਹ ਮਨ ਹੈ। ਤੇ ਜੇ ਉੱਥੇ ਸ਼ਾਂਤ ਹੈ, ਸਕੂਨ ਹੈ, ਸੱਚ ਹੈ, ਰਸ ਹੈ, ਪਿਆਰ ਹੈ, ਨਿਰਮਲਤਾ ਹੈ, ਨਿਰਵੈਰਤਾ ਹੈ, ਰੱਬੀ ਗੁਣ ਨੇ, ਆਤਮਾ ਹੈ। ਇਹਨੂੰ ਕਿਹਾ ਜਾਂਦਾ ਆਤਮਿਕ ਜੀਵਨ। ਗੁਰੂ ਬਖਸ਼ਿਸ਼ ਕਰੇ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਿੱਧ ਲੋਕ ਸਵਾਲ ਕਰਦੇ ਨੇ, ਉਹ ਜੋਗੀ ਲੋਕ ਸਵਾਲ ਕਰਦੇ ਨੇ। ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ, ਦੁਨੀਆ ਸਾਗਰ ਦੁੱਤਰ ਕਹੀਐ, ਅਸੀਂ ਇਸ ਕਰਕੇ ਦੁਨੀਆ ਨੂੰ ਛੱਡਿਆ ਹੈ, ਸੰਸਾਰ ਨੂੰ ਇਸ ਕਰਕੇ ਅਸੀਂ ਤਿਆਗਿਆ ਹੈ, ਪਹਾੜਾਂ 'ਚ ਇਸ ਕਰਕੇ ਬੈਠੇ ਹਾਂ, ਇਹ ਤੇ ਬੜੀ ਨਾ ਤਰੀ ਜਾਣ ਵਾਲੀ ਸਮੁੰਦਰ ਹੈ, ਇਹਦੇ ਤੋਂ ਪਾਰ ਹੋ ਹੀ ਨਹੀਂ ਸਕਦਾ ਕੋਈ। ਪਰ ਤੁਸੀਂ ਜਿਹੜੇ ਕਹਿ ਰਹੇ ਹੋ ਕਿ ਸੰਸਾਰ ਵਿੱਚ ਰਹਿਣਾ ਹੈ, ਸੰਸਾਰ ਉੱਤਮ ਹੈ, ਇਹ ਜਗ ਸੱਚੇ ਕੀ ਹੈ ਕੋਠੜੀ, ਫਿਰ ਇਹ ਵੀ ਤੇ ਦੱਸੋ ਨਾ, ਇਹੋ ਜਿਹੇ ਜਿਹੜੇ ਦੁਸ਼ਤਰ ਦੁਨੀਆ, ਇਹੋ ਜਿਹਾ ਸੰਸਾਰ ਜਿਹੜਾ ਤਰਿਆ ਨਾ ਜਾ ਸਕਦਾ ਹੋਵੇ, ਕਿਉਂ ਕਰ ਪਾਈਐ ਪਾਰੋ, ਇਹਦੇ ਤੋਂ ਪਾਰ ਕਿਵੇਂ ਪਾਇਆ ਜਾ ਸਕੇ, ਇਸ ਤੋਂ ਪਾਰ ਕਿਵੇਂ ਹੋਈਏ। ਹੁਣ ਦੁਨੀਆ ਰੂਪੀ ਸਮੁੰਦਰ ਤੋਂ ਪਾਰ ਹੋਣ ਦਾ ਮਤਲਬ ਕੀ? ਇਹ ਤੇ ਹੈ ਨਹੀਂ ਵੀ ਹਾਂ ਵੀ ਕੋਈ ਜਗ੍ਹਾ ਹੈ ਜਿਸ ਨੂੰ ਪਾਰ ਹੋ ਕੇ ਉਧਰ ਜਾਣਾ ਹੈ। ਪਾਰ ਹੋਣ ਦਾ ਮਤਲਬ ਹੈ ਸੰਸਾਰ ਦੇ ਵਿੱਚ ਜੋ ਕੁਛ ਵੀ ਵਰਤਾਰੇ ਵਰਤ ਰਹੇ ਨੇ ਉਹਨਾਂ ਤੋਂ ਨਿਰਲੇਪ ਹੋਣਾ, ਉਹਨਾਂ ਤੋਂ ਮੁਕਤ ਹੋਣਾ। ਈਰਖਾ, ਦੁਵੈਸ਼, ਨਫ਼ਰਤ, ਲਾਲਚ, ਲੋਭ, ਜੋ ਕੁਛ ਵੀ ਵਰਤ ਰਿਹਾ ਇੱਥੇ, ਉਹਦੇ ਤੋਂ ਨਿਰਲੇਪ ਰਹਿਣਾ, ਉਹਦੇ ਤੋਂ ਉੱਪਰ ਉੱਠਣਾ। ਸਾਡੀ ਸੋਚ, ਸਾਡੀ ਵਿਚਾਰ, ਸਾਡੀ ਕਰਨੀ ਉਹਦੇ ਤੋਂ ਨਿਰਲੇਪ ਹੋਵੇ, ਉਹਦੇ ਤੋਂ ਉੱਪਰ ਹੋਵੇ। ਮੈਂ ਪਿਛਲੇ ਦਿਨ ਹੀ ਸ਼ਾਇਦ ਇਹ ਨੁਕਤਾ ਸਾਂਝਾ ਕੀਤਾ ਸੀ ਕਿ ਸਾਡਾ ਬੇਸ਼ੱਕ ਅਸੀਂ ਜਿੰਨਾ ਮਰਜ਼ੀ ਦਾਅਵਾ ਕਰਦੇ ਹਾਂ ਵੀ ਅਸੀਂ ਬਾਣੀ ਪੜ੍ਹਦੇ ਹਾਂ ਜਾਂ ਆਹ ਧਰਮ ਦਾ ਕਰਮ ਕਰਦੇ ਹਾਂ, ਅਸਲ ਵਿੱਚ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਸੀ, ਉਹ ਚੀਜ਼ ਸਾਡੇ ਜੀਵਨ ਵਿੱਚ ਨਹੀਂ ਆ ਪਾਈ। ਮੈਂ ਉਦੋਂ ਗੱਲ ਕੀਤੀ ਸੀ, ਸਪੋਜ਼ ਕਰੋ ਮੈਂ ਛੋਟਾ ਹੁੰਦਾ ਜਦੋਂ ਘਰ ਵਿੱਚ ਰਹਿੰਦਾ ਸੀ ਤੇ ਮਾਂ ਬਾਪ ਕੋਲ ਸੁਣਦਾ ਰਿਹਾ ਕਿ ਬੇਟਾ ਉਹ ਜਿਹੜਾ ਸਾਹਮਣੇ ਘਰ ਆ ਨਾ ਉਹ ਸਾਡੇ ਦੁਸ਼ਮਣ ਨੇ, ਉਹਨਾਂ ਨਾਲ ਸਾਡੀ ਲਾਗ ਡਾਟ ਪੀੜ੍ਹੀਆਂ ਦੀ ਚੱਲੀ ਆ ਰਹੀ ਹੈ, ਉਹ ਕਿਤੇ ਮਿਲਣ ਬੁਲਾਉਣਾ ਨਹੀਂ ਆਪਾਂ, ਸਾਡਾ ਬੋਲ ਚਾਲ ਹੈ ਨਹੀਂ ਉਹਨਾਂ ਨਾਲ। ਹੁਣ ਛੋਟੇ ਹੁੰਦਿਆਂ ਤੋਂ ਇਹੀ ਸੁਣਦੇ ਆ ਰਹੇ ਹਾਂ। ਵੱਡੇ ਹੋਏ, ਬਾਣੀ ਪੜ੍ਹੀ, ਸਮਝਿਆ, ਬਾਣੀ ਵਿੱਚ ਬਚਨ ਆਇਆ, ਨਾ ਕੋ ਬੈਰੀ ਨਹੀਂ ਬੇਗਾਨਾ, ਕੋਈ ਵੈਰੀ ਨਹੀਂ ਇੱਥੇ, ਕੋਈ ਬੇਗਾਨਾ ਨਹੀਂ। ਅਵਲ ਅੱਲਾ ਨੂਰ ਪਾਇਆ, ਹੁਣੇ ਭੈਣ ਜੀ ਹੋਰਾਂ ਸ਼ਬਦ ਗਾਇਨ ਕੀਤਾ ਸੀ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਥੇ ਤੇ ਸਾਰੇ ਹੀ ਪਰਮੇਸ਼ਰ ਦੀ ਰਚਨਾ ਹੈ, ਸਮਝ ਆ ਗਈ। ਨਹੀਂ ਕੋਈ ਬੈਰੀ, ਨਹੀਂ ਕੋਈ ਬੇਗਾਨਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣੇ ਆਈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਅਸੀਂ ਸਾਰਿਆਂ ਦੇ ਸੱਜਣ ਮਿੱਤਰ। ਹੁਣ ਇਸ ਗੱਲ ਦੀ ਸਮਝ ਆ ਗਈ, ਪੜ੍ਹਿਆ ਵੀ, ਪਰ ਜਦੋਂ ਵੀ ਅੱਜ ਘਰ ਜਾਈਦਾ ਨਾ ਤੇ ਸਾਹਮਣੇ ਉਸ ਘਰ ਵੱਲ ਵੇਖੀਦਾ, ਦਿਮਾਗ 'ਚ ਉਹੀ ਹੁੰਦਾ, ਇਹਨਾਂ ਨਾਲ ਸਾਡਾ ਬੋਲ ਚਾਲ ਨਹੀਂ ਹੈਗਾ, ਇਹ ਦੁਸ਼ਮਣ ਨੇ ਸਾਡੇ।
ਫਿਰ ਭਾਰਤ ਨਾ ਹੋਏ, ਹੈ ਤੇ ਉਸੇ ਦਲਦਲ ਵਿੱਚ ਹੈ ਨਾ ਜੀ। ਦੁਨੀਆ ਸਾਗਰ ਨੂੰ ਤਰਨ ਦਾ ਅਰਥ ਕੀ ਹੈ? ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਣਾ। ਸਾਡੀ ਸੋਚ, ਸਾਡੀ ਸਮਝ, ਸਾਡਾ ਕਾਰ ਵਿਹਾਰ ਇਹ ਤੋਂ ਉੱਪਰ ਹੋ। ਉਹਨੂੰ ਕਹਿੰਦੇ ਸੰਸਾਰ ਸਮੁੰਦਰ ਤੋਂ ਤਰ ਗਿਆ, ਇਹਦੇ ਵਿੱਚ ਡੁੱਬਿਆ ਨਹੀਂ। ਇੱਕ ਹੁੰਦਾ ਡੁੱਬ ਜਾਣਾ, ਇੱਕ ਹੁੰਦਾ ਉਹ ਤੋਂ ਉੱਪਰ ਉੱਠਣਾ। ਗੁਰੂ ਸਾਹਿਬ ਜੀ ਨੂੰ ਪੁੱਛਦੇ ਨੇ, ਕਹਿੰਦੇ ਜੀ ਇਹ ਜਿਹੜੀ ਦੁਨੀਆ ਸਾਗਰ ਹੈ, ਇਹ ਸੰਸਾਰ ਸਮੁੰਦਰ ਹੈ, ਇਹਦੇ ਤੋਂ ਪਾਰ ਕਿਵੇਂ ਪਾਇਆ ਜਾ ਸਕੇ? ਇਹਦੇ ਤੋਂ ਮੁਕਤ ਕਿਵੇਂ ਹੋਈਏ? ਜੋ ਕੁਛ ਇਹਦੇ ਵਿੱਚ ਹੈ, ਜਿਹਦੇ ਵਿੱਚ ਜੀ ਲੋਕ ਜਿਹੜੇ ਨੇ ਡੁੱਬੇ ਹੋਏ ਨੇ, ਉਹਨਾਂ ਤੋਂ ਅਸੀਂ ਮੁਕਤ ਕਿਵੇਂ ਹੋਵਾਂਗੇ? ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਔਧੂ ਨਾਨਕ ਦੇਹ ਸੱਚਾ ਵਿਚਾਰੋ। ਇਹ ਨਾਨਕ, ਇਹ ਚਰਪਟ ਜੋਗੀ ਦਾ ਸਵਾਲ ਹੈ, ਚਰਪਟ ਉਹਦਾ ਨਾਂ ਹੈ। ਸੱਚਾ ਵਿਚਾਰ ਦੱਸ। ਹੁਣ ਸੱਚੀ ਵਿਚਾਰ ਜਿਹੜੀ ਹੈ ਤੁਹਾਡੇ ਮਤ ਦੀ, ਤੁਹਾਡੇ ਪੰਥ ਦੀ, ਉਹ ਦੱਸ। ਇਸ ਸੰਸਾਰ ਸਮੁੰਦਰ ਤੋਂ ਪਾਰ ਕਿਵੇਂ ਹੋਇਆ ਜਾ ਸਕੇ? ਗੁਰੂ ਸਾਹਿਬ ਜੀ ਅੱਗੋਂ ਫਿਰ ਜਵਾਬ ਦਿੰਦੇ ਨੇ, ਆਪੇ ਆਖੈ ਆਪੇ ਸਮਝੈ, ਤਿਸ ਕਿਆ ਉੱਤਰ ਦੀਜੈ। ਸਾਚ ਕਹੋ ਤੁਮ ਪਾਰ ਗ੍ਰਾਮੀ, ਤੁਝ ਕਿਆ ਬੈਸਣ ਦੀਜੈ। ਜਿਹੜਾ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਆਖਦਾ ਹੈ, ਭਾਵ ਉਹਦੇ ਰੱਬੀ ਹੁਕਮ ਨੂੰ ਜਿਹੜਾ ਉਚਾਰਨ ਕਰਦਾ ਹੈ ਤੇ ਉਹਨੂੰ ਫਿਰ ਸਮਝਦਾ ਹੈ। ਨੁਕਤਾ ਬੜਾ ਖੂਬਸੂਰਤ ਜੇ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਸਾਡੇ ਬਜ਼ੁਰਗ ਨਾ ਜਦੋਂ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਕਿਸੇ ਦੇ ਘਰ ਹੋਣਾ, ਤੇ ਜਦੋਂ ਭੋਗ ਦੇ ਸ਼ਲੋਕ ਸਮਾਪਤੀ ਦੇ ਆਰੰਭ ਹੋਣ ਲੱਗਣੇ ਨਾ, ਤਾਂ ਬਜ਼ੁਰਗਾਂ ਨੇ ਕਹਿਣਾ ਵੀ ਚਲੋ ਭਾਈ ਸਾਰੇ ਜਾਣੇ ਇਕੱਠੇ ਹੋ ਕੇ ਜਾ ਕੇ ਆਪਾਂ ਸੁਣੀਏ। ਭਾਈ ਸਾਹਿਬ ਨੇ ਵੀ ਅਨਾਊਂਸਮੈਂਟ ਕਰਨੀ, ਗੁਰੂ ਪਿਆਰੀ ਸਾਧ ਸੰਗਤ ਜੀ ਭੋਗ ਦੇ ਸ਼ਲੋਕ ਜਿਹੜੇ ਆ ਇਹ ਹੁਣ ਆਉਣ ਲੱਗੇ ਨੇ, ਤੇ ਸਾਰੇ ਹੁਮ ਹੁਮਾ ਕੇ ਪਹੁੰਚੋ। ਤੇ ਉਹਨਾਂ ਦਾ ਭਾਵ ਹੁੰਦਾ ਸੀ ਬਜ਼ੁਰਗਾਂ ਦਾ ਕਿ ਜਿਹਨੇ ਪੂਰਾ ਗੁਰੂ ਗ੍ਰੰਥ ਸਾਹਿਬ ਅਗਰ ਨਹੀਂ ਵੀ ਸੁਣ ਸਕਿਆ ਕੋਈ, ਘੱਟੋ ਘੱਟ ਭੋਗ ਦੇ ਸ਼ਲੋਕ ਜ਼ਰੂਰ ਸੁਣ ਲਓ, ਕਿਉਂਕਿ ਜੋ ਭੋਗ ਦੇ ਸ਼ਲੋਕ ਸੁਣਾਂਗੇ ਤਾਂ ਸਮਝੋ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਸਮਝ ਜਿਹੜੀ ਹੈ, ਵਿਚਾਰਧਾਰਾ ਜਿਹੜੀ ਉਹਦੀ ਸਮਝ ਆ ਜਾਏਗੀ। ਤੇ ਭੋਗ ਦੇ ਸ਼ਲੋਕ ਜਿਹੜੇ ਹੁੰਦੇ ਸੀ ਨਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉਚਾਰਨ ਕੀਤੇ, ਉਹ ਬੜੀਆਂ ਲੰਬੀਆਂ ਲੰਬੀਆਂ ਹੇਕਾਂ ਲਾ ਕੇ ਪਾਠੀ ਸਿੰਘ ਗਾਇਨ ਕਰਦੇ ਹੁੰਦੇ ਸੀ। ਉਹਦਾ ਰੀਜ਼ਨ ਸੀ, ਕਾਰਨ ਸੀ। ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ ਕਿ ਜਿਵੇਂ ਕੋਈ ਲੇਖ ਲਿਖਿਆ ਹੁੰਦਾ ਹੈ ਤੇ ਲੇਖ ਦੇ ਅਖੀਰ ਦੇ ਵਿੱਚ ਸਾਰ ਅੰਸ਼ ਹੁੰਦਾ ਹੈ। ਸਾਰ ਅੰਸ਼ ਦਾ ਮਤਲਬ ਹੁੰਦਾ ਹੈ, ਉਹਦੇ ਹਿੰਟ ਦਿੱਤੇ ਹੁੰਦੇ ਨੇ ਕਿ ਇਸ ਲਿਖੇ ਹੋਏ ਲੇਖ ਦੇ ਵਿੱਚ ਇਹਨਾਂ ਵਿਸ਼ਿਆਂ ਦੀ ਗੱਲ ਹੈ। ਇਸੇ ਤਰ੍ਹਾਂ ਜਿਹੜੇ ਭੋਗ ਦੇ ਸ਼ਲੋਕ ਨੇ ਨਾ, ਇਹ ਸਾਰ ਅੰਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਕਿ ਇਹ ਜਿੰਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਹੈ, ਇਹਦੇ ਵਿੱਚ ਹਰੇਕ ਸ਼ਲੋਕ ਇੱਕ ਸਬਜੈਕਟ ਦੀ ਗੱਲ ਕਰ ਰਿਹਾ ਹੈ, ਇੱਕ ਵਿਸ਼ੇ ਦੀ ਗੱਲ ਕਰ ਰਿਹਾ ਹੈ। ਜਿੰਨੇ ਸ਼ਲੋਕ ਨੇ, ਕਿਤੇ ਗੌਰ ਨਾਲ ਤੁਸੀਂ ਨਾ ਇਕੱਲੇ ਬੈਠ ਕੇ ਉਹਨੂੰ ਪੜ੍ਹੋਗੇ ਤੇ ਸਮਝਿਓ। ਜਿੱਥੋਂ ਆਰੰਭਤਾ ਹੁੰਦੀ ਨਾ, ਗੁਣ ਗੋਬਿੰਦ ਗਾਇਓ ਨਹੀਂ, ਇੱਥੋਂ ਤੁਸੀਂ ਪੜ੍ਹਨਾ ਸ਼ੁਰੂ ਕਰੋਗੇ ਤੇ ਹਰੇਕ ਸ਼ਲੋਕ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ। ਹਰੇਕ ਸ਼ਲੋਕ ਜਿਹੜਾ ਹੈ ਇੱਕ ਸਬਜੈਕਟ ਦੀ ਗੱਲ ਕਰ ਰਿਹਾ, ਇੱਕ ਵਿਸ਼ਾ ਉਹਦੇ ਵਿੱਚ, ਕੰਪਲੀਟ ਵਿਸ਼ਾ ਹੈ। ਤੇ ਹਰੇਕ ਸ਼ਲੋਕ ਦੇ ਵਿੱਚ ਕਹੋ ਨਾਨਕ ਸੁਣ ਰੇ ਮਨਾ, ਕਹੋ ਨਾਨਕ ਹਰ ਭਜ ਮਨ ਨੂੰ ਸੰਬੋਧਨ ਹੈ, ਕਿਉਂਕਿ ਜ਼ਬਾਨ ਜੋ ਆਖ ਰਹੀ ਹੈ ਉਹਨੂੰ ਸਮਝਣਾ ਮਨ ਨੇ ਹੈ। ਤੇ ਜਦੋਂ ਮਨ ਉਹਨੂੰ ਸਮਝਦਾ ਹੈ ਨਾ, ਫਿਰ ਕਿਸੇ ਹੋਰ ਦੇ ਜਵਾਬ ਦੀ ਲੋੜ ਨਹੀਂ ਰਹਿ ਜਾਂਦੀ ਉੱਥੇ। ਇੱਕ ਬੜਾ ਖੂਬਸੂਰਤ ਬਚਨ ਵੀ ਹੁੰਦਾ ਹੈ, ਤਿਨਕੋ ਕਿਆ ਸਮਝਾਈਐ ਜਿਨ ਗੁਰ ਨਾਨਕ ਦਿਓ। ਜਿਨ੍ਹਾਂ ਦਾ ਗੁਰੂ ਨਾਨਕ ਗੁਰੂ ਹੈ, ਉਹਨਾਂ ਨੂੰ ਕੀ ਸਮਝਾਉਣ ਦੀ ਲੋੜ ਹੈ? ਭਾਵ ਕਿ ਜਿਹੜੇ ਗੁਰੂ ਨਾਨਕ ਨੇ ਸਮਝਾਏ ਨੇ, ਉਹਨਾਂ ਨੂੰ ਹੋਰ ਕਿਸੇ ਦੇ ਸਮਝਾਉਣ ਦੀ ਲੋੜ ਨਹੀਂ ਰਹਿ ਜਾਂਦੀ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਵੀ ਜੋ ਪਰਮੇਸ਼ਰ ਦਾ ਹੁਕਮ ਹੈ, ਜੋ ਅਕਾਲ ਪੁਰਖ ਦਾ ਹੁਕਮ ਹੈ, ਜੋ ਪਰਮੇਸ਼ਰ ਨੇ ਆਖਿਆ ਹੁਕਮ ਹੈ, ਉਹਨੂੰ ਜਿਹੜੇ ਸਮਝਦੇ ਨੇ
ਉਸ ਹੁਕਮ ਨੂੰ ਜਿਨ੍ਹਾਂ ਨੇ ਸਮਝ ਲਿਆ, ਜਿਨ੍ਹਾਂ ਨੇ ਜਾਣ ਲਿਆ, ਉਹਨਾਂ ਨੂੰ ਫਿਰ ਕਿਸੇ ਹੋਰ ਦੇ ਕੋਲੋਂ ਪੁੱਛਣ ਦੀ ਲੋੜ ਨਹੀਂ ਰਹਿੰਦੀ। ਫਿਰ ਕਈ ਐਸੇ ਧਾਰਨਾ ਬਣੀਆਂ ਹੋਈਆਂ ਕਈ ਵਾਰ ਨਾ, ਹੁਣ ਇੱਥੇ ਤੇ ਖੈਰ ਆਪਾਂ ਕੰਟਰੀ ਇਹੋ ਜਿਹੀ 'ਚ ਰਹਿਣੇ, ਨਾਲੇ ਤੁਸੀਂ ਬੜੇ ਬੜੇ ਵੱਡੇ ਵਿਦਵਾਨਾਂ ਨੂੰ ਸੁਣਿਆ ਹੁਣ ਤੱਕ, ਤੁਹਾਡੀ ਸੁਰਤ ਬਹੁਤ ਉੱਚੀ, ਮੈਂ ਸਰੋਤ ਬਹੁਤ ਉੱਚਾ ਹੈ ਤੁਹਾਡਾ, ਮੈਂ ਮਹਿਸੂਸ ਕਰ ਰਿਹਾ ਜਦੋਂ ਦਾ ਵੀ ਇੱਥੇ ਆਉਣਾ ਸ਼ੁਰੂ ਕੀਤਾ ਹੈ। ਖਾਸ ਕਰਕੇ ਪਿੰਡਾਂ ਥਾਵਾਂ ਦੇ ਵਿੱਚ ਕੀ ਹੁੰਦਾ ਸੀ, ਜਾਂ ਜਿਹੜੇ ਕਿਤੇ ਸਰੀਰਾਂ ਨਾਲ ਜ਼ਿਆਦਾ ਜੁੜੇ ਹੋਏ ਨੇ, ਸੋ ਕਾਲਡ ਸਰੀਰਾਂ ਨਾਲ, ਦੇਹਧਾਰੀਆਂ ਨਾਲ, ਉਹਨਾਂ ਨੇ ਪਤਾ ਕਹਿਣਾ, ਭਾਈ ਸਾਹਿਬ ਜੀ ਠੀਕ ਹੈ ਗੁਰਬਾਣੀ ਤੁਸੀਂ ਗੱਲ ਕਹਿੰਦੇ ਹੋ, ਪਰ ਫਿਰ ਵੀ ਗੁਰਬਾਣੀ ਸਮਝਾਉਣ ਵਾਸਤੇ ਵੀ ਵਿਚੋਲੇ ਦੀ ਲੋੜ ਤੇ ਰਹਿੰਦੀ ਹੈ ਨਾ। ਮੈਂ ਬੇਨਤੀ ਕਰਾਂ, ਅਸੀਂ ਸਕੂਲ ਵਿੱਚ ਪੜ੍ਹਦੇ ਹਾਂ, ਮੈਂ ਅਕਸਰ ਉਹਨਾਂ ਨੂੰ ਬੇਨਤੀ ਕਰਦਾ ਹਾਂ, ਟੀਚਰ ਹੈ ਸਾਨੂੰ ਪੜ੍ਹਾਉਂਦਾ ਹੈ, ਡਾਕਟਰੀ ਕਰਨੀ ਹੈ ਟੀਚਰ ਸਾਨੂੰ ਪੜ੍ਹਾ ਰਿਹਾ ਹੈ, ਵਕਾਲਤ ਕਰਨੀ ਹੈ ਟੀਚਰ ਪੜ੍ਹਾ ਰਿਹਾ ਹੈ, ਦੱਸ ਰਿਹਾ ਜੋ ਕੁਛ ਬੁੱਕਾਂ ਵਿੱਚ ਕੀ ਹੈ। ਉਸ ਤੋਂ ਬਾਅਦ ਆ ਵਕਾਲਤ, ਉਸ ਤੋਂ ਬਾਅਦ ਆ ਜੋ ਅਸੀਂ ਡਾਕਟਰੀ ਕਰਨੀ ਹੈ, ਜੋ ਪੜ੍ਹਿਆ ਹੈ ਨਾ ਉਹ ਮਾਇਨੇ ਰੱਖਦਾ ਹੈ। ਜੋ ਅਸੀਂ ਪੜ੍ਹਿਆ, ਜੋ ਸਿਲੇਬਸ ਸੀ ਉਹ ਮਾਇਨੇ ਰੱਖਦਾ ਹੈ, ਜੋ ਸਮਝਿਆ ਉਹ ਵਰਤਦਾ ਹੈ ਜ਼ਿੰਦਗੀ ਦੇ ਵਿੱਚ। ਗ੍ਰੰਥੀ ਸਿੰਘ, ਭਾਈ ਸਾਹਿਬ, ਕੋਈ ਵੀ ਹੋਵੇ, ਗੁਰਬਾਣੀ ਸਾਨੂੰ ਪੜ੍ਹਾ ਰਿਹਾ, ਸੰਥਿਆ ਦੇ ਰਿਹਾ, ਸਮਝਾ ਰਿਹਾ ਹੈ। ਜੋ ਕੁਝ ਅਸੀਂ ਉਹ ਪੜ੍ਹ ਰਹੇ ਹਾਂ, ਜੋ ਕੁਝ ਉਹ ਸਮਝ ਰਹੇ ਹਾਂ, ਜੀਵਨ ਵਿੱਚ ਅਹਿਮੀਅਤ ਉਹਦੀ ਹੈ, ਜੀਵਨ ਵਿੱਚ ਅਹਿਮੀਅਤ ਉਹਦੀ ਹੈ, ਵਰਤਣਾ ਉਹਨੇ ਹੈ। ਸਾਡਾ ਅਫਸੋਸ ਹੈ ਅਸੀਂ ਉਹ ਤੱਤ ਗਵਾ ਬੈਠਦੇ ਹਾਂ, ਅਸੀਂ ਉੱਥੇ ਹੀ ਖੜ ਜਾਂਦੇ ਹਾਂ। ਗੁਰੂ ਬਖਸ਼ਿਸ਼ ਕਰੇ ਇਹ ਨੁਕਤਾ ਸਾਡੀ ਸਮਝ ਵਿੱਚ ਆ ਜਾਵੇ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਸਾਚ ਕਹੋ ਇਹ ਚਰਪਟ ਜੋਗੀ, ਸਦਾ ਥਿਰ ਪਰਮੇਸ਼ਰ ਅਕਾਲ ਪੁਰਖ ਨੂੰ ਕਹੋ। ਕਹੋ ਦਾ ਭਾਵ ਕੀ ਹੈ, ਉਹਨੂੰ ਜਪਣਾ, ਪਰਮੇਸ਼ਰ ਦੀ ਸਿਫਤੋ ਸਲਾਹ, ਉਹਦੇ ਰੱਬੀ ਗੁਣਾਂ ਨੂੰ। ਤੁਮ ਪਾਰ ਗ੍ਰਾਮੀ, ਤੁਸੀਂ ਭਵ ਸਾਗਰ ਤੋਂ ਪਾਰ ਹੋ ਜਾਓਗੇ। ਤੁਹਾਨੂੰ ਕਿਸੇ ਤਰ੍ਹਾਂ ਦੀ ਫਿਰ ਤੁਹਾਡੇ ਕਹਿ ਲਓ ਕਿ ਜੀਵਨ ਦੇ ਵਿੱਚ ਜੋ ਤੁਹਾਡਾ ਸਵਾਲ ਹੈ ਇਹਦੇ ਵਿੱਚੋਂ ਉਕਾਈ ਜਾਂ ਭਟਕਣਾ, ਕਿਸੇ ਤਰ੍ਹਾਂ ਦੀ ਇਹ ਚੀਜ਼ ਨਹੀਂ ਰਹੇਗੀ। ਜੀਵਨ ਵਿੱਚ ਉਸ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਦਾ ਜਦੋਂ ਤੁਸੀਂ ਉਹਨੂੰ ਜਪੋਗੇ, ਉਸ ਪਰਮੇਸ਼ਰ ਨੂੰ ਧਿਆਓਗੇ, ਸੁਰਤ ਵਿੱਚ ਪਰਮੇਸ਼ਰ ਹੋਵੇਗਾ, ਫਿਰ ਕਿਤੇ ਹੋਰ ਟਿਕਣ ਦੀ ਲੋੜ ਨਹੀਂ, ਕਿਸੇ ਹੋਰ ਟਿਕਾ ਦੀ ਲੋੜ ਨਹੀਂ, ਫਿਰ ਕਿਸੇ ਹੋਰ ਥਾਂ ਤੇ ਸੁਰਤ ਦੇ ਟਿਕਣ ਦੀ, ਸੁਰਤ ਨੂੰ ਕਿਸੇ ਹੋਰ ਥਾਂ ਤੇ ਜੋੜਨ ਦੀ ਲੋੜ ਨਹੀਂ। ਹੁਣ ਸਵਾਲ ਉੱਠਿਆ, ਪਰਮੇਸ਼ਰ ਨੂੰ ਧਿਆਉਣਾ ਕਿਵੇਂ ਹੈ, ਉਸ ਅਕਾਲ ਪੁਰਖ ਨੂੰ ਜਪਣਾ ਕਿਵੇਂ ਹੈ। ਸਾਡੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਪ੍ਰਚਲਿਤ ਹੋਈ। ਵਿਧੀ ਹੋਣੀ ਚਾਹੀਦੀ ਹੈ, ਤਰੀਕਾ ਹੋਣਾ ਚਾਹੀਦਾ ਹੈ, ਜੁਗਤ ਹੋਣੀ ਚਾਹੀਦੀ ਹੈ। ਉਹਦੇ ਲਈ ਤਰ੍ਹਾਂ ਤਰ੍ਹਾਂ ਦੇ ਸਭਨਾਂ ਨੇ ਆਪੋ ਆਪਣੇ ਅਡੰਬਰ ਸਿਰਜੇ, ਆਪੋ ਆਪਣੀਆਂ ਵਿਚਾਰਧਾਰਾ ਸਾਹਮਣੇ ਲਿਆਂਦੀਆਂ। ਕਿਸੇ ਨੇ ਕਿਹਾ ਸੁਰਤ ਪਾਣੀ ਵਿੱਚ, ਕਿਸੇ ਨੇ ਕਿਹਾ ਸੁਰਤ ਜੋਤ ਵਿੱਚ, ਕਿਸੇ ਨੇ ਕਿਹਾ ਸੁਰਤ ਕਿਸੇ ਤਸਵੀਰ ਵਿੱਚ, ਕਿਸੇ ਹੋਰ ਚੀਜ਼ ਵਿੱਚ, ਕਿਸੇ ਹੋਰ ਚੀਜ਼ ਵਿੱਚ। ਤੇ ਸਾਡੇ ਜਿਹੜੇ ਖਾਸ ਕਰਕੇ ਸਾਡੀ ਕਮਿਊਨਿਟੀ ਨਾਲ ਜੁੜੇ ਸੀ, ਅੱਧਾ ਅੱਖਰ ਅੰਦਰ ਤੇ ਅੱਧਾ ਅੱਖਰ ਬਾਹਰ, ਤਰੀਕੇ ਵੱਖ-ਵੱਖ ਤਰ੍ਹਾਂ ਦੇ ਸਿਰਜੇ। ਇਹ ਪਰਮੇਸ਼ਰ ਨੂੰ ਜਪਣ ਦੀ ਗੱਲ ਹੈ। ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ ਕਿ ਰੱਬ ਦੀ ਭਗਤੀ ਦਾ ਸੰਬੰਧ ਇਕੱਲੀ ਜ਼ੁਬਾਨ ਨਾਲ ਹੈ। ਜੇ ਜ਼ਬਾਨ ਇਕੱਲੀ ਨਾਲ ਹੀ ਬੰਦਾ ਬੋਲੇ, ਵਾਹਿਗੁਰੂ ਵਾਹਿਗੁਰੂ ਬੋਲੇ, ਜਾਂ ਕੋਈ ਬਾਣੀ ਪੜ੍ਹੇ, ਜਾਂ ਕੁਛ ਵੀ ਕਵੇ, ਕੋਈ ਅੱਲਾ ਅੱਲਾ ਕਵੇ, ਕੋਈ ਰਾਮ ਰਾਮ ਕਵੇ, ਜੋ ਵੀ ਜਿਸ ਵੀ ਰੂਪ ਵਿੱਚ ਰੱਬ ਨੂੰ ਯਾਦ ਕਰਦਾ ਹੈ, ਕਿ ਇਕੱਲੀ ਜ਼ਬਾਨ ਦਾ ਵਿਸ਼ਾ ਹੈ ਰੱਬ ਦੀ ਭਗਤੀ, ਰੱਬ ਨੂੰ ਜਪਣਾ। ਤੇ ਜਿਹੜੇ ਜ਼ਬਾਨ ਤੋਂ ਹੀਣੇ ਨੇ ਫਿਰ ਉਹ ਕਿੱਥੇ ਜਾਣ। ਮਾਤਾ ਦੇ ਗਰਭ ਵਿੱਚ ਜ਼ਬਾਨ ਨਹੀਂ ਕੰਮ ਕਰਦੀ, ਉਹ ਵਰਕ ਨਹੀਂ ਕਰ ਰਹੀ। ਉੱਥੇ ਵੀ ਕਿਹਾ ਮਾਤ ਗਰਭ ਮਹਿ ਆਪਨ ਸਿਮਰਨ ਦੇ, ਫਿਰ ਉੱਥੇ ਸਿਮਰਨ, ਜ਼ਬਾਨ ਤੇ ਉੱਥੇ ਬੋਲ ਨਹੀਂ ਰਹੀ, ਸਿਮਰਨ ਕਿਵੇਂ ਹੋ ਰਿਹਾ।
ਇਹ ਬੜਾ ਖੂਬਸੂਰਤ ਨੁਕਤਾ ਜੇ। ਮੈਂ ਥੋੜ੍ਹਾ ਜਿਹਾ ਹਿੰਟ ਦੇ ਰੂਪ 'ਚ ਹੀ ਆਪ ਜੀ ਨਾਲ ਸਾਂਝਾ ਕਰਾਂਗਾ, ਕਿਉਂਕਿ ਇਹਦੇ ਲਈ ਵਿਸਥਾਰ ਵੀ ਕਾਫੀ ਚਾਹੀਦਾ ਹੈ। ਪਰਮੇਸ਼ਰ ਦੇ ਜਪਣ ਦਾ ਸੰਬੰਧ ਮਨ ਦੇ ਨਾਲ ਹੈ, ਤੇ ਮਨ ਦੇ ਨਾਲ ਹੀ ਸੰਬੰਧ ਹੈ ਸੁਰਤ ਦਾ। ਗੁਰੂ ਜੀ ਨੂੰ ਪੁੱਛ ਲਈਏ ਜਪਣਾ ਕਿੰਨੇ ਆ। ਗੁਰੂ ਜੀ ਕਹਿੰਦੇ ਜਪ ਮਨ ਸਤਨਾਮ। ਇਹ ਸ਼ਬਦ ਤੇ ਸਾਰਿਆਂ ਨੂੰ ਆਪਾਂ ਨੂੰ ਯਾਦ ਹੀ ਹੈ ਨਾ, ਜਪ ਮਨ ਸਤਨਾਮ, ਸਦਾ ਸਤਨਾਮ। ਕਿਹਨੂੰ ਕਿਹਾ ਜਪਣ ਦੀ? ਮਨ ਨੂੰ। ਸਦਾ ਥਿਰ ਪਰਮੇਸ਼ਰ ਦਾ ਨਾਮ ਜਪ, ਸਦਾ ਹੀ ਜਪ। ਕਿਉਂਕਿ ਮਨ ਦਾ ਜਪਣਾ ਕੀ ਹੈ? ਵਿਚਾਰ ਕਰਨੀ। ਮਨ ਚੋਂ ਖਿਆਲ ਨਿਕਲਣੇ, ਮਨ ਚੋਂ ਵਿਚਾਰਾਂ ਉੱਠਣੀਆਂ, ਉਹਨਾਂ ਮੁਤਾਬਕ ਸਰੀਰ ਦੇ ਬਾਕੀ ਸਾਰੇ ਅੰਗਾਂ ਨੇ ਵਰਕ ਕਰਨਾ ਹੈ। ਇੱਕ ਚੀਜ਼ ਹੋਰ, ਗੁਰਬਾਣੀ ਦਾ ਇੱਕ ਬੜਾ ਖੂਬਸੂਰਤ ਬਚਨ ਹੈ, ਆਪਾਂ ਅਕਸਰ ਪੜ੍ਹਦੇ ਸੁਣਦੇ ਹਾਂ ਜਦੋਂ ਜਪਜੀ ਸਾਹਿਬ ਦੀ ਸਮਾਪਤੀ ਹੁੰਦੀ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਇਹਦਾ ਮਤਲਬ ਸਰੀਰ ਨਹੀਂ ਵਾਚਿਆ ਜਾਂਦਾ। ਕੀ ਵਾਚਿਆ ਜਾਂਦਾ ਹੈ? ਚੰਗਿਆਈ ਤੇ ਬੁਰਿਆਈ, ਜੀਵਨ ਦੀ ਕਰਨੀ। ਹੋਰ ਪੁੱਛ ਲੈਂਦੇ ਗੁਰੂ ਜੀ ਨੂੰ, ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ। ਕਰਨੀ ਵਾਚੀ ਜਾਂਦੀ ਹੈ। ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਜੋ ਅਸੀਂ ਜੀਵਨ ਵਿੱਚ ਕਰਦੇ ਹਾਂ। ਜ਼ਬਾਨ ਦੀ ਕਰਨੀ ਹੈ ਬੋਲਣਾ, ਅੱਖਾਂ ਦੀ ਕਰਨੀ ਹੈ ਤੱਕਣਾ, ਕੰਨਾਂ ਦੀ ਕਰਨੀ ਹੈ ਸੁਣਨਾ, ਹੱਥਾਂ ਦੀ ਕਰਨੀ ਹੈ ਜੋ ਕਾਰ ਵਿਹਾਰ ਕਰਮ ਕਰਦੇ ਆ। ਸਰੀਰ ਦੇ ਨਾ ਸਾਰੇ ਅੰਗਾਂ ਨੇ ਪਰਮੇਸ਼ਰ ਦਾ ਨਾਮ ਜਪਣਾ ਹੈ। ਜਪਣਾ ਕਿਵੇਂ? ਗੁਰੂ ਸਾਹਿਬ ਦਾ ਇੱਕ ਬੜਾ ਖੂਬਸੂਰਤ ਬਚਨ ਹੈ। ਜਿਹੜੇ ਕੁਛ ਪੁਰਾਤਨ ਗੁਟਕੇ ਨੇ ਨਾ ਗੁਰਬਾਣੀ ਦੇ, ਉਹਨਾਂ 'ਚ ਰਹਿਰਾਸ ਸਾਹਿਬ ਦਾ, ਕਿਉਂਕਿ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਜਾਂ ਦਰਬਾਰ ਸਾਹਿਬ ਤੋਂ ਤੁਸੀਂ ਸੁਣਦੇ ਹੋ, ਉਹ ਤੇ ਸਮਾਪਤੀ ਹੁੰਦੀ ਹੈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤੇ ਕਈਆਂ ਨੇ ਹੋਰ ਵੀ ਸ਼ਬਦ ਨਾਲ ਐਡ ਕੀਤੇ ਹੁੰਦੇ। ਉਹਦੇ 'ਚ ਇੱਕ ਸ਼ਬਦ ਆਉਂਦਾ ਹੈ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨੇਤਰੀ। ਇਹ ਅੱਖਾਂ ਦਾ ਜਪਣਾ ਹੈ। ਸ਼ਰਵਣੀ ਸੁਣਨਾ, ਇਹ ਕੰਨਾਂ ਦਾ ਜਪਣਾ ਹੈ। ਕਿਉਂਕਿ ਸਰੀਰ ਦੇ ਹਰ ਅੰਗ ਨੇ ਪਰਮੇਸ਼ਰ ਦੀ ਭਗਤੀ ਕਰਨੀ ਹੈ, ਪਰਮੇਸ਼ਰ ਦੀ ਬੰਦਗੀ ਕਰਨੀ ਹੈ। ਹੁਣ ਕੱਲੀ ਜ਼ਬਾਨ ਵਾਹਿਗੁਰੂ ਵਾਹਿਗੁਰੂ ਜਾਂ ਜੋ ਵੀ ਰੱਬ ਦਾ ਨਾਮ ਲੈਣੇ ਉਹ ਲੈ ਰਹੀ ਹੈ, ਬਾਕੀ ਸਰੀਰ ਦੇ ਅੰਗ ਜਿਹੜੇ ਨੇ ਉਹ ਅਗਰ ਗੁਨਾਹਾਂ ਵਾਲੇ ਪਾਸੇ ਚੱਲ ਰਹੇ ਨੇ, ਕੀ ਕਵਾਂਗੇ? ਭਗਤੀ ਹੈ? ਨਹੀਂ, ਕੰਪਲੀਟ ਭਗਤੀ ਹੈ। ਸਿਰ ਤੋਂ ਲੈ ਕੇ ਪੈਰਾਂ ਤੱਕ ਜਿੰਨੇ ਵੀ ਸਾਡੇ ਸਰੀਰ ਦੇ ਇੰਦਰੇ ਨੇ, ਸਾਰੇ ਉਸ ਰੱਬੀ ਹੁਕਮ ਦੇ ਮੁਤਾਬਕ ਜਦੋਂ ਚੱਲਦੇ ਨੇ ਨਾ, ਉਹ ਪਰਮੇਸ਼ਰ ਦਾ ਨਾਮ ਜਪ ਰਹੇ ਨੇ, ਉਹਦੇ ਹੁਕਮ ਨੂੰ ਜੀ ਰਹੇ ਨੇ, ਪਰਮੇਸ਼ਰ ਦੀ ਭਗਤੀ ਕਰ ਰਹੇ ਨੇ, ਬੰਦਗੀ ਕਰ ਰਹੇ ਨੇ। ਸਾਡਾ ਅਫਸੋਸ, ਅਸੀਂ ਭਗਤੀ ਨੂੰ ਵੀ ਟਾਈਮ ਵਿੱਚ ਵੀ ਬੰਦ ਕਰਤਾ, ਸਰੀਰ ਦੇ ਕੁਛ ਹਿੱਸੇ ਅੰਗਾਂ ਨਾਲ ਬੰਦ ਕਰਕੇ ਰੱਖ ਦਿੱਤਾ। ਸਾਡਾ ਪੂਰੇ ਦਾ ਪੂਰਾ ਜੀਵਨ ਤੇ ਸਾਰੇ ਇੰਦਰੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਰੱਬੀ ਹੁਕਮ ਨੂੰ ਜੀਣ, ਉਸ ਪਾਸਿਓਂ ਅਸੀਂ ਉਕਾਈ ਖਾ ਗਏ। ਇੱਕ ਨਾ ਮੈਂ ਕਿਸੇ ਦਾ ਸੁਣ ਰਿਹਾ ਸੀ, ਉਹਨੇ ਨਾ ਛੋਟਾ ਜਿਹਾ ਕਲਿੱਪ ਪਾਇਆ ਸੀ ਸੋਸ਼ਲ ਮੀਡੀਆ 'ਤੇ, ਪਰ ਮੈਨੂੰ ਉਹਦੀ ਗੱਲ ਬੜੀ ਸੋਹਣੀ ਲੱਗੀ। ਉਹ ਕਹਿੰਦਾ ਜਿਹੜਾ ਦੁਨੀਆ ਦਾ ਰੱਬ ਹੈ ਨਾ, ਜਿਹਨੂੰ ਲੋਕ ਰੱਬ ਮੰਨਦੇ ਨੇ ਜਾਂ ਜਿਸ ਰੱਬ ਦੀ ਜ਼ਿਆਦਾ ਵਿਚਾਰ ਕੀਤੀ ਗਈ ਹੈ, ਕਹਿੰਦਾ ਉਹ ਮੋਮ ਹੈ, ਉਹਨੂੰ ਢਾਲਿਆ ਜਾ ਸਕਦਾ, ਉਹਨੂੰ ਰੋਟੀ ਇੱਕ ਦਿਨ ਛੱਡ ਕੇ ਮਨਾ ਲਿਆ ਜਾਂਦਾ, ਉਹਦੇ ਨਾਲ ਕੋਈ ਸੌਦੇਬਾਜ਼ੀ ਕਰਕੇ ਸੁੱਖਣਾ ਸੁੱਖ ਕੇ ਵੀ ਮਨਾ ਲਿਆ ਜਾਂਦਾ, ਉਹਨੂੰ ਕਹਿ ਦਿੱਤਾ ਜਾਂਦਾ ਜੇ ਤੂੰ ਆਹ ਕੰਮ ਕਰੇਂਗਾ ਮੈਂ ਆਹ ਚੜ੍ਹਾ ਦਾਂਗਾ, ਉਹਨੂੰ ਕਹਿ ਦਿੱਤਾ ਜਾਂਦਾ ਹੈ ਹੱਠ ਯੋਗ ਦੇ ਨਾਲ ਵੀ ਜਾਂ ਕਿਸ ਤਰ੍ਹਾਂ ਵੀ ਖੁਸ਼ਾਮਦ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ। ਉਹ ਇੱਕ ਮੋਮ ਹੈ। ਪਰ ਕਹਿੰਦਾ ਜੋ ਉਹ ਕਰਦਾ ਉਹਦੀ ਕੁਦਰਤ ਹੈ, ਉਸ ਰੱਬ ਨੇ ਜੋ ਕੁਛ ਕੀਤਾ ਹੈ ਨਾ ਉਹਦੀ ਕੁਦਰਤ ਹੈ,
ਪਰ ਉਹ ਨਹੀਂ ਬਦਲੀ ਜਾ ਸਕਦੀ। ਪਾਣੀ ਹਮੇਸ਼ਾ ਉੱਪਰੋਂ ਹੇਠਾਂ ਨੂੰ ਸੁੱਟੋ ਥੱਲੇ ਡੁੱਲ ਡਿੱਗਦਾ ਹੈ। ਜਿੰਨੇ ਮਰਜ਼ੀ ਕੋਈ ਕਹਿ ਲੇ ਕਿ ਮੈਂ ਜੀ ਇੰਨੇ ਦਿਨੋਂ ਮੈਂ ਰੋਟੀ ਨਹੀਂ ਖਾਣੀ, ਮੈਂ ਆਹ ਨਹੀਂ ਕਰਨਾ, ਜਾਂ ਮੈਂ ਇੰਨੇ ਸੁੱਖਣਾ ਸੁੱਖਦਾ, ਥੱਲਿਓ ਪਾਣੀ ਤਾਂ ਨੂੰ ਉੱਡ ਜੇ, ਨਹੀਂ ਹੁੰਦਾ। ਜਿੰਨਾ ਥਾਵਾਂ 'ਤੇ ਹੁੰਦਾ ਉਹਦੇ ਹੁਕਮ ਦੇ ਮੁਤਾਬਕ ਉੱਥੇ ਪਾਣੀ ਸਮੁੰਦਰਾਂ ਦੇ ਵਿੱਚੋਂ ਬੱਦਲ ਖਿੱਚਦੇ ਆ, ਪਰ ਉਹਨੂੰ ਵਿਅਕਤੀ ਨਹੀਂ ਬਦਲ ਸਕਦਾ, ਉਹਦੇ ਨਿਯਮ ਨੂੰ ਬਦਲਿਆ ਨਹੀਂ ਜਾ ਸਕਦਾ। ਬਚਪਨ ਬਾਅਦ ਜਵਾਨੀ, ਜਵਾਨੀ ਤੋਂ ਬਾਅਦ ਬੁਢੇਪਾ ਆਉਣਾ ਹੀ ਆਉਣਾ ਹੈ। ਸਰੀਰ ਜਿਹੜਾ ਹੈ ਉਹਨੇ ਆਪਣੀ ਅਵਸਥਾ ਚੇਂਜ ਕਰਨੀ ਹੈ, ਉਹਨੂੰ ਬਦਲਿਆ ਨਹੀਂ ਜਾ ਸਕਦਾ, ਜੋ ਜਿੰਨੀ ਮਰਜ਼ੀ ਕੋਸ਼ਿਸ਼ ਕਰਕੇ ਦੇਖ ਲਵੇ। ਜੇ ਕੁਦਰਤ ਨਹੀਂ ਬਦਲੀ ਜਾ ਸਕਦੀ, ਕੁਦਰਤ ਨੂੰ ਮਨੁੱਖ ਆਪਣੀ ਮਰਜ਼ੀ ਮੁਤਾਬਕ ਨਹੀਂ ਚਲਾ ਸਕਦਾ, ਤੇ ਕੁਦਰਤ ਦੇ ਕਾਦਰ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਕਿਵੇਂ ਚਲਾਇਆ ਜਾ ਸਕਦਾ ਹੈ? ਹਾਂ, ਉਹਦੀ ਰਜ਼ਾ ਵਿੱਚ ਚੱਲਣਾ ਜਿਹੜਾ ਇਹ ਅਸਲ ਦੇ ਵਿੱਚ ਭਗਤੀ ਹੈ। ਉਹਦੀ ਰਜ਼ਾ 'ਚ ਚੱਲਣਾ, ਉਸ ਕਾਦਰ ਦੀ ਰਜ਼ਾ 'ਚ ਚੱਲਣਾ, ਉਸ ਕੁਦਰਤ ਦੀ ਰਜ਼ਾ, ਕੁਦਰਤ ਦੇ ਰਚਨਹਾਰ ਦੀ ਰਜ਼ਾ ਵਿੱਚ ਚੱਲਣਾ, ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਣਾ, ਉਹਦੇ ਭਾਣੇ ਵਿੱਚ ਚੱਲਣਾ, ਇਹ ਉਹਦੀ ਭਗਤੀ ਹੈ। ਕਿੰਨੇ ਖੂਬਸੂਰਤ ਇਤਿਹਾਸ ਦੇ ਸਾਡੇ ਕੋਲ ਪ੍ਰਮਾਣ ਆਉਂਦੇ ਨੇ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਨਾਲ ਵੀ ਜੁੜਿਆ ਹੋਇਆ। ਜਦੋਂ ਪੁੱਛਿਆ ਜਾਂਦਾ ਹੈ ਮਹਾਰਾਜ ਹੁਕਮ ਕਰੋ ਅਸੀਂ ਇੰਜ ਕਰ ਦਈਏ, ਅਸੀਂ ਬਾਣੀ ਵੀ ਪੜ੍ਹਦੇ, ਤੇਰਾ ਕੀਆ ਮੀਠਾ ਲੱਗਾ, ਇਹ ਪਰਮੇਸ਼ਰ ਜੋ ਤੂੰ ਕਰਦਾ ਮੈਨੂੰ ਉਹ ਪਿਆਰਾ ਲੱਗਦਾ ਹੈ, ਜੋ ਤੂੰ ਕਰਦਾ ਹੈ, ਜੋ ਤੇਰਾ ਹੁਕਮ ਹੈ, ਜੋ ਤੇਰੀ ਰਜ਼ਾ ਹੈ। ਅਸਲੀ ਰੱਬ ਦਾ ਭਗਤ ਉਹ ਹੈ ਜਿਹੜਾ ਰੱਬ ਦੇ ਹੁਕਮ ਦੇ ਮੁਤਾਬਕ ਚੱਲਦਾ ਹੈ। ਉਹ ਭਗਤ ਨਹੀਂ ਹੋ ਸਕਦਾ ਜਿਹੜਾ ਰੱਬ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕਰਦਾ ਹੋਵੇ। ਇਹਦਾ ਮਤਲਬ ਹੈ ਜੋ ਰੱਬ ਕਰ ਰਿਹਾ ਹੈ ਉਹ ਉਹਨੂੰ ਮਨਜ਼ੂਰ ਨਹੀਂ ਹੈ, ਉਹ ਐਕਸੈਪਟ ਨਹੀਂ ਕਰ ਰਿਹਾ, ਉਹਦੇ ਵਿਰੋਧ ਵਿੱਚ ਖੜਾ ਹੈ। ਤੇ ਮੈਂ ਤਾਂ ਕਈ ਵਾਰ ਹੱਸਦਾ ਹੁੰਦਾ, 99% ਲੋਕ ਜਿਹੜੇ ਧਰਮ ਦੇ ਨਾਂ 'ਤੇ ਕਰਮ ਕਰਦੇ ਨੇ ਜਾਂ ਹੋਰ ਜੋ ਕੁਛ ਵੀ ਕਰਦੇ ਨੇ, ਉਹ ਤੇ ਉਹਨਾਂ ਦੇ ਪਿੱਛੇ ਮਕਸਦ ਇਹ ਹੁੰਦਾ ਹੈ ਕਿ ਜੋ ਕੁਛ ਰੱਬ ਕਰ ਰਿਹਾ ਇਹਨੂੰ ਬਦਲਿਆ ਜਾਵੇ, ਇਹਨੂੰ ਚੇਂਜ ਕਰਨਾ ਹੈ, ਇਹਨੂੰ ਬਦਲਣਾ ਹੈ। ਇੱਕ ਬੇਨਤੀ ਹੋਰ ਕਰਾਂ, ਇਹ ਸਾਰੀ ਰਚਨਾ ਪਰਮੇਸ਼ਰ ਨੇ ਬਣਾਈ ਤੇ ਸਾਰੀ ਰਚਨਾ ਨੂੰ ਪਰਮੇਸ਼ਰ ਨੇ ਹੀ ਦਾਤਾਂ ਬਖਸ਼ੀਆਂ ਨੇ, ਹੋਰ ਕੋਈ ਦਾਤਾਂ ਬਖਸ਼ਣ ਵਾਲਾ ਨਹੀਂ ਹੈ। ਮੈਂ ਪਹਿਲਾਂ ਵੀ ਸਾਂਝਾ ਕੀਤਾ, ਦੱਦਾ ਦਾਤਾ ਇੱਕ ਹੈ, ਤੇ ਅੱਗੇ ਕੀ ਕਿਹਾ? ਸਭ ਕੋ, ਸਾਰਿਆਂ ਨੂੰ ਉਹ ਦਾਤਾਂ ਦਿੰਦਾ ਹੈ। ਤੇ ਉਸ ਦਾਤੇ ਦੇ ਕੋਲ ਦੁੱਖ ਨਾਂ ਦੀ ਕੋਈ ਦਾਤ ਹੈ ਨਹੀਂ, ਉਹਦੇ ਕੋਲ ਸੁੱਖ ਹੀ ਹੈ। ਸਭ ਸੁਖ ਦਾਤਾ ਰਾਮ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਫਿਰ ਜ਼ਿੰਦਗੀ ਦੇ ਵਿੱਚ ਸੁੱਖ ਕਿਉਂ ਨਹੀਂ ਹੈ, ਦੁੱਖ ਕਿਉਂ ਨਹੀਂ? ਉਹਦਾ ਜੋ ਮੈਂ ਮਹਿਸੂਸ ਕੀਤਾ ਹੈ, ਜੋ ਕੁਛ ਪਰਮਾਤਮਾ ਸਾਡੇ ਨਾਲ ਕਰ ਰਿਹਾ ਨਾ, ਸਾਡੀ ਜ਼ਿੰਦਗੀ ਦਾ ਸੁੱਖ ਉਹਦੇ ਵਿੱਚ ਹੈ। ਅਸੀਂ ਉਹਨੂੰ ਬਦਲ ਰਹੇ ਹਾਂ। ਇਸ ਲਈ ਜਿਹੜਾ ਉਹਦੇ ਚੋਂ ਸੁੱਖ ਮਿਲਣਾ ਸੀ ਉਹ ਸਾਨੂੰ ਮਿਲ ਨਹੀਂ ਪਾ ਰਿਹਾ ਤੇ ਦੁਖੀ ਹਾਂ। ਫਿਰ ਦੁਬਾਰਾ ਨੁਕਤਾ ਸਾਂਝਾ ਕਰਾਂ, ਪਕੜ 'ਚ ਆ ਜਾਏ। ਜੋ ਜ਼ਿੰਦਗੀ 'ਚ ਸੁੱਖ ਸਾਨੂੰ ਚਾਹੀਦਾ, ਜਿਹੜੀ ਖੁਸ਼ੀ ਅਸੀਂ ਚਾਹੁੰਦੇ ਜ਼ਿੰਦਗੀ 'ਚ, ਜਾਂ ਜਿਹੜੀ ਖੁਸ਼ੀ, ਜਿਹੜਾ ਸੁੱਖ ਸਾਡੇ ਜ਼ਿੰਦਗੀ ਲਈ ਵਾਹਿਗੁਰੂ ਨੇ ਦਿੱਤਾ ਹੈ ਜਾਂ ਦੇਣਾ ਹੈ, ਉਹ ਉਹਦੇ ਵਿੱਚ ਹੈ। ਜੋ ਕੁਛ ਪਰਮੇਸ਼ਰ ਸਾਡੇ ਨਾਲ ਕਰ ਰਿਹਾ ਹੈ ਜਾਂ ਜੋ ਕੁਛ ਪਰਮੇਸ਼ਰ ਦੇ ਰਿਹਾ ਹੈ, ਉਹਦੇ ਵਿੱਚੋਂ ਮਿਲਣਾ ਹੈ। ਪਰ ਅਸੀਂ ਉਹਨੂੰ ਬਦਲਣਾ ਚਾਹੁੰਦੇ ਹਾਂ, ਅਸੀਂ ਉਹਨੂੰ ਐਕਸੈਪਟ ਨਹੀਂ ਕਰ ਰਹੇ, ਅਸੀਂ ਕੁਛ ਹੋਰ ਚਾਹੁੰਦੇ ਹਾਂ। ਇਸੇ ਕਰਕੇ ਉਹਦੇ ਵਿੱਚੋਂ ਸਾਨੂੰ ਉਹ ਸੁੱਖ ਨਹੀਂ ਮਿਲਦਾ, ਉਹ ਖੁਸ਼ੀ ਨਹੀਂ ਮਿਲਦੀ। ਮੈਂ ਪਹਿਲਾਂ ਵੀ ਇੱਕ ਨੁਕਤਾ ਸਾਂਝਾ ਕੀਤਾ ਸੀ, ਔਲਾਦ ਹੈ, ਔਲਾਦ ਕੋਲੋਂ ਸੁੱਖ ਕਿਉਂ ਨਹੀਂ ਮਿਲ ਰਿਹਾ? ਕਿਉਂਕਿ ਜਿਸ ਤਰ੍ਹਾਂ ਪਰਮੇਸ਼ਰ ਨੇ ਮਨੁੱਖ ਦੀ ਦਾਤ ਬਖਸ਼ੀ ਹੈ, ਧੀ ਪੁੱਤ ਮਨੁੱਖ ਹੈ ਨਾ, ਅਸੀਂ ਉਹਨੂੰ ਬਦਲ ਰਹੇ ਹਾਂ। ਅਸੀਂ ਆਪਣੀ ਮਰਜ਼ੀ ਦਾ ਉਹਨੂੰ ਬਣਾ ਰਹੇ ਹਾਂ। ਸਾਡੀ ਸੋਚ ਮੁਤਾਬਕ ਇਹ ਇਸ ਤਰ੍ਹਾਂ ਦਾ ਹੋਵੇ, ਇਹਦੀ ਸੋਚ ਆ ਹੋਣੀ ਚਾਹੀਦੀ ਹੈ, ਸਾਡੇ ਧੀ ਪੁੱਤ ਦੀ ਸੋਚ ਇਹੋ ਜਿਹੀ ਹੋਣੀ ਚਾਹੀਦੀ ਹੈ, ਸਾਡੇ ਧੀ ਪੁੱਤ ਦੀ ਜ਼ਿੰਦਗੀ ਇਹੋ ਜਿਹੀ ਹੋਣੀ ਚਾਹੀਦੀ ਹੈ। ਅਸੀਂ ਉਹਨੂੰ ਚੇਂਜ ਕਰਦਾ ਹੈ।
ਰੱਬ ਨੇ ਜਿਹੜਾ ਉਹਨਾਂ ਕੋਲੋਂ ਸੁੱਖ ਦੇਣਾ ਸੀ ਸਾਨੂੰ, ਉਹ ਤਾਂ ਉਸੇ ਚੀਜ਼ ਚੋਂ ਮਿਲਣਾ ਸੀ ਜੋ ਪਰਮੇਸ਼ਰ ਨੇ ਭੇਜਿਆ। ਜਦੋਂ ਅਸੀਂ ਉਹਨੂੰ ਬਦਲ ਦਿੱਤਾ, ਫਿਰ ਉਹ ਸੁੱਖ ਕਿੱਥੋਂ ਮਿਲਣਾ ਹੈ? ਫਿਰ ਅਸੀਂ ਦੁਖੀ ਹੁੰਦੇ ਹਾਂ। ਪਰਮਾਤਮਾ ਨੇ ਦਾਤ ਤੇ ਦਿੱਤੀ, ਪਰ ਉਹਦੇ ਚੋਂ ਸੁੱਖ ਨਹੀਂ ਮਿਲਿਆ। ਕੱਲੀ ਔਲਾਦ ਤੱਕ ਸੀਮਤ ਨਾ ਰੱਖੋ, ਹੋਰ ਵੀ ਜੋ ਕੁਛ ਹੈ ਸਾਡੇ ਕੋਲ, ਸਰੀਰ ਹੀ ਲਾ ਲਓ, ਆਪਣਾ ਹੀ ਸਰੀਰ ਲਾ ਲਓ, ਬਦਲ ਰਿਹਾ, ਇਹਨੂੰ ਬਦਲ ਰਹੇ ਹਾਂ। ਸਰੀਰ ਦੇ ਅੰਦਰ ਖਾਣ ਪੀਣ ਬਦਲ ਰਹੇ ਹਾਂ, ਲਾਉਣ ਪਾਉਣ ਬਦਲ, ਹਰ ਸ਼ੈ ਬਦਲ ਰਹੇ ਹਾਂ। ਤੇ ਬਦਲ ਕੇ ਜੋ ਕੁਛ ਅਸੀਂ ਆਪਣੀ ਮਰਜ਼ੀ ਮੁਤਾਬਕ ਬਣਾ ਰਹੇ ਹਾਂ, ਮੈਂ ਬੇਨਤੀ ਕਰਾਂ ਉਹਦੇ ਵਿੱਚੋਂ ਫਿਰ ਉਹ ਸੁੱਖ ਨਹੀਂ ਮਿਲਦਾ ਜੋ ਪਰਮੇਸ਼ਰ ਨੇ ਸੁੱਖ ਉਹਦੇ ਰਾਹੀਂ ਸਾਨੂੰ ਦੇਣਾ ਹੁੰਦਾ, ਕਿਉਂਕਿ ਉਹ ਤਾਂ ਅਸੀਂ ਰਹਿਣ ਹੀ ਨਹੀਂ ਦਿੱਤੀ, ਉਹਨੂੰ ਤੇ ਬਦਲ ਦਿੱਤਾ। ਫਿਰ ਅਸੀਂ ਕਹਿੰਦੇ ਹਾਂ ਕਿ ਸਾਨੂੰ ਸੁੱਖ ਨਹੀਂ ਇਹਦੇ ਚੋਂ ਮਿਲਿਆ, ਸਾਨੂੰ ਇਹਦੇ ਚੋਂ ਖੁਸ਼ੀ ਨਹੀਂ ਮਿਲੀ ਜਿਹੜੀ ਮਿਲਣੀ ਚਾਹੀਦੀ ਸੀ। ਕਿਤੇ ਇਕੱਲੇ ਬੈਠ ਕੇ ਸੋਚੀਏ, ਹਾਂ ਜੋ ਪਰਮੇਸ਼ਰ ਨੇ ਦਾਤ ਦਿੱਤੀ ਸੀ, ਉਹਦੀ ਦਾਤ ਨੂੰ ਅਸੀਂ ਦਾਤ ਮੰਨ ਕੇ ਨਹੀਂ, ਆਪਣੀ ਮਰਜ਼ੀ ਮੁਤਾਬਕ ਅਸੀਂ ਚੇਂਜ ਕੀਤਾ ਹੈ। ਹੁਣ ਗੁਰਬਾਣੀ ਪੜ੍ਹਨੀ, ਸੁਣਨੀ, ਸਮਝਣੀ ਤੇ ਜੀਵਨ ਵਿੱਚ ਕਮਾਉਣੀ, ਪਰਮਾਤਮਾ ਨਾਲ ਇੱਕ ਮਿਕ ਹੁੰਦਾ ਹੈ ਜੀਵਨ, ਰੱਬੀ ਮਿਲਾਪ ਹੈ। ਖੋਜ ਸ਼ਬਦ ਮੈਂ ਲੈ, ਇਸੇ ਕਰਕੇ ਮੈਂ ਪੜ੍ਹਿਆ ਸੀ। ਇਹ ਬਾਣੀ ਰੱਬ ਨਾਲ ਮਿਲਾਪ ਕਰਾਉਂਦੀ ਹੈ। ਪਰ ਜਦੋਂ ਅਸੀਂ ਇਹਨੂੰ ਆਪਣੀ ਮਰਜ਼ੀ ਮੁਤਾਬਕ ਬਦਲਦੇ ਹਾਂ, ਆਹ ਦਾਤ ਚਾਹੀਦੀ ਹੈ ਤਾਂ ਸ਼ਬਦ ਪੜ੍ਹਨਾ ਹੈ, ਆਹ ਦੁੱਖ ਜਿਹੜਾ ਦੂਰ ਹੋ ਜੇ ਇਹਦੇ ਲਈ ਆਹ ਸ਼ਬਦ ਪੜ੍ਹਨਾ ਹੈ, ਆਹ ਸੁਖਣਾ ਪੂਰੀ ਹੋ ਜੇ ਆਹ ਬਾਣੀ ਬਦਲ ਰਹੇ ਆ ਨਾ। ਬਾਣੀ ਤੇ ਪੜ੍ਹਦੇ ਵੀ ਆ, ਸੁਣਦੇ ਵੀ ਆ, ਸੰਗਤ ਵੀ ਕਰਦੇ ਆ, ਪਰ ਰੱਬੀ ਮਿਲਾਪ ਦਾ ਸੁੱਖ ਨਹੀਂ ਜ਼ਿੰਦਗੀ ਨੂੰ ਮਿਲ ਰਿਹਾ, ਕਿਉਂਕਿ ਉਹਨੂੰ ਚੇਂਜ ਕਰ ਦਿੱਤਾ ਸਾਂ, ਉਹਨੂੰ ਬਦਲ ਦਿੱਤਾ ਸਾਂ। ਜੇ ਗੁਰਬਾਣੀ, ਜਿਸ ਲਈ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੇ ਰੱਬੀ ਬਾਣੀ ਬਖਸ਼ਿਸ਼ ਕੀਤੀ ਗੁਰੂਆਂ ਦੇ ਰਾਹੀਂ, ਭਗਤਾਂ ਦੇ ਰਾਹੀਂ ਸਾਨੂੰ, ਉਸੇ ਰੂਪ ਦੇ ਵਿੱਚ ਹੀ ਇਹਨੂੰ ਜੀਵਨ ਦੇ ਵਿੱਚ ਕਮਾਉਂਦੇ, ਮੈਂ ਬੇਨਤੀ ਕਰਾਂ ਜਿੰਨੇ ਵੀ ਆਪਾਂ ਸਾਰੇ ਦੇ ਸਾਰੇ ਹੀ ਅੱਜ ਰੱਬ ਸਰੂਪ ਬਣੇ ਹੁੰਦੇ ਜੀਵਨ ਸਾਡੇ। ਤੇ ਜਿੱਥੇ ਪਰਮੇਸ਼ਰ ਹੋਵੇਗਾ ਉੱਥੇ ਦੁੱਖ ਨਹੀਂ ਹੁੰਦਾ, ਉੱਥੇ ਭਟਕਣਾ ਨਹੀਂ ਹੁੰਦੀ, ਉੱਥੇ ਕਲੇਸ਼ ਨਹੀਂ ਹੁੰਦਾ, ਉੱਥੇ ਸੁੱਖ ਹੀ ਸੁੱਖ ਵਰਤਦਾ ਹੈ, ਖੁਸ਼ੀਆਂ ਹੀ ਖੁਸ਼ੀਆਂ ਵਰਤਦੀਆਂ ਨੇ ਜਿੱਥੇ ਪਰਮੇਸ਼ਰ ਹੋਵੇਗਾ। ਕਦੇ ਗੌਰ ਕਰੋ, ਇਸ ਇਮਾਰਤ ਵਿੱਚ ਬੈਠੇ, ਬਾਹਰੋਂ ਲੰਘਣ ਲੱਗਦੇ ਆ, ਇਸ ਇਮਾਰਤ ਨੂੰ ਦੇਖ ਕੇ ਨਮਸਕਾਰ ਹੁੰਦੀ ਹੈ, ਚਿਹਰਾ ਖੁਸ਼ ਹੋ ਜਾਂਦਾ ਹੈ। ਕਿਉਂ? ਇਹਦੇ ਅੰਦਰ ਸ਼ਬਦ ਹੈ, ਇਹਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੈ, ਸ਼ਬਦ ਵਰਤ ਰਿਹਾ ਹੈ। ਜਿੱਥੇ ਸ਼ਬਦ ਵਰਤ ਰਿਹਾ ਹੈ, ਬਾਹਰੋਂ ਵੀ ਉਹਦਾ ਸਤਿਕਾਰ, ਬਾਹਰੋਂ ਵੀ ਸਤਿਕਾਰ ਨਾਲ ਸਿਰ ਝੁਕਦਾ ਹੈ। ਜਿਸ ਜੀਵਨ ਵਿੱਚ, ਜਿਸ ਇਸ ਸਰੀਰ ਦੇ ਅੰਦਰ ਸ਼ਬਦ ਵਰਤਦਾ ਹੋਵੇ, ਸ਼ਬਦ ਬਿਰਾਜਮਾਨ ਹੋਵੇ, ਸ਼ਬਦ ਪ੍ਰਕਾਸ਼ ਹੋਇਆ ਹੋਵੇ, ਮੈਂ ਬੇਨਤੀ ਕਰਾਂ ਫਿਰ ਉਸ ਸਰੀਰ ਦੇ ਵਿੱਚ ਤੇ ਉਸ ਗੁਰਦੁਆਰੇ ਦੇ ਵਿੱਚ ਕੋਈ ਫਰਕ ਹੈ? ਕੋਈ ਫਰਕ ਨਹੀਂ। ਗੁਰੂ ਬਖਸ਼ਿਸ਼ ਕਰਿਆ ਨੁਕਤਾ ਸਾਡੀ ਪਕੜ ਚ ਆ ਜਾਏ। ਇਹ ਸ਼ਬਦ ਇਹਦੇ ਵਿੱਚ ਪ੍ਰਕਾਸ਼ ਕਰਨ ਵਾਸਤੇ ਹੈ, ਇਸ ਦੇਹੀ ਦੇ ਅੰਦਰ ਪ੍ਰਕਾਸ਼ ਕਰਨਾ ਹੈ, ਸੁਰਤ ਦੇ ਵਿੱਚ ਪ੍ਰਕਾਸ਼ਵਾਨ ਹੋਵੇ ਸ਼ਬਦ। ਅੱਖਾਂ ਤੱਕਣ ਲੱਗਣ ਸ਼ਬਦ ਦੇ ਮੁਤਾਬਕ, ਜ਼ੁਬਾਨ ਬੋਲਣ ਲੱਗੇ ਸ਼ਬਦ ਦੇ ਮੁਤਾਬਕ, ਕੰਨ ਸੁਣਨ ਲੱਗਣ, ਕੀ ਸਰੋਤ ਸੁਣਨਾ ਹੈ ਸ਼ਬਦ ਦੇ ਮੁਤਾਬਕ, ਹੱਥ ਕੋਈ ਕਰਮ ਕਰ ਲੱਗਣ, ਕਿਹੋ ਜਿਹੇ ਕਰਮ ਕਰਨੇ ਨੇ ਸ਼ਬਦ ਦੇ ਮੁਤਾਬਕ ਹੋਵੇ। ਇਹਨੂੰ ਫਿਰ ਕੀ ਕਿਹਾ ਗੁਰਬਾਣੀ ਨੇ? ਦੇਹੀ ਮਹਿਜਦ ਮਨ ਮੌਲਾਣਾ। ਮਹਿਜਦ ਕਹਿੰਦੇ ਨੇ ਮਸਜਿਦ, ਧਰਮ ਸਥਾਨ, ਇਹ ਦੇਹੀ ਧਰਮ ਸਥਾਨ ਹੈ। ਮਨ ਜਿਹੜਾ ਉੱਥੇ ਪੂਜਾ ਕਰਨ ਵਾਲਾ, ਮੌਲਵੀ ਆਪਾਂ ਕਹਿ ਦਿੰਦੇ, ਜਿਸ ਤਰ੍ਹਾਂ ਗ੍ਰੰਥੀ ਸਿੰਘ ਕਹਿ ਲਓ, ਫਿਰ ਆਪਣੀ ਭਾਸ਼ਾ 'ਚ ਆਪਾਂ ਬੋਲਣਾ ਹੋਵੇ ਤੇ ਦੇਹੀ ਮਹਿਜਦ। ਹਰ ਮੰਦਰ ਇਹ ਸਰੀਰ ਹੈ, ਇਹ ਹਰੀ ਦਾ ਮੰਦਰ, ਰੱਬ ਦਾ ਘਰ। ਸ਼ਬਦ ਤੇ ਇਹਦੇ ਅੰਦਰ ਹੈ, ਪਰੰਤੂ ਜਿਸ ਤਰੀਕੇ ਨਾਲ ਸ਼ਬਦ ਪਰਮੇਸ਼ਰ ਨੇ ਸਾਨੂੰ ਬਖਸ਼ਿਸ਼ ਕੀਤਾ, ਉਸ ਤਰੀਕੇ ਨਾਲ ਨਹੀਂ, ਅਸੀਂ ਆਪਣੀ ਸੋਚ ਦੇ ਮੁਤਾਬਕ ਬਦਲ ਰਹੇ ਹਾਂ। ਇਸੇ ਕਰਕੇ ਬਾਣੀ ਪੜ੍ਹ ਵੀ ਰਹੇ, ਸੁਣ ਵੀ ਰਹੇ, ਜੀਵਨ ਵਿੱਚ ਵਿਕਾਰ ਉਸੇ ਤਰ੍ਹਾਂ ਵਰਤ ਰਹੇ ਆ, ਉਸੇ ਤਰ੍ਹਾਂ ਉਹਦੇ 'ਚ ਗੋਤੇ ਖਾ ਰਹੇ ਆ, ਟਿਕਾ ਨਹੀਂ ਹੈ, ਭਟਕਣਾ ਹੀ ਭਟਕਣਾ ਹੈ। ਗੁਰੂ ਬਖਸ਼ਿਸ਼ ਕਰੇ ਨੁਕਤਾ ਸਾਡੀ ਸਮਝ ਵਿੱਚ ਆ ਜਾਏ। ਗੁਰੂ ਸਾਹਿਬ ਜੀ ਨੇ ਇਹੀ ਗੱਲ ਸਮਝਾਈ,
ਗੁਰੂ ਸਾਹਿਬ ਜੀ ਕਹਿੰਦੇ ਨੇ ਚਰਪਟ ਜੋਗੀ ਸੁਣ, ਉਸ ਪਰਮੇਸ਼ਰ ਨੂੰ ਧਿਆਉਣਾ, ਤੇ ਧਿਆਉਣਾ ਕਿਵੇਂ ਇਹਦੇ ਬਾਰੇ ਵੀ ਸੁਣ। ਜਿਸ ਪਰਮੇਸ਼ਰ ਸਾਚ ਕਹੋ, ਜਿਸ ਨੂੰ ਜਪਿਆ ਪਾਰ ਉਤਾਰਾ ਹੁੰਦਾ ਏ, ਤੁਮ ਪਾਰ ਗ੍ਰਾਮੀ ਪਾਰ ਉਤਾਰਾ ਹੁੰਦਾ ਏ। ਸੁਰਤ ਜਿਹੜੀ ਟਿਕਦੀ ਹੈ, ਉਸ ਪਰਮੇਸ਼ਰ ਨੂੰ ਧਿਆਉਣਾ ਕਿਵੇਂ ਹੈ ਇਹ ਵੀ ਸੁਣਾ, ਕਿਤੇ ਭੁਲੇਖਾ ਨਾ ਖਾ ਲੈ। ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈ ਸਾਣੇ। ਬੜੇ ਸੌਖੇ ਅਰਥ ਨੇ। ਪਾਣੀ ਦੇ ਵਿੱਚ ਕਮਲ ਹੈ, ਪਰ ਉਹ ਭਿੱਜਦਾ ਨਹੀਂ ਉਹਦੇ ਵਿੱਚ, ਉਹਦੇ ਉੱਪਰ ਹੈ। ਮੁਰਗਾਪੀ ਪਾਣੀ 'ਚ ਤੈਰਦੀ ਹੈ। ਆਪਾਂ ਵੇਖਿਆ ਬਹੁਤ ਸਾਰੇ ਤਲਾਬ ਛੱਪੜ ਹੁੰਦੇ ਸੀ ਪੰਜਾਬ ਦੇ ਵਿੱਚ, ਮੁਰਗਾਬੀਆਂ ਉਹਨਾਂ ਦੇ ਵਿੱਚ ਤੈਰਦੀਆਂ ਨੇ, ਪੰਖ ਉਹਦੇ ਫਿਰ ਵੀ ਸੁੱਕੇ, ਡੁੱਬਦੀ ਨਹੀਂ ਹੈ। ਗਿੱਲੇ ਹੋ ਕੇ ਪੰਖ ਉਹਦੇ ਭਾਰੇ ਨਹੀਂ ਹੁੰਦੇ। ਇਸੇ ਤਰੀਕੇ ਨਾਲ ਜੈਸੇ ਜਲ ਮਹਿ ਕਮਲ ਨਿਰਾਲਮ, ਇਸ ਸੰਸਾਰ ਵਿੱਚ ਰਹਿਣਾ ਹੈ, ਇਸ ਜਗਤ ਵਿੱਚ ਰਹਿਣਾ ਹੈ, ਪਰ ਇਸ ਤੋਂ ਨਿਰਲੇਪ। ਇਹਦੇ ਵਿੱਚ ਜੋ ਵੀ ਈਰਖਾ ਦੁਵੈਸ਼ ਜਾਂ ਬੁਰਾਈਆਂ ਨੇ, ਉਹਨਾਂ ਦੇ ਵਿੱਚ ਭਿੱਜਣਾ ਨਹੀਂ ਹੈ। ਮੁਰਗਾਈ ਨਿਸਾਣੈ, ਸ਼ਬਦ ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਸੁਰਤ ਤੇ ਸ਼ਬਦ ਦਾ ਮੇਲ, ਇਹ ਨੁਕਤਾ ਵੀ ਸਮਝ ਲਈਏ। ਸੁਰਤ ਸ਼ਬਦ ਦਾ ਮੇਲ ਕੀ ਹੈ? ਬਹੁਤ ਸਾਰੇ ਲੋਕਾਂ ਨੇ ਅਭਿਆਸ ਦੇ ਵੱਖ-ਵੱਖ ਤਰੀਕੇ ਜਿਹੜੇ ਨੇ ਉਹ ਪ੍ਰਚਾਰੇ, ਮੰਨੇ। ਉਹਦੇ ਵਿੱਚ ਕਿਹਾ ਗਿਆ ਕਿ ਸੁਰਤ ਜਿਹੜੀ ਅੱਖਾਂ ਬੰਦ ਕਰਕੇ ਸੁਰਤ ਜਿਹੜੀ ਆ ਸ਼ਬਦ ਦੇ ਨਾਲ ਜੋੜਨੀ ਹੈ। ਮੈਂ ਫਿਰ ਬੇਨਤੀ ਕਰਾਂ, ਸੁਰਤ ਤੇ ਸ਼ਬਦ ਦਾ ਸੰਬੰਧ ਕੀ ਹੈ? ਸ਼ਬਦ ਉਹ ਹੁੰਦਾ ਜਿਹੜਾ ਬਿਆਨ ਕੀਤਾ ਗਿਆ ਹੈ, ਬੋਲਿਆ ਗਿਆ ਹੈ, ਸ਼ਬਦ ਉਹਨੂੰ ਕਿਹਾ ਜਾਂਦਾ ਹੈ। ਆਵਾਜ਼ ਨੂੰ, ਨਾਦ ਨੂੰ, ਜੋ ਬਾਹਰ ਹੀ ਨਹੀਂ ਨਿਕਲਿਆ ਸ਼ਬਦ ਨਹੀਂ ਹੈ। ਬੜਾ ਖੂਬਸੂਰਤ ਨੁਕਤਾ ਹੈ। ਜੋ ਬੋਲ ਰਹੇ ਆ, ਸੁਰਤ ਨੇ ਉਹਨੂੰ ਸੁਣਨਾ ਹੈ। ਤੁਸੀਂ ਬਾਣੀ ਪੜ੍ਹ ਰਹੇ ਹੋ, ਕੋਈ ਬਾਣੀ ਪੜ੍ਹ ਰਹੇ ਹੋ, ਕੋਈ ਸ਼ਬਦ ਪੜ੍ਹ ਰਹੇ ਹੋ, ਉਹਨੂੰ ਸਾਡੀ ਆਪਣੀ ਹੀ ਸੁਰਤ ਨੇ ਸੁਣਨਾ ਹੈ। ਮੈਂ ਪਹਿਲਾਂ ਬੇਨਤੀ ਕੀਤੀ ਸੀ ਇੱਕ ਦਿਨ ਕਿ ਸਾਡੇ ਅੰਦਰ ਤੇ ਸ਼ਬਦ ਨਾਲੋਂ ਦੂਰੀ ਪਾਉਣ ਲਈ ਬਹੁਤ ਤਰੀਕੇ ਵਰਤੇ ਗਏ। ਕਹਿ ਦਿੱਤਾ ਜੀ ਤੁਸੀਂ ਬਸ ਬਾਣੀ ਪੜ੍ਹੋ, ਰੱਬ ਸੁਣਦਾ ਹੈ, ਤੇ ਜਦੋਂ ਰੱਬ ਬਾਣੀ ਸੁਣਦਾ ਫਿਰ ਖੁਸ਼ ਹੋ ਕੇ ਕਿਰਪਾ ਕਰਦਾ ਹੈ। ਰੱਬ ਨੇ ਨਹੀਂ ਸੁਣਦੀ, ਰੱਬ ਨੇ ਸੁਣਾਈ ਹੈ ਸਾਨੂੰ ਕਿ ਇਹਨੂੰ ਪੜ੍ਹ ਤੇ ਸੁਣ। ਇਹ ਅਸੀਂ ਸੁਣਨੀ ਹੈ, ਅਸੀਂ ਸੁਣ ਕੇ ਉਹਨੂੰ ਜੀਵਨ ਵਿੱਚ ਕਮਾਉਣਾ ਹੈ, ਸਮਝ ਕੇ ਜੀਵਨ ਵਿੱਚ ਕਮਾਉਣਾ ਹੈ। ਇਸੇ ਲਈ ਜਪਜੀ ਸਾਹਿਬ ਪੜ੍ਹੋਗੇ, ਜੋ ਸੁਣਿਆਂ ਦੀਆਂ ਪੌੜੀਆਂ ਹੁੰਦੀਆਂ ਨੇ, ਕਿਤੇ ਗੌਰ ਨਾਲ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਓ, ਉਹਦੇ 'ਚ ਭਾਵ ਕੀ ਹੈ। ਉੱਥੇ ਭਗਤਾਂ ਦੇ ਵਿਕਾਸ ਦੀ ਗੱਲ ਹੈ, ਦੁੱਖ ਪਾਪ ਦੇ ਨਾਸ਼ ਦੀ ਗੱਲ ਹੈ। ਕਿ ਰੱਬ ਨੂੰ ਸੁਣਾਉਣਾ ਹੈ ਕਿ ਰੱਬ ਜੀ ਜੇ ਤੁਸੀਂ ਸੁਣੋਗੇ ਤੁਹਾਡੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜੂ? ਨਹੀਂ, ਸੁਣਨ ਦੀ ਗੱਲ ਹੈ। ਗੁਰੂ ਬਖਸ਼ਿਸ਼ ਕਰੇ ਨੁਕਤਾ ਪਕੜ ਚ ਆ ਜਾਏ। ਸ਼ਬਦ ਸੁਰਤ ਦਾ ਭਾਵ ਕੀ ਹੈ, ਮੇਲ ਕੀ ਹੈ? ਕੋਈ ਸ਼ਬਦ ਆਪਾਂ ਪੜ੍ਹਿਆ, ਉਹਨੂੰ ਸੁਣ ਕੇ ਸੁਰਤ ਨੇ ਸੁਣਿਆ। ਹੁਣ ਜਦੋਂ ਵੀ ਜ਼ਬਾਨ ਬੋਲਣ ਲੱਗੇਗੀ, ਸੁਰਤ ਦੇ ਵਿੱਚ ਉਹ ਸ਼ਬਦ ਹੈ, ਮੂੰਹੋਂ ਕੇ ਬੋਲਣ ਬੋਲੀ ਹੈ। ਜਿਤ ਸੁਣ ਧਰੇ ਪਿਆਰ, ਕਿਹੜੇ ਬੋਲ ਬੋਲ ਰਹੇ? ਕੁਝ ਸੁਣਨ ਲੱਗੇ ਆ, ਸੁਰਤ ਦੇ ਵਿੱਚ ਉਹ ਸ਼ਬਦ ਹੈ। ਇਹ ਸ਼ਰਵਣੋ ਮੇਰੇ ਹੋ, ਹਰ ਸਾਚੈ ਸੁਣਨੈ ਨੂੰ ਪਠਾਏ। ਦੇਖਣ ਲੱਗੇ ਆ, ਸੁਰਤ ਦੇ ਸ਼ਬਦ ਜਿਹੜਾ ਸੁਰਤ ਦੇ ਵਿੱਚ ਹੈ। ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ। ਜਾਂ ਇਹ ਨੇਤਰੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ। ਸੁਰਤ ਦੇ ਵਿੱਚ ਸ਼ਬਦ ਹੋਵੇ। ਕੁਝ ਕਰਨ ਲੱਗੇ ਆ, ਸੁਰਤ ਵਿੱਚ ਸ਼ਬਦ ਹੋਵੇ। ਸੋ ਕਿਛ ਕਰ ਜਿਤ ਮੈਲ ਨਾ ਲਾਗੈ। ਭਾਵ ਸ਼ਬਦ ਅਗਵਾਈ ਕਰੇ,
ਸੁਰਤ ਦੇ ਵਿੱਚ ਸ਼ਬਦ ਹੋਵੇ, ਇਹਨੂੰ ਕਹਾਂਗੇ ਸੁਰਤ ਤੇ ਸ਼ਬਦ ਦਾ ਮੇਲ, ਮਿਲੇ ਹੋਏ। ਜਦੋਂ ਸ਼ਬਦ ਦੇ ਸੁਰਤ ਮਿਲ ਕੇ ਜੀਵਨ ਜਿਉਂਦੇ ਨੇ ਨਾ, ਭਵ ਸਾਗਰ ਤਰੀ ਹੈ। ਇਹ ਜਿਹੜਾ ਡਰਾਉਣਾ ਸਾਗਰ ਹੈ, ਇਹ ਜਿਹੜਾ ਸਹਿਮ ਨਾਲ, ਇਹ ਜਿਹੜਾ ਦੁੱਖਾਂ ਨਾਲ, ਕਲੇਸ਼ਾਂ ਨਾਲ ਭਰਿਆ ਹੋਇਆ ਸੰਸਾਰ ਸਾਨੂੰ ਦਿਖਾਈ ਦਿੰਦਾ ਹੈ, ਗੁਰੂ ਸਾਹਿਬ ਜੀ ਕਹਿੰਦੇ ਜਦੋਂ ਸੁਰਤ ਤੇ ਸ਼ਬਦ ਇਹਨਾਂ ਦੋਨਾਂ ਦੇ ਮੇਲ ਦਾ ਜੀਵਨ ਤੁਸੀਂ ਜਿਉਂਦੇ ਹੋ ਨਾ, ਉਦੋਂ ਫਿਰ ਪਾਰ, ਇਹਦੇ ਤੋਂ ਪਾਰ ਹੋ ਜਾਂਦਾ ਹੈ ਜੀਵਨ, ਇਹਦੇ ਵਿੱਚ ਫਿਰ ਡੁੱਬਦਾ ਨਹੀਂ ਹੈ। ਸਰੀਰਕ ਦੇ ਦੁੱਖ ਸੁੱਖ ਜੋ ਵੀ ਪ੍ਰੋਬਲਮਾਂ ਸਾਰਾ ਕੁਝ ਵਰਤਣਾ ਹੀ ਹੈ, ਪਰ ਉਹਦੇ ਵਿੱਚ ਜੀਵਨ ਡੁੱਬਦਾ ਨਹੀਂ ਹੈ, ਖਤਮ ਨਹੀਂ ਹੁੰਦਾ ਜੀਵਨ। ਸੌਖਾ ਕਰ ਲਈਏ, ਆਰੇ ਨਾਲ ਦੁਫਾੜ ਤੇ ਸਰੀਰ ਹੋਇਆ ਹੀ ਹੈ ਭਾਈ ਮਤੀ ਦਾਸ ਜੀ ਦਾ, ਪਰ ਉਹ ਜਿਹੜਾ ਖੇਡ ਵਰਤੀ ਹੈ, ਸਰੀਰ ਦੁਫਾੜ ਹੋਇਆ ਹੈ, ਉਸ ਪੀੜਾ ਦੇ ਵਿੱਚ ਉਹਦਾ ਜੀਵਨ ਡੁੱਬਿਆ ਨਹੀਂ, ਖਤਮ ਨਹੀਂ ਹੋਇਆ। ਚਾਹੇ ਉਬਲਦੀ ਦੇਗ ਚੋਂ ਬਾਲਣਾ, ਚਾਹੇ ਸਰੀਰ ਦੇ ਹੋਰ ਪਤਾ ਨਹੀਂ ਕਿੰਨੇ ਇਤਿਹਾਸ ਪੜ੍ਹੇ, ਸਿੱਖ ਇਤਿਹਾਸ ਤੇ ਭਰਿਆ ਹੀ ਪਿਆ ਇਹਨਾਂ ਚੀਜ਼ਾਂ ਦੇ ਨਾਲ। ਜੋ ਜੋ ਤਸ਼ੱਦਦ, ਜੋ ਜੋ ਤਸੀਹੇ, ਜੋ ਜੋ ਜ਼ੁਲਮ, ਜੋ ਜੋ ਕਹਿਰ ਵਰਤਾਏ ਗਏ ਨੇ, ਪਰ ਉਹ ਜੀਵਨ ਖਤਮ ਨਹੀਂ ਹੋਏ, ਉਹਦੇ ਵਿੱਚ ਉਹ ਗਰਕ ਨਹੀਂ ਹੋਏ। ਉਹ ਸਾਰੀਆਂ ਸਰੀਰ ਦੇ ਦੁੱਖ ਕਲੇਸ਼ ਜੋ ਕੁਝ ਵੀ ਹੈ, ਉਹ ਸਭ ਚੀਜ਼ਾਂ ਜਿਹੜੀਆਂ ਉਹਦੇ ਜੀਵਨ ਨੂੰ ਪ੍ਰਭਾਵਿਤ ਨਹੀਂ ਕਰ ਸਕੀਆਂ। ਸਾਡੇ ਵੀ ਜੋ ਕੁਛ ਸਾਡੇ ਰੱਬੀ ਹੁਕਮ ਹੈ ਕਿ ਜਿਹੋ ਜਿਹੀ ਅਸੀਂ ਜ਼ਿੰਦਗੀ ਜਿਉਣੇ, ਕਰਮ ਕਰਦੇ ਹਾਂ, ਉਹਦੇ ਮੁਤਾਬਕ ਹੀ ਸਾਡੇ ਜੀਵਨ 'ਚ ਵਰਤਣਾ ਹੈ ਸਾਰਾ ਕੁਛ, ਉਹ ਤੇ ਵਰਤਣਾ ਹੀ ਹੈ। ਪਰ ਜੇ ਸਾਡੀ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ, ਸੁਰਤ ਸ਼ਬਦ ਦਾ ਜੀਵਨ ਜੀ ਰਹੇ ਹਾਂ, ਸਾਡਾ ਜੀਵਨ ਉਹਨਾਂ ਚੀਜ਼ਾਂ, ਪ੍ਰੋਬਲਮਾਂ, ਸਮੱਸਿਆਵਾਂ ਦੇ ਵਿੱਚ ਕਦੇ ਗਰਕ ਨਹੀਂ ਹੋਵੇਗਾ, ਡੁੱਬੇਗਾ ਨਹੀਂ, ਦੁਖੀ ਨਹੀਂ ਹੋਵੇਗਾ। ਇੱਕ ਚੀਜ਼ ਹੋਰ, ਦੁਨੀਆ ਦੇ ਵਿੱਚ ਪਰਮਾਤਮਾ ਦੇ ਨਾਮ ਤੋਂ ਬਗੈਰ ਸਦਾ ਇੱਥੇ ਰਹਿਣ ਵਾਲੀ ਕੋਈ ਚੀਜ਼ ਨਹੀਂ ਹੈ। ਨਾ ਦੁੱਖ ਸਦਾ ਇੱਥੇ ਰਹਿਣ ਵਾਲੇ ਤੇ ਨਾ ਸੌਖੀ ਰਹਿਣ ਵਾਲੇ ਹੈ। ਇਹਨੂੰ ਬਾਣੀ ਵਿੱਚ ਇਸ ਤਰ੍ਹਾਂ ਵੀ ਬਿਆਨ ਕੀਤਾ ਹੈ, ਦੁੱਖ ਸੁੱਖ ਦੋਵੇਂ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਇਹ ਬਦਲਦੇ ਨੇ। ਜਦੋਂ ਸਾਡੀ ਸੁਰਤ ਸ਼ਬਦ ਦੇ ਨਾਲ ਜੁੜੀ ਹੁੰਦੀ ਹੈ ਨਾ, ਜਦੋਂ ਦੁੱਖ ਦਾ ਸਮਾਂ ਆਉਂਦਾ ਹੈ, ਉਸ ਸਮੇਂ ਦੇ ਵਿੱਚ ਉਹ ਸ਼ਬਦ ਜਿਹੜਾ ਹੈ, ਤੇ ਉਹ ਗੁਰ ਕਾ ਸ਼ਬਦ ਮਨੇ ਅਸਥੰਮਨ, ਉਹ ਟੁੱਟਣ ਨਹੀਂ ਦਿੰਦਾ ਸਾਡੇ ਜੀਵਨ ਨੂੰ। ਉਹ ਜਦੋਂ ਸਮਾਂ ਵਿਹਾਰ ਜਾਂਦਾ ਹੈ, ਲੰਘ ਜਾਂਦਾ ਹੈ, ਜ਼ਿੰਦਗੀ ਦੇ ਵਿੱਚ ਬਹਾਰ ਉਸੇ ਤਰ੍ਹਾਂ ਆ ਜਾਂਦੀ ਹੈ, ਸੁੱਖ ਉਸੇ ਤਰ੍ਹਾਂ ਵਰਤਦੇ ਹੈ। ਜਿਨ੍ਹਾਂ ਦੀ ਸੁਰਤ ਸ਼ਬਦ ਵਿੱਚ ਨਹੀਂ ਜੁੜੀ, ਉਹਨਾਂ ਲਈ ਫਿਰ ਉਹ ਸਮਾਂ, ਜਿੰਨਾ ਕੁ ਵੀ ਸਮਾਂ ਹੋਵੇਗਾ, ਬੜਾ ਦੁਖਦਾਇਕ ਹੁੰਦਾ ਹੈ। ਕਈ ਤਾਂ ਉਹਦੇ ਵਿੱਚ ਟੁੱਟ ਹੀ ਜਾਂਦੇ ਨੇ, ਕਈ ਤਾਂ ਫਿਰ ਝੱਲ ਹੀ ਨਹੀਂ ਪਾਉਂਦੇ ਉਹਨਾਂ ਦੁੱਖਾਂ ਨੂੰ। ਗੁਰੂ ਬਖਸ਼ਿਸ਼ ਕਰੇ ਇਹ ਨੁਕਤੇ ਸਾਡੀ ਪਕੜ ਵਿੱਚ ਆ ਜਾਣ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਪਰਮੇਸ਼ਰ ਦੇ ਰੱਬੀ ਹੁਕਮ ਨੂੰ ਸੁਰਤ ਤੇ ਸ਼ਬਦ ਦੋਨਾਂ ਦੇ ਸੁਮੇਲ ਦੇ ਵਿੱਚ ਰਹਿ ਕੇ ਉਹਦੇ ਹੁਕਮ ਨੂੰ ਜਿਉਣਾ, ਉਹਦੇ ਹੁਕਮ ਦੇ ਮੁਤਾਬਕ ਚੱਲਣਾ। ਰਹਿ ਇਕਾਂਤ ਏਕੋ ਮਨ ਵਸਿਆ, ਆਸਾ ਮਾਹੇ ਨਿਰਾਸੋ, ਅਗਮ ਅਗੋਚਰ ਦੇਖ ਦਿਖਾਏ, ਨਾਨਕ ਤਾਕਾ ਦੱਸ। ਅਖੀਰਲਾ ਬੰਦ, ਰਹਿ ਇਕਾਂਤ। ਇਹਦਾ ਮਤਲਬ ਇਹ ਨਹੀਂ ਹੈ ਕਿ ਪਰਿਵਾਰ ਨੂੰ ਛੱਡ ਕੇ, ਘਰ ਨੂੰ ਛੱਡ ਕੇ ਕਿਤੇ ਇਕਾਂਤ ਵੀ ਇਕੱਲੀ ਥਾਂ ਤੇ ਜਾ ਕੇ। ਸੁਰਤ ਨੇ ਇਕਾਂਤ ਰਹਿਣਾ, ਵਿਕਾਰਾਂ ਤੋਂ, ਇਹਨਾਂ ਦੇ ਸ਼ੋਰ ਸ਼ਰਾਬੇ ਵਿੱਚੋਂ, ਵਾਸ਼ਨਾਵਾਂ ਜਾਂ ਜੋ ਕੁਛ ਵੀ ਇਹ ਬੁਰਾਈਆਂ, ਜੋ ਕੁਛ ਵੀ ਆਪਾਂ ਦੇਖ ਰਹੇ ਹਾਂ, ਇਹਦੇ ਤੋਂ ਨਿਰਲੇਪ ਰਹਿਣਾ। ਰਹੇ ਇਕਾਂਤ ਏਕੋ ਮਨ ਵਸਿਆ। ਸੋ ਅੰਦਰ ਸਾਡੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੀ ਹੋਵੇ, ਇਕੱਲਾ, ਹੋਰ ਨਾ ਕੋਈ ਹੋਵੇ, ਇਕੱਲਾ ਪਰਮਾਤਮਾ। ਕਈ ਤਾਂ ਇਹੋ ਜਿਹੇ ਵਿਅਕਤੀ ਵੀ ਮੈਂ ਜੀਵਨ ਵਿੱਚ ਦੇਖੇ ਨੇ, ਕਿਉਂਕਿ ਬਹੁਤ ਕੁਛ ਮਿਲਦੇ, ਕਈ ਤਰ੍ਹਾਂ ਦੇ ਵਿਅਕਤੀ ਮਿਲਦੇ ਆ। ਜਦੋਂ ਆਪਾਂ ਇਸ ਲਾਈਨ ਵਿੱਚ ਹੁੰਦੇ ਹਾਂ, ਜਿੱਥੇ ਵੀ ਜਾਈਦਾ, ਹਰੇਕ ਤਰ੍ਹਾਂ ਦਾ ਵਿਅਕਤੀ ਅੱਗੋਂ ਸਵਾਲ ਜਵਾਬ ਕਰਦਾ, ਵਿਚਾਰਾਂ ਕਰਦਾ। ਜਦੋਂ ਇੰਡੀਆ ਹੁੰਦੇ ਸਾਂ, ਉਦੋਂ ਤੇ ਆਮ ਇਹ ਲੋਕ ਮਿਲਦੇ ਹੁੰਦੇ ਸੀ, ਉਹਨਾਂ ਸਵਾਲ ਵੀ ਕਰਨੇ। ਭਾਈ ਸਾਹਿਬ ਆਪਾਂ ਤੇ ਸਾਰਿਆਂ ਨੂੰ ਹੀ ਮੰਨਦੇ ਹਾਂ, ਆਪਾਂ ਤੇ ਫਲਾਣੇ ਦਾ ਵੀ ਦੀਵਾ ਜਗਾ ਆਈਦਾ ਵਾ, ਫਲਾਣੇ ਦੀ ਵੀ ਆਰਤੀ ਕਰ ਆਈਦੀ ਆ, ਫਲਾਣੇ ਨੂੰ ਵੀ ਜਾ ਕੇ ਸਿਜਦਾ ਕਰ ਆਈਦਾ, ਉਹਨੂੰ ਆ ਵੀ ਕੋਈ ਨਾਰਾਜ਼ ਨਾ ਹੋ ਜੇ। ਘਰੇ ਗੁਰੂ ਸਾਹਿਬਾਂ ਦੇ
ਇਹਨਾਂ ਸ਼ਹੀਦਾਂ ਦੇ ਫਲਾਣੀ ਥਾਂ ਤੇ ਜਾ ਕੇ ਜਗ੍ਹਾ ਤੇ ਚਿਰਾਗ ਵੀ ਜਗਾਈਦਾ, ਵਡੇਰਿਆਂ ਨੂੰ ਜੱਠੇ ਪਤਾ ਨਹੀਂ ਕਿੰਨਿਆਂ ਕੁ ਨੂੰ ਕੜਮਾਸ ਪਈ ਹੋਈ ਹੈ ਅੰਦਰ, ਅੰਦਰ ਕੜਮਾਸ ਪਈ ਹੋਈ ਹੈ। ਗੁਰੂ ਸਾਹਿਬ ਕਹਿੰਦੇ ਨਾ, ਇਕਾਂਤ ਦਾ ਮਤਲਬ ਕੀ ਹੈ? ਕੇਵਲ ਇੱਕ ਹੋਵੇ, ਕੇਵਲ ਇੱਕ ਅੰਦਰ ਹੋਵੇ ਸਾਡੇ, ਉਹ ਹੋਵੇ ਅਕਾਲ ਪੁਰਖ ਜਿਹਨੇ ਪੈਦਾ ਕੀਤਾ ਹੈ, ਜਿਸ ਪਰਮੇਸ਼ਰ ਦੀ ਅਸੀਂ ਰਚਨਾ, ਉਹਦਾ ਹੀ ਹੁਕਮ ਸਾਡੇ ਅੰਦਰ ਵਰਤੇ, ਉਹਦੇ ਹੁਕਮ 'ਚ ਚੱਲੀਏ, ਉਹਦੇ ਅੱਗੇ ਅਰਦਾਸ ਹੋਵੇ, ਉਹਦੇ ਕੋਲ ਹੀ ਅਸੀਂ ਦੁੱਖ ਸੁੱਖ ਆਪਣਾ ਸਾਂਝਾ ਕਰੀਏ, ਉਹਦੇ ਕੋਲ ਹੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਕੇਵਲ ਉਹਦੇ ਅੱਗੇ ਦਿਲ ਦੀ ਸਾਡੇ ਜੀਵਨ ਦੀ ਕੋਈ ਵੀ ਗੱਲ ਹੋਵੇ, ਕਿਸੇ ਵੀ ਤਰ੍ਹਾਂ ਦੀ ਹੋਵੇ, ਉਹਦੇ ਨਾਲ ਸ਼ੇਅਰ ਕਰੀਏ, ਉਹੀ ਸਾਡੇ ਅੰਦਰ ਹੋਵੇ। ਇਹ ਨਹੀਂ ਕਿ ਫਲਾਣਾ ਵੀ ਅੰਦਰ, ਧਮਕਾਣਾ ਵੀ ਅੰਦਰ, ਅੰਦਰ ਦੇ ਪਤਾ ਹੀ ਨਹੀਂ ਵੀ ਕਿੰਨਾ ਖਿਚੜੀ ਮਹੱਲਾ ਬਣਾਇਆ ਹੋਇਆ, ਭਟਕਣਾ ਫਿਰ ਰਵੇਗੀ। ਫਿਰ ਜ਼ਿੰਦਗੀ ਦੇ ਵਿੱਚ ਕਦੇ ਵੀ ਸਕੂਨ ਨਹੀਂ ਹੋਵੇਗਾ, ਜਿੱਥੇ ਸ਼ੋਰ ਸ਼ਰਾਬਾ ਹੋਵੇ ਉੱਥੇ ਸਕੂਨ ਨਹੀਂ ਹੁੰਦਾ। ਗੁਰੂ ਬਖਸ਼ਿਸ਼ ਕਰਿਆ ਨੁਕਤਾ ਸਾਡੀ ਪਕੜ 'ਚ ਆ ਜਾਏ, ਕਿਤੇ ਇਸ ਨੁਕਤੇ ਨੂੰ ਅਸੀਂ ਸਮਝ ਸਕੀਏ। ਆਸਾਂ ਮਾਹੇ ਨਿਰਾਸੋ, ਆਸ ਹੈ, ਪਰ ਇਹ ਨਾ ਹੋਵੇ ਕਿ ਕੇਵਲ ਅਸੀਂ ਉਹਦੇ ਵਿੱਚ ਹੀ ਆਪਣੇ ਆਪ ਨੂੰ ਡੋਬ ਕੇ ਰੱਖ ਦਈਏ, ਉਪਰਾਮ ਰਹਿਣਾ ਉਹਦੇ ਤੋਂ। ਅਗਮ ਅਗੋਚਰ ਦੇਖ ਦਿਖਾਏ, ਅਗਮ ਪਹੁੰਚ ਤੋਂ ਪਰੇ, ਜਿਹਨੂੰ ਗੋਚਿਆ ਨਾ ਜਾ ਸਕੇ, ਜਿਹੜਾ ਸਾਡੀ ਕਹਿ ਲਓ ਕਿ ਸਰੀਰਕ ਅਵਸਥਾ ਤੋਂ ਪਰੇ ਹੈ, ਜਿਹੜਾ ਜ਼ਰੇ ਜ਼ਰੇ ਕਣ ਕਣ ਵਿੱਚ ਰਮਿਆ ਹੋਇਆ ਹੈ, ਉਸ ਨੂੰ ਜਿਹੜਾ ਹਰ ਥਾਂ ਤੇ ਹਾਜ਼ਰ ਨਾਜ਼ਰ ਦੇਖਦਾ ਹੈ। ਦੇਖਣ ਦਾ ਮਤਲਬ ਇਹ ਨਹੀਂ ਵੀ ਅੱਖਾਂ ਨਾਲ ਦੇਖਣ ਦੀ ਗੱਲ, ਦੇਖਣ ਦਾ ਮਤਲਬ ਮਹਿਸੂਸ ਕਰਦਾ ਹੈ, ਹਰ ਥਾਂ ਤੇ ਮਹਿਸੂਸ ਕਰਦਾ ਹੈ, ਘਰ ਵਿੱਚ ਵੀ, ਬਾਹਰ ਵੀ, ਹਰੇਕ ਦੇ ਅੰਦਰ, ਆਪਣੇ ਅੰਦਰ, ਦੂਜੇ ਅੰਦਰ, ਹਰ ਥਾਂ ਤੇ ਜ਼ਰੇ ਜ਼ਰੇ ਕਣ ਕਣ ਵਿੱਚ ਮਹਿਸੂਸ ਕਰਦਾ ਹੈ। ਹੋਰ ਸੌਖਾ ਕਰ ਲਵਾਂ, ਫਿਰ ਮੈਂ ਸਮਾਪਤੀ ਕਰਾਂ। ਮਹਿਸੂਸ ਕਿਵੇਂ ਕਰਨਾ? ਮੈਂ ਬਾਬਾ ਫਰੀਦ ਜੀ ਦੀ ਜੀਵਨੀ ਪੜ੍ਹ ਰਿਹਾ ਸੀ, ਉਹਨਾਂ ਦੇ ਜੀਵਨ ਦੀ ਇੱਕ ਘਟਨਾ। ਉਹਨਾਂ ਨੇ ਝੌਂਪੜੀ ਬਣਾਉਣੀ ਸੀ, ਛੰਨ ਬਣਾਉਣੀ ਸੀ ਆਪਣੀ। ਉਦੋਂ ਹੁੰਦਾ ਸੀ ਕਾਨੇ ਜਿਹੜੇ ਹੁੰਦੇ ਸੀ ਇਹ ਕੱਟ ਕੇ ਤੇ ਇਹਨਾਂ ਦੀ ਫਿਰ ਉਹ ਬਣਾਉਂਦੇ ਸਨ ਛੱਤ। ਸਵੇਰ ਤੜਕੇ ਦਾ ਟਾਈਮ ਸੀ, ਕਿਤੇ ਉਹਨਾਂ ਦਾਤੀ ਪਕੜੀ ਤੋਂ ਕਾਨੇ ਵੱਢਣ ਵਾਸਤੇ ਚੱਲ ਪਏ। ਹੁਣ ਰਾਤ ਤਰੇਲ ਪਈ ਹੁੰਦੀ ਹੈ, ਤੇ ਤਰੇਲ ਦਾ ਪਾਣੀ ਆਪਾਂ ਨੂੰ ਪਤਾ ਪੱਤਿਆਂ ਦੇ ਉੱਤੇ ਲੱਗਾ ਹੁੰਦਾ ਹੈ। ਆਪਾਂ ਜਦੋਂ ਪੰਜਾਬ ਰਹਿੰਦੇ ਸਾਂ, ਸਵੇਰੇ ਸਵੇਰੇ ਬਰਸੀਨ ਵੱਢਣਾ ਜਾਂ ਪੱਠੇ ਜਾਂ ਕੋਈ ਚੀਜ਼ ਵੱਢਦੇ, ਤੇ ਉਹ ਹੱਥ ਜਿਹੜੇ ਸੀ ਪਹਿਲਾਂ ਦਾਤੀ ਨਾਲ ਆਪਾਂ ਨੂੰ ਹਿਲਾਉਂਦੇ ਸਾਂ ਤਾਂ ਕਿ ਤਰੇਲ ਦਾ ਪਾਣੀ ਥੱਲੇ ਡਿੱਗ ਪਵੇ। ਉਹਨਾਂ ਜਦੋਂ ਹੱਥ ਪਾਇਆ ਨਾ ਕਾਨੇ ਵੱਢਣ ਵਾਸਤੇ, ਤੇ ਉਹ ਤਰੇਲ ਦੀਆਂ 2 ਬੂੰਦਾਂ ਉਹਨਾਂ ਦੇ ਹੱਥ ਤੇ ਆ ਕੇ ਡਿੱਗ ਪਈਆਂ। ਜਦੋਂ ਹੱਥ ਤੇ ਆ ਕੇ ਡਿੱਗ ਪਈਆਂ ਨਾ, ਉਹਨਾਂ ਨੇ ਉੱਥੇ ਦਾਤਰੀ ਛੱਡ ਦਿੱਤੀ। ਕਹਿੰਦੇ ਅਜੇ ਤੇ ਮੈਂ ਇਹਨੂੰ ਕੱਟਿਆ ਵੀ ਨਹੀਂ ਤੇ ਪਹਿਲਾਂ ਹੀ ਅਥਰੂ ਵਹਾਉਣ ਲੱਗ ਪਿਆ ਹੈ। ਮਹਿਸੂਸ ਕਰਨਾ ਆਪਣੇ ਵਾਂਗ ਅਗਲੇ ਦੇ ਅੰਦਰ ਵੀ। ਸਿੱਖ ਪੰਥ ਦੀ ਇੱਕ ਬੜੀ ਪਿਆਰੀ ਸ਼ਖਸੀਅਤ ਹੈ, ਤੁਸੀਂ ਨਾਮ ਸੁਣਿਆ ਹੋਵੇਗਾ, ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲੇ। ਬੜਾ ਨਾਮ ਉਹਨਾਂ ਦਾ ਰਿਹਾ ਪ੍ਰਚਲਿਤ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੋਏ ਨੇ ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲੇ। ਮੈਂ ਉਹਨਾਂ ਦੀ ਜੀਵਨੀ ਪੜ੍ਹ ਰਿਹਾ ਸੀ। ਅੱਧੀ ਕੁ ਰਾਤ ਦਾ ਕਿਤੇ ਸਮਾਂ ਹੋਇਆ, ਉਹ ਕਿਤੇ ਪਹਿਲਾਂ ਬਾਹਰ ਗਏ ਹੋਏ ਸੀ, ਉਹ ਕਿਤੇ ਦੇਰ ਵਾਪਸ ਆਏ ਤੇ ਲੰਗਰ ਪਾਣੀ ਬਾਹਰੋਂ ਹੀ ਛਕ ਲਿਆ ਉਹਨਾਂ ਨੇ। ਜਿਹੜੇ ਨਾਲ ਸਨ ਉਹਨਾਂ ਦੇ ਹੋਰ ਸਿੰਘ, ਉਹਨਾਂ ਨੇ ਵੀ। ਤੇ ਜਦੋਂ ਆਪਣੇ ਸਥਾਨ ਤੇ ਆਏ ਨਾ, ਤੇ ਅੱਧੀ ਰਾਤ ਤੋਂ ਟੱਪ ਗਿਆ ਹੋਊਗਾ ਸਮਾਂ। ਉਹਨਾਂ ਨੇ ਇੰਝ ਮਹਿਸੂਸ ਹੋਇਆ ਵੀ ਕੁੱਤਾ ਜਿਹੜਾ ਨਾ ਉਹ ਬਾਹਰ ਫਿਰ ਰਿਹਾ ਹੈ, ਤੇ ਜਿਹੜੇ ਕੋਈ ਬਰਤਨ ਹੋਣਗੇ ਉਹਨਾਂ ਨੂੰ ਵਿੱਚ ਮੂੰਹ ਪਾ ਰਿਹਾ ਹੈ। ਬਾਹਰ ਨਿਕਲੇ ਵੇਖਿਆ ਕਿ ਉਹ ਜਿੰਨੇ ਵੀ ਬਰਤਨ ਪਏ ਸੀ ਉਹਨਾਂ ਨੂੰ ਕੋਸ਼ਿਸ਼ ਕਰ ਰਿਹਾ ਸੀ ਕਿਤੇ ਕੁਝ ਖਾਣ ਨੂੰ ਮਿਲ ਜਾਏ, ਕਿਉਂਕਿ ਉਹ ਆਪ ਦੇ ਬਾਹਰੋਂ ਖਾ ਆਏ। ਉੱਥੇ ਉਹਨਾਂ ਨੇ ਲੰਗਰ ਪਕਾਇਆ ਨਹੀਂ, ਉਹ ਭੁੱਖਾ ਸੀ ਵਿਚਾਰਾ। ਜਦੋਂ ਉਹਨਾਂ ਨੇ ਦੇਖਿਆ ਤੇ ਉਹਨਾਂ ਦਾ ਮਨ ਭਰ ਆਇਆ, ਇਹ ਵੀ ਇੱਥੇ ਰਹਿ ਕੇ ਚੌਕੀਦਾਰੀ ਕਰਦਾ ਹੈ, ਇਹਨੂੰ ਅੱਜ ਰੋਟੀ ਨਹੀਂ ਮਿਲੀ,
ਅਸੀਂ ਤੇ ਬਾਹਰੋਂ ਖਾਏ। ਉਸੇ ਟਾਈਮ ਉਹਨਾਂ ਨੇ ਆਟਾ ਜਿਹੜਾ ਸੀ ਉਹ ਗੁੰਨ ਕੇ 2 ਪ੍ਰਸ਼ਾਦੇ ਪਕਾਏ ਤੇ ਉਸ ਕੁੱਤੇ ਨੂੰ ਪਾਏ। ਭਾਵ ਦੂਜੇ ਦੇ ਅੰਦਰੋਂ ਮਹਿਸੂਸ ਕਰਨਾ, ਦੂਜੇ ਦੇ ਅੰਦਰੋਂ ਵੀ ਅਹਿਸਾਸ ਜਿਹੜਾ ਸਾਡੇ ਅੰਦਰ ਜਾਗੇ ਕਿ ਹਾਂ ਇਹ ਵੀ ਮੇਰੇ ਵਰਗਾ ਜੀਵ ਹੈ। ਇਹ ਬੜਾ ਖੂਬਸੂਰਤ ਨੁਕਤਾ ਜੀ। ਅਸੀਂ ਆਪਣੇ ਅੰਦਰ ਤੇ ਮਹਿਸੂਸ ਕਰ ਲੈਂਦੇ ਹਾਂ, ਦੂਜੇ ਦੇ ਅੰਦਰੋਂ ਮਹਿਸੂਸ ਕਰਨਾ ਜਿਹੜਾ ਨਾ ਉਹ ਕਿਤੇ ਨਾ ਕਿਤੇ ਉਕਾਈ ਖਾ ਜਾਂਦੇ ਆ। ਜਿਸ ਤਰ੍ਹਾਂ ਸਾਡੇ ਬੱਚੇ, ਇਸੇ ਤਰ੍ਹਾਂ ਦੂਜਿਆਂ ਦੇ ਬੱਚਿਆਂ ਨੂੰ ਵੀ ਮਹਿਸੂਸ ਕਰਨਾ ਆਪਣੇ ਬੱਚਿਆਂ ਵਾਂਗ ਹੈ ਬਹੁਤ ਔਖਾ, ਕਠਿਨ ਮਾਰਗ, ਪਰ ਇਹ ਹੈ ਪਰਮੇਸ਼ਰ ਪਰਮਾਤਮਾ ਦੀ ਭਗਤੀ ਦੀ ਹੀ ਇੱਕ ਕਿਰਨ। ਗੁਰੂ ਬਖਸ਼ਿਸ਼ ਕਰੇ ਨੁਕਤਾ ਪਕੜ 'ਚ ਆ ਜਾਵੇ। ਇਸ ਤਰ੍ਹਾਂ ਜਿਹੜਾ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਹਰੇਕ ਥਾਂ ਤੇ ਦੇਖਦਾ ਹੈ ਤੇ ਜਿਹਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਦੂਜਿਆਂ ਨੂੰ ਵੀ ਇਹੀ ਸਿੱਖਿਆ ਦੇਵਾਂ, ਇਹੀ ਸਮਝਾਵਾਂ ਕਿ ਸਭ ਥਾਂ ਤੇ ਸਭ ਦੇ ਵਿੱਚ ਉਸ ਰੱਬੀ ਹੋਂਦ ਨੂੰ ਮਹਿਸੂਸ ਕਰੋ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਉਹਦਾ ਦਾਸ ਹਾਂ, ਨਾਨਕ ਤਾਕਾ ਦਾਸ, ਮੈਂ ਉਹਦਾ ਸੇਵਕ ਹਾਂ, ਦਾਸ ਹਾਂ, ਜਿਹੜਾ ਪਰਮੇਸ਼ਰ ਨੂੰ ਰੱਬੀ ਹੋਂਦ ਨੂੰ ਮਹਿਸੂਸ ਕਰਦਾ ਹੈ ਤੇ ਦੂਜਿਆਂ ਨੂੰ ਵੀ ਉਸੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੀ ਰੱਬੀ ਹੋਂਦ ਮਹਿਸੂਸ ਕਰਾਉਂਦਾ ਹੈ। ਗੁਰੂ ਸਾਹਿਬ ਦਾ ਫਲਸਫਾ ਹੀ ਬੜਾ ਖੂਬਸੂਰਤ ਹੈ। ਮੈਂ ਫਤਿਹ ਬੁਲਾਵਾਂ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ 10 ਸਰੀਰਕ ਕਿਰਦਾਰ ਸਾਡੇ ਸਾਹਮਣੇ ਹੈ। ਪਰਮੇਸ਼ਰ ਦੀ ਗੱਲ ਕੀਤੀ, ਜਦੋਂ ਗੱਲ ਆਈ ਇਹ ਤੁਹਾਡੇ ਬਚਨ ਕਿੰਨੇ ਖੂਬਸੂਰਤ ਨੇ, ਕਿਹਾ ਨਹੀਂ ਇਹ ਮੇਰੇ ਬਚਨ ਇਹ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ। ਮੈਂ ਪਰਮੇਸ਼ਰ ਨਹੀਂ ਹਾਂ, ਮੈਂ ਤਾਂ ਉਹਦਾ ਦਾਸ ਹਾਂ, ਉਹਦਾ ਜਨ ਆ, ਉਹਦਾ ਸੇਵਕ ਆ। ਨਾਨਕ ਦਾਸ ਸ਼ਬਦ ਵਰਤਿਆ ਗਿਆ, ਜਨ ਸ਼ਬਦ ਵਰਤਿਆ ਗਿਆ, ਸੇਵਕ ਸ਼ਬਦ ਵਰਤਿਆ ਗਿਆ। ਗੁਰੂ ਬਖਸ਼ਿਸ਼ ਕਰੇ ਨੁਕਤੇ ਸਾਡੀ ਪਕੜ ਵਿੱਚ ਆ ਜਾਣ, ਤਾਂ ਕਿ ਉਸ ਪਰਮੇਸ਼ਰ ਅਕਾਲ ਪੁਰਖ ਦੀ ਗੱਲ ਹੋਵੇ। ਜਿਹੜੇ ਸੁਣਨ ਵਾਲੇ ਪੜ੍ਹਨ ਵਾਲੇ ਨੇ ਉਸ ਅਕਾਲ ਪੁਰਖ ਦੀ ਗੱਲ ਸੁਣਨ ਤੇ ਪੜ੍ਹਨ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਉਹਦਾ ਦਾਸ ਹਾਂ, ਉਹਦਾ ਸੇਵਕ ਹਾਂ, ਜਿਹੜਾ ਅਗਮ ਅਗੋਚਰ ਨੂੰ ਦੇਖਦਾ ਦਿਖਾਉਂਦਾ ਹੈ, ਆਪ ਮਹਿਸੂਸ ਕਰਦਾ, ਦੂਜਿਆਂ ਨੂੰ ਵੀ ਉਹਦੀ ਰੱਬੀ ਹੋਂਦ ਮਹਿਸੂਸ ਕਰਾਉਂਦਾ ਹੈ। ਇੱਥੇ ਸਮਾਪਤੀ ਕਰਦੇ ਹਾਂ, ਬਾਕੀ ਦੀ ਵਿਚਾਰ ਆਪਾਂ ਆਉਣ ਵਾਲੇ ਸਮੇਂ ਵਿੱਚ ਸਾਂਝੀ ਕਰਾਂਗੇ। ਮੇਰੇ ਖਿਆਲ 23 ਤਰੀਕ ਨੂੰ ਸ਼ਾਮ ਨੂੰ ਇਸੇ ਤਰੀਕੇ ਨਾਲ ਇਹ ਦੀਵਾਨ ਸੱਜਣਗੇ। ਬੁੱਧਵਾਰ ਦਾ ਹੀ ਦਿਨ, ਉਸ ਦਿਨ ਵੀ ਸਤਿਗੁਰੂ ਬਖਸ਼ਿਸ਼ ਕਰਨ, ਉਸ ਦਿਨ ਵੀ ਆਪਾਂ ਸਾਰਿਆਂ ਇਕੱਤਰ ਹੋਣਾ ਹੈ। ਫਿਰ ਬੇਨਤੀ ਕਰਾਂ, ਗੁਰਬਾਣੀ ਪੜ੍ਹਨੀ ਹੈ, ਸੁਣਨੀ ਹੈ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਅਤੇ ਜਿੰਨੀ ਕੁ ਵੀ ਸਮਝ ਆਵੇ, ਜ਼ਰੂਰੀ ਨਹੀਂ ਹੁੰਦਾ ਵੀ ਹਾਂ ਵੀ ਸਾਰੀ ਬਾਣੀ ਸਮਝ ਆਵੇ ਫਿਰ ਹੀ ਅਸੀਂ ਇਸ ਮਾਰਗ 'ਤੇ ਚੱਲਣਾ ਹੈ। ਜਿਵੇਂ ਜਿਵੇਂ ਸਮਝ ਆਵੇ ਤਿਵੇਂ ਤਿਵੇਂ ਤੁਰਦੇ ਜਾਣਾ, ਤਿਵੇਂ ਤਿਵੇਂ ਉਹਨੂੰ ਅਪਣਾ ਲੈਣਾ ਹੈ। ਗੁਰੂ ਬਖਸ਼ਿਸ਼ ਕਰੇ ਇਹ ਜੀਵਨ ਉਸ ਪਰਮਾਤਮਾ ਨਾਲ ਇੱਕ ਮਿਕਤਾ ਵਾਲੀ ਮੰਜ਼ਿਲ 'ਤੇ ਜ਼ਰੂਰ ਪਹੁੰਚੇਗਾ। ਭੁੱਲਾਂ ਚੁੱਕਾਂ ਦੀ ਮਾਫੀ ਦੇਣੀ, ਇੱਥੇ ਸਮਾਪਤੀ ਕਰਦੇ ਹਾਂ। ਪਿਆਰ ਦੇ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ